उम्मीद रखदा कि तुहानूं पसंद आऊगा। सुन लै गल वीरा मेरी बैठा क्यों ठाके तेरी, सुन लै गल वीरा मेरी बैठा क्यों ठाके तेरी, ऐवें क्यों रहे कोसदा किस्मत नी माड़ी तेरी। करके कुछ पऊ दिखाउणा, करके कुछ पऊ दिखाउणा, मनणी ना हारी है, सुपने तेरे सच करन दी आ गई हुण वारी है, सुपने तेरे सच करन दी। पिछे तेरे की कीते भुल जा सब कम्मां नूं, जिंदगी विच अगे वधना देखी ना चम्मा नूं। रास्ते दी औकड़ तेरी, हो रास्ते दी औकड़ तेरी, हो जे ना भारी है, सुपने तेरे सच करन दी आ गई हुण वारी है, सुपने तेरे सच करन दी। सिस्टम नाल जुड़ के तैनूं लगनी कोई औख नहीं, जिंदगी दे मोड़ा उत्ते ऐनी भी सौख नहीं। उस सिस्टम नाल जुड़ के तैनूं लगनी कोई औख नहीं, जिंदगी दे मोड़ा उत्ते ऐनी भी सौख नहीं। सजना तेन छड्डनी पैनी, ओ सजना तेन छड्डनी पैनी, बुरियां दी यारी है, सुपने तेरे सच करन दी आ गई हुण वारी है, सुपने तेरे सच करन दी। कुछ कू बदलावां दे लई तैनूं सी लोड़ बड़ी, का तूं नी गुड करैक्टर तेरे विच थोड़ बड़ी। कुछ कू बदलावां दे लई तैनूं सी लोड़ बड़ी, का तूं नी गुड करैक्टर तेरे विच थोड़ बड़ी। कट के तैनूं सुटनी पैनी, ओ कट के तैनूं सुटनी पैनी, दिल दी जो खारी है, सुपने तेरे सच करन दी आ गई हुण वारी है, सुपने तेरे सच करन दी। चुम्मू तेरे पैर सफलता जे मन्नेगा गल्लां नूं, तैथों ना सांभ होणियां माया दियां छल्लां नूं। ओ चुम्मू तेरे पैर सफलता जे मन्नेगा गल्लां नूं, तैथों ना सांभ होणियां माया दियां छल्लां नूं। सिੱਖਿਆ जे राइट वे दी, सिੱਖਿਆ जे राइट वे दी, मन दे विच धारी है, सुपने तेरे सच करन दी आ गई हुण वारी है, सुपने तेरे सच करन दी। सो थैंक यू सर। वेरी गुड मॉर्निंग टू ऑल। सत श्री अकाल जी सारिਆਂ ਨੂੰ। ਤੇ ਸਭ ਤੋਂ ਪਹਿਲਾਂ ਤਾਂ ਇੱਥੇ ਆਏ ਹੋਏ ਜਿੰਨੀ ਵੀ ਫੈਮਲੀਆਂ ਹੈਗੀਆਂ ਨੇ ਉਹਨਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ, ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈਗਾ ਉਹ ਬਹੁਤ ਹੀ ਕੀਮਤੀ ਹੈ। ਵੈਸੇ ਸਾਰਿਆਂ ਦੇ ਸਮਾਂ ਕੀਮਤੀ ਹੈਗਾ, ਲੇਕਿਨ ਅੱਜ ਦੀ ਜਿਹੜੀ ਡੇਟ ਹੈਗੀ ਆ ਜਿਹਨੂੰ ਆਪਾਂ ਕਹਿੰਦੇ ਆ 23 ਮਾਰਚ 2022 ਹੈ, ਤੇ ਕੋਲੈਬੋਰੇਸ਼ਨ ਦਾ ਜਿਹੜਾ ਟਾਈਮ ਸੀਗਾ 23 ਮਾਰਚ 2018 ਦੇ ਵਿੱਚ। ਜੇ ਆਪਾਂ ਗੱਲ ਕਰੀਏ ਰਾਈਟ ਵੇ ਦੀ ਔਰ MIL ਦੀ, ਤਾਂ ਦੋਨੋਂ ਨੇ ਮਤਲਬ ਨੀਂਹ ਰੱਖੀ ਸੀਗੀ, ਕੋਲੈਬੋਰੇਟ ਕੀਤਾ ਸੀਗਾ ਇੱਕ ਦੂਜੇ ਦੇ ਨਾਲ, ਔਰ ਬਹੁਤ ਵਧੀਆ ਤਰੀਕੇ ਨਾਲ ਇਸ ਨੂੰ ਸਟਾਰਟਅਪ ਕੀਤਾ ਸੀਗਾ, ਬਹੁਤ ਛੋਟੀਆਂ ਫੈਮਲੀਆਂ ਨੂੰ ਨਾਲ ਲੈ ਕੇ। ਲੇਕਿਨ ਅੱਜ ਇੱਕ ਬਹੁਤ ਵੱਡਾ ਜਿਹੜਾ ਕਾਰਵਾ ਹੈਗਾ ਆਪਣੇ ਅੱਗੇ ਲੈ ਕੇ ਚੱਲੇ, ਜਿਵੇਂ ਪਿੱਛੇ ਜਿਵੇਂ ਕਹਿੰਦੇ ਆ ਕਿ ਅੱਗੇ ਚੱਲਦੇ ਜਾਓ, ਪਿੱਛੇ ਕਾਰਵਾ ਆਪਣੇ ਆਪ ਬਣਦਾ ਜਾਂਦਾ ਹੈ। ਬਹੁਤ ਸਾਰੀਆਂ ਫੈਮਲੀਆਂ ਜਿਹੜੀਆਂ ਹੈਗੀਆਂ ਉਹ ਸਾਡੇ ਨਾਲ ਜੁੜ ਚੁੱਕੀਆਂ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਕੀ ਹੈ ਕਿ ਅੱਗੇ ਵਧ ਰਹੇ ਨੇ। ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਇਹਦੇ ਵਿੱਚ ਇੱਕ ਇਹ ਆ ਜਾਂਦੀ ਹੈ ਬਈ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਹੈਗਾ MIL ਦਾ ਥੈਂਕਸ ਕਰਦੇ ਹਾਂ, ਜਿਹੜੇ ਸਿਸਟਮ ਦੇ ਨਾਲ ਅਸੀਂ ਜੁੜੇ ਹੋਏ ਹਾਂ, ਸਾਰੇ ਦੇ ਸਾਰੇ ਜੁੜੇ ਹੋਏ ਆ। ਨਾਲ ਦੀ ਨਾਲ ਮੈਂ ਥੈਂਕਸ ਕਰਾਂਗੀ ਰਾਈਟ ਵੇ ਐਜੂਕੇਸ਼ਨ ਦਾ, ਜਿਹੜਾ ਇੱਕ ਵਧੀਆ ਤਰੀਕੇ ਨਾਲ ਸਾਨੂੰ ਗਾਈਡ ਕਰਦਾ ਹੈ ਕਿ ਅਸੀਂ ਕਿਵੇਂ ਅੱਗੇ ਵਧਣਾ ਹੈ। ਤੇ ਨਾਲ ਦੀ ਨਾਲ ਇੱਕ ਹੋਰ ਚੀਜ਼ ਆ ਜਾਂਦੀ ਹੈ ਜਿਹੜਾ ਆਪਣਾ ਇੱਕ ਬੋਡੀ ਸਰਵਿਸ ਹੈਗਾ, ਜਿਹਦੇ ਉੱਤੇ ਅੱਜ ਸਾਰੇ ਦੀ ਸਾਰੀ ਫੈਮਲੀਆਂ ਉਹਨਾਂ ਨੂੰ ਯੂਜ਼ ਕਰਕੇ ਰਿਜ਼ਲਟ ਵਧੀਆ ਲੈ ਕੇ ਸਾਡੇ ਨਾਲ ਜੁੜ ਰਹੇ ਨੇ। ਇੱਕ ਸਾਡਾ ਮਿਸ਼ਨ ਹੈਗਾ ਬਿਮਾਰੀ ਤੇ ਬੇਰੁਜ਼ਗਾਰੀ, ਜਿਹਦੇ ਉੱਤੇ ਵੀ ਆਪਾਂ ਗੱਲ ਕਰਾਂਗੇ, ਕਿਉਂਕਿ ਸਭ ਤੋਂ ਵੱਡੀ ਇੰਡੀਆ ਦੇ ਵਿੱਚ ਕੀ ਹੈਗਾ, ਜਿਹੜਾ ਭਾਰਤ ਸਾਡਾ ਦੇਸ਼ ਹੈਗਾ, ਉੱਥੇ ਇੱਕੋ ਇੱਕ ਚੀਜ਼ ਆ, ਕੀ ਹੈ
ਇੱਕ ਤਾਂ ਬਿਮਾਰੀ ਪਿੱਛਾ ਨਹੀਂ ਛੱਡਦੀ ਤੇ ਦੂਜੀ ਜਿਹੜੀ ਬੇਰੁਜ਼ਗਾਰੀ, ਸਾਰੇ ਜਣੇ ਸਮਝਦੇ ਆ ਇਹਨਾਂ ਚੀਜ਼ਾਂ ਨੂੰ, ਮੰਨਦੇ ਆ, ਕਿਉਂਕਿ ਬਿਮਾਰੀ ਜੇ ਪਿੱਛੇ ਲੱਗੇਗੀ ਤਾਂ ਆਟੋਮੈਟਿਕਲੀ ਬੰਦਾ ਕੁਝ ਨਹੀਂ ਕਰ ਸਕਦਾ, ਉਹਦਾ ਕੋਈ ਰੋਜ਼ਗਾਰ ਨਹੀਂ ਹੋਏਗਾ। ਤੇ ਨਾਲ ਦੀ ਨਾਲ ਆਪਾਂ ਇਸ ਦੇ ਉੱਤੇ ਕੰਮ ਕਰ ਰਹੇ ਹਾਂ ਕਿ ਸਾਡੇ ਨਾਲ ਜੁੜੋ, ਜਿਹੜਾ ਸਾਡਾ ਮਿਸ਼ਨ ਬਿਮਾਰੀ ਤੇ ਬੇਰੁਜ਼ਗਾਰੀ ਦਾ ਹੈ। ਤੇ ਇਹਦੇ ਨਾਲ ਹੀ ਸਭ ਤੋਂ ਪਹਿਲਾਂ ਮੈਂ ਥੈਂਕਸ ਕਰਾਂ ਕਿ ਸਾਡੇ ਬਲਕਾਰ ਸਰ ਜੀ ਬੈਠੇ ਹੋਏ ਨੇ, ਸਿਕੰਦਰ ਸਰ ਜੀ ਦੀ ਗੱਲ ਕਰਾਂ ਮੈਂ, ਗੁਰਤੇਜ ਸਰ ਜੀ ਬੈਠੇ ਹੋਏ ਨੇ, ਡਾਕਟਰ ਕੁਲਜੀਤ ਜੀ ਬੈਠੇ ਹੋਏ ਨੇ, ਜਿੰਨੇ ਵੀ ਸਾਡੇ ਸੀਨੀਅਰ ਲੀਡਰਸ਼ਿਪ ਜੀ ਦੀ ਮੈਂ ਗੱਲ ਕਰਾਂ, ਜਿਨ੍ਹਾਂ ਨੇ ਇੱਕ ਵਧੀਆ ਤਰੀਕੇ ਨਾਲ ਇੱਕ ਕਾਰਵਾ ਸ਼ੁਰੂ ਕੀਤਾ ਤੇ ਅੱਜ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ। ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੇਰਾ ਨਾਮ ਰੁਪਿੰਦਰ ਕੌਰ, ਮੈਂ ਭਵਾਨੀਗੜ੍ਹ ਤੋਂ ਬਿਲੋਂਗ ਕਰਦੀ ਹਾਂ। ਅਸੀਂ ਸਭ ਤੋਂ ਪਹਿਲਾਂ ਰਿਜ਼ਲਟ ਮੇਰੀ ਮੰਮੀ ਉੱਪਰ ਲਿਆ ਸੀ। ਉਹਨਾਂ ਨੂੰ ਕਾਫੀ ਟਾਈਮ ਤੋਂ ਕਈ ਬਿਮਾਰੀਆਂ ਨਾਲ ਜੂਝ ਰਹੇ ਸੀ। ਮੇਰੀ ਮੈਰਿਜ ਨੂੰ 5 ਸਾਲ ਹੋ ਚੁੱਕੇ ਨੇ। ਉਹਨਾਂ ਦੀ ਉਸ ਤੋਂ ਪਹਿਲਾਂ ਦੀ ਮੈਡੀਸਨ ਚੱਲ ਰਹੀ ਸੀ। ਉਹਨਾਂ ਨੂੰ ਜਿਵੇਂ ਗਠੀਆ, ਸਰਵਾਈਕਲ, ਕੈਸਟਰੋਲ, ਲੀਵਰ 'ਚ ਇਨਫੈਕਸ਼ਨ ਰਹਿੰਦੀ ਸੀ ਉਹਨਾਂ ਨੂੰ, ਤੇ ਹੋਰ ਵੀ ਬਹੁਤ ਪ੍ਰੋਬਲਮਸ ਆ ਰਹੀਆਂ ਸੀ ਉਹਨਾਂ ਨੂੰ ਹੀ। ਕਾਫੀ ਟਾਈਮ ਤੋਂ ਉਹਨਾਂ ਦੀ ਦਵਾਈ ਚੱਲ ਰਹੀ ਸੀਗੀ, ਪਟਿਆਲੇ ਰੋਹਿਤ ਅਗਰਵਾਲ ਡਾਕਟਰ ਉੱਥੋਂ ਲੈਂਦੇ ਸੀ ਉਹ ਦਵਾਈ। ਜਿਵੇਂ ਜਿਵੇਂ ਕਰਦੇ ਸਾਨੂੰ ਰਾਈਟ ਇਹਦੇ ਬੋਡੀ ਸਰਵਿਸ ਬਾਰੇ ਪਤਾ ਚੱਲੇ, ਅਸੀਂ ਯੂਜ਼ ਕੀਤੇ ਤੇ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ। ਘੱਟੋ ਘੱਟ ਸਾਨੂੰ 8-9 ਮਹੀਨੇ ਹੋ ਚੁੱਕੇ ਨੇ ਹੁਣ ਦਵਾਈ ਲਿਆਂ ਨੂੰ। ਹੁਣ ਇਹ ਬੋਡੀ ਸਰਵਿਸ ਯੂਜ਼ ਕਰਨ ਤੋਂ ਬਾਅਦ ਮੰਮੀ ਅੱਜ ਬਿਲਕੁਲ ਠੀਕ ਨੇ। ਉਹਨਾਂ ਦੀ ਕੋਈ ਮੈਡੀਸਨ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੈਡੀਸਨ ਨਹੀਂ ਚੱਲ ਰਹੀ। ਇਹ ਬਹੁਤ ਬਹੁਤ ਧੰਨਵਾਦ ਤੁਹਾਡਾ। ਆਜੋ ਕਰੋ। ਇਹ ਤੋਂ ਮੈਂ ਆ ਕੇ ਦੱਸ ਦੂੰਗਾ, ਇਹਨੂੰ ਵੀ ਦੱਸ ਦੂੰਗਾ ਕੋਈ ਗੱਲ ਨਹੀਂ। ਬੋਲਣ ਤੋਂ ਬੋਲੋ। ਹੈਲੋ ਹੈਲੋ। ਤੇ ਹੁਣ ਤੁਸੀਂ ਦੱਸੋ ਤੁਸੀਂ ਕਿੰਨੀ ਇਨਕਮ ਲੈ ਚੁੱਕੇ ਹੋ? ਹਾਂਜੀ, ਮੈਂ ਹੁਣ 5000 ਇਨਕਮ ਕਮਾ ਚੁੱਕੀ ਹਾਂ ਸਿਸਟਮ ਦੇ ਵਿੱਚੋਂ, ਤੇ ਹੋਰ ਵੀ ਮੇਰਾ ਕੰਮ ਵਧੀਆ ਚੱਲ ਰਿਹਾ। ਮੈਂ ਅੱਗੇ ਵੀ ਜਿੱਦਾਂ ਮੈਂ ਪ੍ਰੈਕਟਿਸ ਕਰ ਰਹੀ ਹਾਂ, ਇੰਨੀ ਮਿਹਨਤ ਕਰ ਰਹੀ ਹਾਂ, ਉਸ ਹਿਸਾਬ ਨਾਲ ਮੈਨੂੰ ਲੱਗਦਾ ਵੀ ਮੈਂ ਹੋਰ ਵੀ ਬਹੁਤ ਵਧੀਆ ਅੱਗੇ ਜਾ ਸਕਦੀ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਨਾਮ ਰਣਵੀਰ ਕੌਰ ਤੋਂ ਜੀ। 1 ਸਾਲ ਪਹਿਲਾਂ ਇਹਦੇ ਵਿੱਚ ਮਤਲਬ ਇੱਕ ਰਿਜ਼ਲਟ ਦੇ ਵਿੱਚ ਆਈ ਸੀਗੀ ਤੇ ਕਾਫੀ ਗੁੱਡ ਰਿਜ਼ਲਟ ਮਿਲਿਆ ਮੈਨੂੰ ਪ੍ਰੋਬਲਮ ਤੇ ਉਸ ਤੋਂ ਬਾਅਦ ਟਰਸਟ ਬਣੇ ਦੇ ਵਿੱਚ ਵਰਕ ਸਟਾਰਟ ਕੀਤਾ ਜੀ। ਕਾਫੀ ਗੁੱਡ ਇਨਕਮ ਲੈ ਚੁੱਕੇ ਹਾਂ ਇਹਦੇ ਵਿੱਚੋਂ ਤੇ ਅੱਗੇ ਕਰ ਰਹੇ ਹਾਂ। ਮੈਂ ਥੈਂਕਸ ਕਰਨਾ ਚਾਹਾਂਗੀ ਰੈਡਵੇ ਐਜੂਕੇਸ਼ਨ ਦਾ। ਤੇ ਬਾਕੀ ਮੇਰੀਆਂ ਭੈਣਾਂ ਵਾਸਤੇ ਬਹੁਤ ਵਧੀਆ ਬਿਜ਼ਨਸ ਹੈ, ਆਪਾਂ ਘਰ ਦੇ ਕੰਮ ਦੇ ਨਾਲ ਨਾਲ ਕਰ ਸਕਦੇ ਹਾਂ ਜੀ। ਤੇ ਕਿਉਂਕਿ ਇਹਦੇ ਵਿੱਚ ਆਪਾਂ ਸਿੱਖਦੇ ਕਮਾ ਰਹੇ ਹਾਂਗੇ। ਹਰ ਪੀਰੀਅਡ ਦੇ ਵਿੱਚ ਆਪਾਂ ਨੂੰ ਸਿੱਖਣ ਨੂੰ 2.5 ਤੋਂ 5 ਸਾਲ ਜਿਵੇਂ ਆਪਾਂ ਨੂੰ ਰੈਟ ਵਿੱਚ ਦੱਸਦੇ ਹੁੰਦੇ ਨੇ ਲੱਗਦੇ ਹੈਗੇ, ਤੇ ਇਹਦੇ ਵਿੱਚ ਆਪਾਂ ਸਿੱਖਦੇ ਇੱਕ ਇਨਕਮ ਲੈ ਰਹੇ ਹਾਂ ਜੀ, ਤੇ ਬਹੁਤ ਵਧੀਆ ਲੱਗ ਰਿਹਾ ਹੈਗਾ। ਤੇ ਬਾਕੀ ਅੱਗੇ ਸਿੱਖ ਰਹੇ ਹਾਂ ਜੀ ਤੇ ਇਨਕਮ ਲੈਂਦੇ ਰਹਾਂਗੇ। ਥੈਂਕ ਯੂ। ਕਨਵੀਰ ਕੌਰ ਦੀ ਇਨਕਮ ਕਿੰਨੀ ਹੋ ਗਈ ਤੁਹਾਡੀ? ਸਾਡੇ ਵੀਰਾਂ ਤੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਕੁਲਦੀਪ ਕੌਰ ਹੈ, ਪਿੰਡ ਨੀਲਵਾਲ ਤੋਂ ਬਿਲੋਂਗ ਕਰਦੀ ਹਾਂ। ਮੈਨੂੰ ਇਸ ਸਿਸਟਮ 'ਚ ਆਈ ਨੂੰ ਸਾਲ ਹੋ ਚੁੱਕਾ ਤੇ ਮੈਂ ਆਪਣੇ ਲੀਵਰ ਖਰਾਬ ਹੋਣ ਤੇ ਉਹਤੇ ਸੋਜ ਰਹਿਣ ਤੇ ਬੋਡੀ ਸਰਵਿਸ ਵਰਤਿਆ ਸੀ। ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਤੇ ਹੁਣ ਮੈਂ ਇਹਦੇ ਵਿੱਚ ਕੰਮ ਵੀ ਕਰ ਰਹੀ ਹਾਂ। 5 ਤੋਂ ਉੱਪਰ 25,000 ਤੱਕ ਮੈਂ ਜੋ ਇਨਕਮ ਕਮਾਈ ਹੈਗੀ। ਤੇ ਪਹਿਲਾਂ ਮੈਂ ਕੰਮ ਬਹੁਤ ਘੱਟ ਸੀ, ਹੁਣੇ ਸ਼ੁਰੂ ਕਰਿਆ ਤੇ ਹੁਣ ਸਿੱਖ ਰਿਹਾ, ਅੱਗੇ ਸਿੱਖਦੇ ਰਹਾਂਗੇ। ਧੰਨਵਾਦ। ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਤੁਹਾਡੇ ਸਾਹਮਣੇ ਮਾਈ ਫੜ ਕੇ ਬੋਲਣ ਦਾ ਜੋ ਮੈਨੂੰ ਮੌਕਾ ਮਿਲ ਰਿਹਾ ਹੈ, ਇਹ ਮੇਰੇ ਦੁਸ਼ਮਣ ਮੈਡਮ ਚੰਚਲ ਜੀ ਕਰਕੇ ਮਿਲ ਰਿਹਾ ਹੈ। ਇਹ ਤਾਂ ਮੈਂ ਕਹਿਣਾ ਹਟਣਾ ਨਹੀਂ, ਕਿਉਂ ਚੰਗਾ ਭਲਾ ਮੈਂ ਆਪਣਾ ਕੰਮ ਕਰ ਰਿਹਾ ਵੀ ਵਿੱਚ ਫਸਾਦਾ ਹੈ। ਚਲੋ ਖੈਰ ਵਧੀਆ ਕੀਤਾ ਜੀ ਇਹਨਾਂ ਨੇ। ਸ਼ੁਕਰਗੁਜ਼ਾਰ ਹਾਂ ਵੀ 2 ਪੈਸੇ ਵੀ ਕਮਾ ਰਹੇ ਹਾਂ, ਇੱਜ਼ਤ ਵੀ ਪਾ ਰਹੇ ਹਾਂ, ਔਰ ਤੁਹਾਡੇ ਸਭ ਭੈਣਾਂ ਭਾਈਆਂ ਦੇ ਦਰਸ਼ਨ ਵੀ ਹੁੰਦੇ ਨੇ, ਜਿਨ੍ਹਾਂ ਤੋਂ ਅਸੀਂ ਆ ਕੇ ਉਹ ਕੁਝ ਸਿੱਖੀ ਦਾ ਜੋ ਸ਼ਾਇਦ ਅਸੀਂ ਆਪਣੇ ਆਪ 'ਚ ਨਾ ਸਿੱਖ ਸਕਦੇ ਕਦੇ ਵੀ, ਜਿੰਨੇ ਮਰਜ਼ੀ ਕਰ ਲਈਏ। ਆਪਾਂ ਕਿਸੇ ਵੀ ਚੀਜ਼ ਨੂੰ ਜੁਆਇਨ ਕਰ ਲੈਂਦੇ ਹਾਂ, ਕਰਨ ਤੋਂ ਬਾਅਦ ਇੱਕ ਖਾਸ਼ਾਂ ਬਣ ਜਾਂਦੀਆਂ ਨੇ, ਉਮੀਦਾਂ ਬਣ ਜਾਂਦੀਆਂ ਨੇ। ਉਸ ਉਮੀਦ ਦੇ ਵਿੱਚ ਜਾਂ ਤਾਂ ਆਪਾਂ ਬਹੁਤ ਰੈਸ਼ ਚੱਲ ਪੈਂਦੇ ਹਾਂ, ਜਾਂ ਆਪਣੇ ਮਾਈਂਡ ਤੋਂ ਕੰਮ ਨਹੀਂ ਲੈਂਦੇ, ਚੱਕ ਨੂੰ ਫਟੇ ਕਰ ਦੂੰ ਕੰਮ, ਆ ਚੱਕ ਕੀ ਹੈ ਕੀ ਨਹੀਂ। ਇਹ ਬਹੁਤ ਕੁਛ ਹੈ, ਲੇਕਿਨ ਸਾਨੂੰ ਠੰਡੇ ਦਿਮਾਗ ਤੋਂ ਕੰਮ ਲੈ ਕੇ ਲੰਬਾ ਸੋਚ ਕੇ ਆਪਣੇ ਸੀਨੀਅਰ ਦੀ ਗੱਲ ਨੂੰ ਸਾਹਮਣੇ ਰੱਖ ਕੇ ਸ਼ੀਸ਼ੇ ਦੀ ਤਰ੍ਹਾਂ ਫੇਰ ਚੱਲੀਏ ਤਾਂ ਬਹੁਤ ਵਧੀਆ ਰਿਜ਼ਲਟ ਮਿਲਦੇ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਨਾਮ ਅਵਤਾਰ ਸਿੰਘ। ਬੋਡੀ ਸਰਵਿਸ ਪੂਰੀ ਕਰਿਆ ਸੀ। ਦਿੱਕਤ ਨਹੀਂ, ਸਰੀਰ ਨੂੰ ਬਹੁਤ ਜ਼ਿਆਦਾ ਸ਼ੂਗਰ ਦੀ 81 ਘੱਟ ਹੋ ਗਈ ਸੀ 2016 ਦੇ ਵਿੱਚ।
ਐਕਸੀਡੈਂਟ ਹੋਣ ਕਰਕੇ ਸਰੀਰ 'ਚ ਜ਼ਿਆਦਾ ਵੀਕਨੈਸ ਆ ਗਈ ਸੀ। ਵੀਕਨੈਸ ਹੋਣ ਕਰਕੇ ਤੁਰਿਆ ਫਿਰਿਆ ਵੀ ਨਹੀਂ ਜਾਂਦਾ ਸੀ, ਕੰਮਕਾਰ ਨਹੀਂ ਬਣਦਾ ਸੀ, ਸੁਸਤੀ ਪਈ ਰਹਿੰਦੀ ਸੀ। ਜ਼ਿੰਦਗੀ ਤੋਂ ਬਣ ਉਤਰ ਕੇ ਜਿਹੜੀ ਕੁਛ ਨਹੀਂ ਕਿਹਾ ਕਿ ਫਾਇਦਾ ਇਸ ਤੋਂ ਪਰਮਾਤਮਾ ਚੱਕੇ ਲਵੇ। ਜਦੋਂ ਤੋਂ ਬਾਡੀ ਸਰਵਿਸ ਯੂਜ਼ ਕਰਿਆ ਜੀ, ਧੰਨਵਾਦ ਕਰਦੇ ਆ MYL ਦਾ ਕਿ ਇੰਨੇ ਤਗੜੇ ਰਿਜ਼ਲਟ ਦਿੱਤੇ ਨੇ। ਦੁਬਾਰਾ ਤੋਂ ਮੈਨੂੰ ਨਵੀਂ ਜ਼ਿੰਦਗੀ ਜਿਉਣ ਦਾ ਤਰੀਕਾ ਦੱਸਦਾ। ਧੰਨਵਾਦ ਕਰਦੇ ਆ ਬਲਕਾਰ ਸਾਹਿਬ ਦਾ, ਕਿਹੜੇ ਆਪਾਂ ਨੂੰ ਨਵੇਂ ਤੋਂ ਨਵਾਂ ਸਿੱਖਣ ਨੂੰ ਦੱਸਦੇ ਨੇ ਵੀ ਆਪਾਂ ਜ਼ਿੰਦਗੀ 'ਚ ਸਿੱਖ ਸਕਦੇ ਆਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੋ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਅੱਜ ਜੋ ਸਾਡੀ ਇਹ ਸੰਸਥਾ ਜਿਸ ਦੇ ਵਿੱਚ ਆਪਾਂ ਕੰਮ ਕਰ ਰਹੇ ਹਾਂ ਉਹਦਾ ਅੱਜ ਜਨਮ ਦਿਨ ਹੈ। ਮੈਂ ਸਾਰੀ ਸੰਸਥਾ ਨੂੰ, ਸਾਰੇ ਹੀ ਪਰਿਵਾਰ ਨੂੰ ਮੁਬਾਰਕਬਾਦ ਦਿੰਦਾ ਜੀ। ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਬਾਦ ਹੈ ਜੋ ਅੱਜ ਇਸ ਸਾਡੀ ਸੰਸਥਾ ਦਾ ਜਨਮ ਦਿਨ ਮਨਾ ਰਹੇ ਹਾਂ ਆਪਾਂ। ਸੋ ਬੇਨਤੀ ਮੈਂ ਇਹ ਗੱਲ ਕਰ ਰਿਹਾ ਜੀ, ਜਿਵੇਂ ਪਹਿਲਾਂ ਮੈਂ ਇਸ ਸੰਸਥਾ ਦੇ ਨਾਲ ਜੁੜਿਆ, ਪਹਿਲਾਂ ਹੋਰ ਵੀ ਕਈ ਕੰਪਨੀਆਂ ਦੇ ਵਿੱਚ ਕੰਮ ਕੀਤਾ। ਜਿਹੜੀ ਕੋਈ ਆਉਂਦੇ ਸੀ ਆਈਡੀ ਵਗੈਰਾ ਲਗਾ ਕੇ ਚਲੇ ਜਾਂਦੇ ਸੀ, ਪੈਸੇ ਦੀ ਬਰਬਾਦੀ ਬਹੁਤ ਕੀਤੀ ਹੈ ਜੀ, ਪਰ ਕੋਈ ਇਸ ਤਰ੍ਹਾਂ ਕੋਈ ਕਮਾਇਆ ਨਹੀਂ ਸੀ, ਨਾ ਕੋਈ ਆਇਆ ਸੀ ਪੈਸਾ। ਤੇ ਇਸ ਸੰਸਥਾ ਦੇ ਨਾਲ ਜੁੜੇ ਸਿਰਫ ਇੱਕ ਰਿਜ਼ਲਟ ਲੈਣ ਵਾਸਤੇ ਜੁੜਿਆ ਸੀ ਮੈਂ, ਕੋਈ ਇਨਕਮ ਵਾਸਤੇ ਜਾਂ ਇਸ ਕੰਮ ਦੇ ਵਿੱਚ ਮੈਨੂੰ ਇਹ ਪਤਾ ਵੀ ਨਹੀਂ ਸੀ ਵੀ ਇਸ ਸੰਸਥਾ ਦੇ ਨਾਲ ਜੁੜ ਕੇ ਆਪਾਂ ਕੰਮ ਵੀ ਕਰ ਸਕਦੇ ਹਾਂ। ਸੋ ਇੱਕ ਰਿਜ਼ਲਟ ਲਿਆ ਸੀਗਾ ਜੀ। ਮੈਨੂੰ ਆਪ ਨੂੰ ਡਿਸਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ। ਜਿਸ ਤਰ੍ਹਾਂ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਕਰ ਰਿਹਾ ਜੀ, ਦੇਗ ਵਰਤਾਉਂਦੇ ਸੀ ਝੁੱਕ ਕੇ, ਪਰ ਉੱਥੇ ਮੈਨੂੰ ਬਹੁਤ ਔਖਾ ਹੁੰਦਾ ਸੀ, ਸਿੱਧਾ ਨਹੀਂ ਸੀ ਹੋ ਜਾਂਦਾ, ਇੰਨਾ ਦਰਦ ਰਹਿੰਦਾ ਸੀ ਸਰੀਰ ਦੇ ਵਿੱਚ। ਸੋ ਇਸ ਪੈਕ ਦੇ ਬਾਰੇ ਪਤਾ ਲੱਗਿਆ, ਇਹ ਪੈਕ ਯੂਜ਼ ਕੀਤਾ ਜੀ। ਸੋ ਤਕਰੀਬਨ ਅੱਜ 1.5 ਤੋਂ ਪੌਣੇ 2 ਸਾਲ ਹੋ ਚੁੱਕੇ ਨੇ ਮੈਨੂੰ ਇਹ ਪੈਕ ਵਰਤੇ ਨੂੰ, ਤੇ ਸਾਲ ਵਾਂਗੂ ਮੈਂ ਇਸ ਸੰਸਥਾ ਦੇ ਨਾਲ ਕੰਮ ਵੀ ਕਰ ਰਿਹਾ। ਸੋ ਮੈਂ ਤਕਰੀਬਨ 80 ਤੋਂ 85 ਹਜ਼ਾਰ ਤੱਕ ਮੈਂ ਇਸ ਸੰਸਥਾ ਇਸ ਦੇ ਵਿੱਚੋਂ ਕੰਮ ਆਪਣੇ ਇਨਕਮ ਵੀ ਲੈ ਚੁੱਕਿਆ ਜੀ। ਕਿਆ ਬਾਤ ਹੈ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਰ ਮੈਂ ਸੂਬੇਦਾਰ ਸਿੰਘ ਤੇ ਮੈਂ ਆਪਣੀ ਵਾਈਫ ਤੇ ਰਿਜ਼ਲਟ ਲਿਆ ਸੀਗਾ। ਰਿਜ਼ਲਟ ਦੇ ਨਾਲ ਤੇ ਮੈਨੂੰ ਇਹ ਸੰਸਥਾ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਸੋ ਮੈਂ ਬਹੁਤ ਹੀ ਆਪਣੇ ਆਪ ਨੂੰ ਬਲਕਿ ਇੱਕ ਵਧੀਆ ਭਾਗਿਆਸ਼ਾਲੀ ਸਮਝਦਾ ਵੀ, ਬਲਕਿ ਇੱਕ ਤੀਰ ਦੇ ਨਾਲ 2 ਨਿਸ਼ਾਨੇ ਦਿੱਤਾ। ਇੱਕ ਤੀਰ ਦੇ ਨਾਲ 2 ਨਿਸ਼ਾਨੇ, ਇੱਕ ਤਾਂ ਮੈਂ ਆਪਣੀ ਵਾਈਫ ਤੇ ਰਿਜ਼ਲਟ ਲਿਆ, ਬਾਕੀ ਮੈਨੂੰ ਥੋੜਾ ਬਹੁਤਾ ਪੈਸਾ ਕਮਾਉਣ ਦਾ ਮੌਕਾ ਮਿਲਿਆ। ਬਾਕੀ ਬਿਜੀ ਜ਼ਿੰਦਗੀ ਬਹੁਤ ਵਧੀਆ ਚੀਜ਼ ਹੁੰਦੀ ਹੈ। ਮੈਂ ਆਪਣੇ ਆਪ ਨੂੰ ਬਿਜੀ ਰੱਖ ਕੇ ਖੁਸ਼ ਰਹਿਣਾ, ਕਿਉਂਕਿ ਸਾਨੂੰ ਆਰਮੀ ਦੇ ਵਿੱਚ ਸਿਖਾਇਆ ਜਾਂਦਾ ਵਿਹਲਾ ਬੰਦਾ ਅਲੱਗ-ਅਲੱਗ ਤਰ੍ਹਾਂ ਦੀਆਂ ਸਕੀਮਾਂ ਘੜਦਾ ਰਹਿੰਦਾ। ਜੇ ਆਪਾਂ ਬਿਜੀ ਰਹਾਂਗੇ ਤਾਂ ਆਪਣਾ ਜਿਹੜਾ ਇੱਕ ਸਹੀ ਟਿਕਾਣੇ ਤੇ ਪਹੁੰਚਾਂਗੇ ਆਪਾਂ। ਤੇ ਬਾਕੀ ਆਪਣਾ 23 ਮਾਰਚ 2018 ਨੂੰ ਜੋ ਆਪਣੀ ਕੰਪਨੀ ਦਾ ਆਪਾਂ ਡੇ ਬਣਾ ਰਹੇ ਹਾਂ, ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਬਾਕੀ ਵਧੀਆ ਇਨਕਮ ਵੀ ਲੈ ਰਿਹਾ ਆਪਣੇ ਕੰਮ ਦੇ ਨਾਲ ਤੇ ਵਧੀਆ ਕੰਮ ਵੀ ਕਰ ਰਿਹਾ। ਜੋ ਮੇਰੇ ਸੀਨੀਅਰ ਨੇ ਬਹੁਤ ਵਧੀਆ ਹੈਲਪ ਵੀ ਕਰ ਰਹੇ, ਕੋਈ ਦਿੱਕਤ ਨਹੀਂ ਹੈਗੀ। ਸੋ ਇਹਨਾਂ ਬੰਦਿਆਂ ਦਾ ਧੰਨਵਾਦ। ਮੇਰਾ ਨਾਮ ਪ੍ਰਤਾਪ ਸਿੰਘ, ਤਰਨਤਾਰਨ ਜ਼ਿਲ੍ਹੇ ਤੋਂ, ਤੇ ਮੈਂ ਪਹਿਲਾਂ ਰਿਜ਼ਲਟ ਲੈ ਕਰਕੇ ਤੇ 2 ਮਹੀਨੇ ਤੇ ਕੁਝ ਵੀ ਨਹੀਂ ਕੀਤਾ, ਸਿਰਫ 8 ਮਹੀਨੇ ਕੰਮ ਕੀਤਾ ਤੇ ਜਿਹੜਾ ਅਕਾਊਂਟ ਦੇ ਵਿੱਚ ਜਿਹੜੀ ਇਨਕਮ ਆਈ ਆ ਉਹ 55,000 ਤੋਂ ਵੱਧ ਆ ਗਈ ਆ। ਤੇ ਕੁਝ ਜਿਹੜੇ ਹੋਰ ਇਨਕਮ ਆਉਂਦੀ ਆ, ਜਿਸ ਤਰ੍ਹਾਂ ਆਪਣਾ 7ਵੇਂ ਮਹੀਨੇ ਫ੍ਰੀ ਆਉਂਦਾ ਹੈ, ਉਹਦੇ ਵਿੱਚ ਵੀ ਮੈਂ 23-24,000 ਰੁਪਏ ਦਾ ਜਿਹੜਾ ਸਮਾਨ ਉਹ ਲੈ ਚੁੱਕਾ ਹਾਂ ਤੇ ਇਹਦੇ ਨਾਲ ਕੋਈ 80,000 ਨੂੰ ਪਹੁੰਚ ਚੁੱਕਾ ਹਾਂ। ਤੇ ਜੇ ਇਸ ਦੀ ਗੱਲ ਕਰੀਏ, ਆਪਾਂ ਇਸ ਦੀ ਗੱਲ ਕਰੀਏ ਤੇ ਜੇ ਟਾਈਮ ਦੀ ਗੱਲ ਕਰੀਏ ਤੇ ਸਿਰਫ ਟਾਈਮ ਵੀ 10% ਹੀ ਦੇ ਰਹੇ ਹਾਂ, ਤੇ ਜਿਹੜਾ ਸਮਝਿਆ ਹੈ ਉਹ ਵੀ ਅਜੇ 10% ਹੀ ਸਾਨੂੰ ਸਮਝ ਵਿੱਚ ਆਇਆ ਹੈ। ਇਸ ਤੋਂ ਬਾਅਦ ਜੇ ਸਮਝ ਵਿੱਚ ਵੀ ਨਹੀਂ ਆਇਆ ਤੇ 10% ਹੀ ਕੰਮ ਕਰ ਰਹੇ ਹਾਂ। ਤੇ ਜੇ 100% ਕਰੀਏ ਤੇ ਬਹੁਤ ਵੱਡੀ ਆਪਾਂ ਇਨਕਮ ਜਿਹੜੀ ਹੈ ਉਹ ਲੈ ਸਕਦੇ ਹਾਂ। ਇਸ ਕਰਕੇ ਅਸੀਂ ਸਾਰੇ ਸਿਸਟਮ ਦਾ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਾਮ ਗੁਰਪ੍ਰੀਤ ਹੈ ਜੀ, ਪਿੰਡ ਰਾਮਗੜ੍ਹ ਸੰਧੂ ਲਹਿਰੇ ਕੋਲ। ਤੇ ਕੰਮ ਦੇ ਨਾਲ ਕੰਮ ਸਟਾਰਟ ਕਰਿਆ ਜੀ, ਆਪਣਾ JCB ਦਾ ਕੰਮ ਹੈ। ਪਹਿਲਾਂ ਮੈਂ ਪੇਸਟ ਤੋਂ ਸਟਾਰਟ ਕਰਿਆ ਜੀ, ਪੇਸਟ ਲਿਆ ਸੀ, ਪੇਸਟ ਵਰਤਿਆ, ਪੇਸਟ ਤੇ ਰਿਜ਼ਲਟ ਆਇਆ ਜੀ। ਦੁਬਾਰਾ ਕੰਮ ਸਟਾਰਟ ਕਰਿਆ ਜੀ ਬ੍ਰਾਂਚ ਤੇ, ਬ੍ਰਾਂਚ ਤੋਂ ਵਧੀਆ ਇਨਕਮ ਆ ਰਹੀ ਹੈ ਜੀ। ਮੈਨੂੰ ਲੱਖ ਰੁਪਏ ਤੱਕ ਇਨਕਮ ਆ ਗਈ ਕੰਮ ਦੇ ਨਾਲ। ਆਨਲਾਈਨ ਕੰਮ ਕਰਦਾ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਨਾਮ ਦਰਸ਼ਨ ਸਿੰਘ ਲਹਿਰਾ ਗਾਗਾ ਤੇ ਰਿਜ਼ਲਟ ਲੈ ਕੇ ਕੰਮ ਸਟਾਰਟ ਕੀਤਾ। ਕੰਮ ਸਟਾਰਟ ਕੀਤਾ ਤਾਂ ਸਾਨੂੰ ਦੱਸਿਆ ਗਿਆ ਵੀ ਤੁਸੀਂ ਕੰਮ ਦੇ ਨਾਲ ਆਪਣਾ ਇੱਕ
ਬਿਜ਼ਨਸ ਵੀ ਕਰ ਸਕਦੇ ਹੋ ਚ ਵੀ ਲੋਕਾਂ ਆਪਾਂ ਹੋਰ ਵੀ ਕਿਸੇ ਤਰ੍ਹਾਂ ਦੀ ਪ੍ਰਮੋਸ਼ਨ ਕਰਦੇ ਹਾਂ, ਕਦੇ ਕਿਸੇ ਦਾ ਕੁਛ ਹੋ ਗਿਆ ਫਰੀ ਦੀ ਸਰਪੰਚੀ ਜਾਂ ਕਿਸੇ ਨੂੰ ਖੜ ਕੇ ਗੱਲਾਂ ਮਾਰਨ ਲੱਗੇ ਵੀ ਤੁਸੀਂ ਇਹ ਕੰਮ ਕਰੋ, ਵੀ ਪ੍ਰਮੋਸ਼ਨ ਕਰਨੀ ਹੈ ਇਸ ਚੀਜ਼ ਤੋਂ ਰਿਜ਼ਲਟ ਲੈਤਾ ਤੁਸੀਂ ਇਸ ਚੀਜ਼ ਦੀ ਕਰੋ ਤੇ ਵਧੀਆ ਇਨਕਮ ਵੀ ਆ ਰਹੀ ਹੈ ਆਪਾਂ ਨੂੰ। ਤੇ ਹੁਣ ਲਾ ਲਓ ਅਸੀਂ ਉਹ ਹੋਰ ਫਰੀ ਦੀ ਸਰਪੰਚੀ ਛੱਡ ਕੇ ਲੋਕਾਂ ਨੂੰ ਇਸ ਬਾਰੇ ਦੱਸਣ ਲੱਗੇ, ਜਿਹਦੇ ਕਰਕੇ ਵੀ ਵਧੀਆ ਇਨਕਮ ਵੀ ਲੈ ਚੁੱਕੇ ਹਾਂ ਤੇ ਬਹੁਤ ਵਧੀਆ ਲੱਗ ਰਿਹਾ ਤੇ ਜਿਹੜਾ ਮੇਰਾ ਕਾਰੋਬਾਰ ਹੈ ਉਹ 'ਚ ਵੀ ਮੇਰਾ ਵਾਧਾ ਹੋ ਰਿਹਾ ਵਧੀਆ। ਤੇ ਫਰੀ ਦੀ ਸਰਪੰਚੀ ਸਭ ਕੁਝ ਛੱਡਤਾ ਜੀ, ਤੇ ਜਦੋਂ ਆਪਾਂ ਇਹ ਕਰਨਾ ਹੀ ਹੈ ਫਿਰ ਹੋਰ ਕਿਉਂ ਆਪਾਂ ਕਿਸੇ ਪਾਸੇ ਆਪਦਾ ਦਿਮਾਗ ਖਰਚ ਕਰੀਏ। ਤੇ ਇਸ ਕਰਕੇ ਅਸੀਂ ਇਸ ਪ੍ਰਮੋਸ਼ਨ ਤੇ ਲੱਗੇ ਹੋਏ ਹਾਂ ਵੀ ਲੋਕਾਂ ਨੂੰ ਉਹਨਾਂ ਦੀ ਸੇਵਾ ਕਰਕੇ ਵੀ ਆਪਾਂ ਨੂੰ ਇਹਦਾ ਪੈਸੇ ਪਾਉਣ ਨਾਲੇ ਬੜੀਆਂ ਬਹੁਤ ਧੰਨਵਾਦ। ਕੁੱਲ ਕਿੰਨੇ ਪੈਸੇ ਕਮਾ ਚੁੱਕੇ ਹੋ ਤੁਸੀਂ ਹੁਣ ਤੱਕ? ਪੈਸੇ ਹਜੇ ਤੱਕ ਜੋੜੇ ਦਾ ਹੈ ਨਹੀਂ, ਐਂ ਪਤਾ ਵੀ ਕਢਾ ਕੇ ਲਿਆਉਣੇ ਨੇ ਬਸ। ਆਹ ਦੇਖੋ ਜੀ ਕਿੰਨੀ ਵਧੀਆ ਗੱਲ ਹੈ, ਮਤਲਬ ਕਮਾਈ ਜਾਂਦੇ ਹੋ, ਜੋੜੇ ਨਹੀਂ ਹੈਗੇ ਪਰ ਚੜਾਈ ਜਾਂਦੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲਾਂ ਤਾਂ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਬਾਕੀ ਭਾਈ ਸਿੰਘ ਜੀ ਦਾ ਹੈਗਾ, ਉਹਨਾਂ ਨੇ ਵੀ ਆਪਾਂ ਨੂੰ ਆਜ਼ਾਦੀ ਦਿਵਾਈ ਤੇ ਆਪਾਂ ਨੂੰ ਬੋਡੀ ਸਰਵਿਸ ਨੇ ਆਪਾਂ ਨੂੰ ਸਰੀਰ ਤੋਂ ਬਿਮਾਰੀਆਂ ਤੋਂ ਆਜ਼ਾਦੀ ਦਵਾਈ ਹੈ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਪਰਮਜੀਤ ਬਰਨਾਲੇ ਤੋਂ ਤੇ ਮੈਂ ਇੱਕ ਰਿਜ਼ਲਟ ਲਿੱਤਾ ਸੀਗਾ ਆਪਦੇ ਸਰੀਰ ਤੇ, ਜਾਣੀ ਕਿ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਹੁੰਦਾ ਸੀਗਾ, ਕਾਫੀ ਜ਼ਿਆਦਾ ਦਿੱਕਤਾਂ ਸੀਗੀਆਂ, ਜਾਣੀ ਕਿ ਮੇਰੇ ਸਰੀਰ ਨੂੰ ਟਾਈਫਾਇਡ ਆਏ ਸਾਲ ਬਣਦਾ ਸੀਗਾ। ਰਿਜ਼ਲਟ ਦੇ ਨਾਲ ਨਾਲ ਮੈਨੂੰ ਲਾ ਲਓ ਕਿ 1.5 ਸਾਲ ਹੋ ਗਿਆ ਵਰਤੇ ਨੂੰ, ਉਹਦੇ ਨਾਲ ਹੀ ਮੈਂ ਆਪਦਾ ਕੰਮ ਜਿੰਨਾ ਸਿੱਖਦੇ ਆ ਨਾਲ ਹੀ ਸਟਾਰਟ ਕਰਦੇ ਆ, ਤਾਂ ਲਾ ਲਓ ਕਿ ਮੈਨੂੰ ਵਧੀਆ ਇਨਕਮ ਇੱਥੋਂ ਕਮਾ ਚੁੱਕੀ ਆ। ਵਧੀਆ ਇਨਕਮ ਦਾ ਥੋੜਾ ਜਿਹਾ ਆਈਡੀਆ ਦੇ ਦਿਓ ਮੈਡਮ ਜੀ। 1 ਲੱਖ ਤੋਂ ਉੱਪਰ ਹੈ ਜੀ, 15-20 ਹਜ਼ਾਰ ਤੱਕ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਦੇਖੋ ਇਹ ਸਾਡੇ ਨਾਲ ਇੰਨੀਆਂ ਕੀ ਫੈਮਲੀਆਂ ਜੁੜੀਆਂ ਹੋਈਆਂ ਨੇ ਜਿਨ੍ਹਾਂ ਨੇ ਮਤਲਬ ਕਾਰੋਬਾਰ ਨੂੰ ਕਾਰੋਬਾਰ ਨਹੀਂ ਸਮਝਿਆ ਪਰ ਫਿਰ ਵੀ ਕਿਸੇ ਨਾ ਕਿਸੇ ਲੈਵਲ ਨੂੰ ਹਿੱਟ ਕਰ ਚੁੱਕੇ ਆ, ਜਿਹਨੂੰ ਆਪਾਂ ਤੀਜਾ ਲੈਵਲ ਕਹਿੰਦੇ ਆ ਨਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣਾ ਕੰਮ ਵੀ ਨਹੀਂ ਛੱਡਿਆ, ਜਿਹਨੂੰ ਆਪਾਂ ਕਹਿੰਦੇ ਕੰਮ ਵੀ ਨਹੀਂ ਛੱਡਿਆ ਹੈਗਾ, ਉਹਦੇ ਨਾਲ ਨਾਲ ਇੱਕ ਬਹੁਤ ਵਧੀਆ ਇਨਕਮ ਲੈ ਰਹੇ ਆ। MYM ਔਰ ਰਾਈਟ ਅੱਜ ਜੁੜੇ ਸੀ ਐਨਵਰਸਰੀ ਹੈ ਸੰਜੋਗ ਨਾਲ ਸਤਿਗੁਰੂ ਤਰ੍ਹਾਂ ਮਿਲਾਇਆ ਇਹਨਾਂ ਤੁਰੇ ਪਿਆ ਸੰਜੋਗ। ਇਹ ਤੁਹਾਨੂੰ ਹੀ ਮਿਲਿਆ ਹੋਇਆ ਸੀ ਵਧੀਆ MYM ਪ੍ਰੋਡਕਟ ਤੇ ਵਧੀਆ ਐਜੂਕੇਸ਼ਨ, ਹੋਰ ਕਿਤੇ ਨਹੀਂ ਗਏ। ਜਿਹਦੇ ਆਪਾਂ ਜੋੜੀਆਂ ਜਗ ਥੋੜੀਆਂ, ਇਹ ਸੰਯੋਗ ਬਣਿਆ ਸਾਡਾ। ਸੋ ਸ਼ੁਕਰਾਨਾ ਕਰਦਾ ਉਸ ਪਰਮਾਤਮਾ ਦਾ ਜਿਹਨੇ ਜੋੜਿਆ ਤੇ ਸਾਰਿਆਂ ਨੂੰ ਵਧਾਈ ਵੀ ਹੈ। ਤੇ ਐਸ ਉਮਰ ਵਿੱਚ ਨਹੀਂ ਸਿੱਖ ਰਹੇ, ਬੜਾ ਵਧੀਆ ਲੱਗਦਾ। ਸ਼ਾਇਦ ਉਦੋਂ ਅਣਜਾਣ ਵਿੱਚ ਨਾ ਪਤਾ ਲੱਗਦਾ ਹੋਵੇ ਜੋ ਅਸੀਂ ਐਸ ਉਮਰ ਵਿੱਚ ਸਿੱਖ ਸਕਦੇ। ਤੇ ਧੰਨਵਾਦ ਕਰਦੇ ਹਾਂ ਆਪਣੇ ਸਾਰੇ ਲੀਡਰਾਂ ਦਾ ਤੇ ਥੈਂਕ ਯੂ ਕਰਦੇ ਪਰਮਾਤਮਾ। आज की इस ट्रेनिंग मीटिंग में पहुंचे हुए सभी बहनों और भाइयों को नमस्कार और वाहिगुरु जी का खालसा वाहिगुरु जी की फतेह। आज हम इस मीटिंग में मतलब जो अपनी कंपनी का बर्थडे मनाने आए हैं और बर्थडे जो है मतलब 2 कंपनियों का सुमेल हुआ है 2018 23 मार्च 2018 को, और जिन्होंने मतलब जो एक दोनों ने मतलब के हाथ मिलाकर एक प्रण किया था भाई जिस आदमी को भी हम अपने साथ जोड़ेंगे उसको खींचकर मतलब कि यहीं पर इतनी ऊंचाई पर ले जाएगा पर कोई उसके बाद दोबारा उसको टच नहीं कर सकेगा। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸੋ ਦੋਸਤੋ ਅੱਜ ਦਾ ਇੱਕ ਤਰ੍ਹਾਂ ਦਾ ਦਿਹਾੜਾ ਹੈ ਆਪਣਾ MYL ਦੇ ਨਾਲ ਆਪਣੇ ਰਾਈਟ ਵੇ ਐਜੂਕੇਸ਼ਨ ਦੀ ਜੋ ਕੋਲੈਬੋਰੇਸ਼ਨ ਹੋਈ ਹੈ ਔਰ ਸ਼ਹੀਦ ਆਜ਼ਮ ਜੀ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈ। ਮੁਬਾਰਕਾਂ ਸਭ ਨੂੰ। ਸੋ ਦੋਸਤੋ ਬਹੁਤ ਵਧੀਆ ਸਿਸਟਮ ਹੈ। 2-3 ਦਿਨ ਹੋ ਗਏ ਮੈਂ ਆਪਣਾ ਬੇਟਾ ਮੇਰਾ ਛੋਟਾ ਜਿਹਾ 7ਵੀਂ ਕਲਾਸ ਦੇ ਵਿੱਚ ਹੋਇਆ, ਗੱਲਾਂ ਕਰ ਰਹੇ ਸੀਗੇ ਬੈਠੇ ਸ਼ਾਮ ਨੂੰ। ਤਕਰੀਬਨ 7-8 ਮਹੀਨੇ ਪਹਿਲਾਂ ਮੈਂ ਸੋਚਦਾ ਹੁੰਦਾ ਸੀਗਾ, ਕਈ ਮੇਰੇ ਵੀਰਾਂ ਦੀ ਸਟੋਰੀ ਦੇ ਵਿੱਚ ਸੁਣਦਾ ਸੀਗਾ ਕਿ ਮੇਰੇ ਫਲਾਣੀ ਜਗ੍ਹਾ ਪੈਕ ਚਲੇ ਗਏ, ਇੱਥੇ ਚਲੇ ਗਏ। ਅਸੀਂ ਗੱਲਾਂ ਕਰਦੇ ਘਰੇ ਬੈਠ ਕੇ। ਮੈਨੂੰ ਇੱਕ ਦਿਨ ਬੇਟਾ ਕਹਿੰਦਾ ਡੈਡੀ ਆਪਣੇ ਤਾਂ ਨਹੀਂ ਜਾਣੇ ਪੈਕ। ਪਰਸੋਂ ਦੀ ਗੱਲ ਹੈ ਕਿ 3-4 ਪੈਕ ਮੇਰੇ ਬਾਹਰ ਚਲੇ ਗਏ, ਹੁਣ ਇੰਗਲੈਂਡ ਗਏ ਆ ਔਰ ਹਾਂਗਕਾਂਗ ਐਂਡ ਸਾਊਦੀ ਅਰਬ। ਪਰਸੋਂ ਚੌਥੇ ਮੈਨੂੰ ਕਹਿੰਦਾ ਡੈਡੀ ਪੈਕ ਆਪਣੇ ਵੀ ਬਾਹਰੇ ਜਾਣ ਲੱਗੇ। ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿਤੇ ਗਿਆ ਨਹੀਂ ਮੈਂ, ਆਪਣੀ ਦੁਕਾਨ ਤੇ ਡੇਲੀ ਬਹਿਣਾ ਮੈਂ।
ਸਵੇਰ 7 ਵਜੇ ਜਾ ਕੇ ਬਹਿਣਾ, ਸ਼ਾਮ ਨੂੰ 7 ਵਜੇ ਉੱਠਦੇ ਆ। ਕਿਤੇ ਨਹੀਂ ਮੈਂ ਗਿਆ ਹਲੇ ਤੱਕ, ਜਿੱਦਾਂ ਆਪਣੇ ਵੀਰ ਜੀ ਕਹਿ ਰਹੇ ਸੀਗੇ ਕਿ 10%, ਸੋ ਮੈਂ ਮੰਨਦਾ ਕਿ 10% ਤੇ ਵੀ ਮੈਂ ਨਹੀਂ ਪਹੁੰਚ ਸਕਿਆ ਹਲੇ, ਕੋਸ਼ਿਸ਼ ਕਰ ਰਿਹਾ, ਪਹੁੰਚਾਂਗੇ ਜਲਦੀ। ਸੋ ਮੇਰੇ ਕਹਿਣ ਦਾ ਭਾਵ ਹੈ ਵੀ ਕੋਈ ਕੰਮ ਨਹੀਂ ਛੱਡਣਾ ਪੈਂਦਾ, ਦੁਕਾਨਦਾਰੀ ਨਹੀਂ ਛੱਡਣੀ ਪੈਂਦੀ, ਐਕਸਟਰਾ ਕੋਈ ਟਾਈਮ ਨਹੀਂ ਆਪਾਂ ਨੂੰ ਕਿਸੇ ਪਾਸਿਓਂ ਕੱਢਣਾ ਪੈਂਦਾ। ਇੰਨੀ ਵਧੀਆ ਇਨਕਮ ਆ ਰਹੀ ਹੈ, 1 ਲੱਖ ਤੋਂ ਪਲੱਸ ਮੈਂ ਹੋ ਗਿਆ ਘਰ ਬੈਠੇ ਹੀ। ਸਾਨੂੰ ਹੋਰ ਇਦੋਂ ਕੀ ਚਾਹੀਦਾ? ਕਿੰਨਾ ਵਧੀਆ ਸਿਸਟਮ ਹੈ। ਔਰ ਜਿਹੜੀਆਂ ਆਪਣੇ ਵਿੱਚ ਕਮੀਆਂ ਨੇ ਆਪਾਂ ਕਿਸੇ ਸਕੂਲ ਕਾਲਜ ਦੇ ਵਿੱਚ ਨਹੀਂ ਦੂਰ ਕਰ ਸਕੇ। ਮੈਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ, ਮੌਕਾ ਹੀ ਨਹੀਂ ਮਿਲਿਆ। ਸੋ ਅਗਰ ਤੁਹਾਡੀ ਕਮੀ ਤੁਹਾਨੂੰ ਦੱਸੀ ਜਾਂਦੀ ਹੈ, ਇਸ ਨਾਲੋਂ ਵਧੀਆ ਸਿਸਟਮ ਤੁਹਾਨੂੰ ਨਹੀਂ ਮਿਲੂਗਾ। ਤੁਹਾਡਾ ਸੱਚਾ ਦੋਸਤ ਉਹ ਹੈ ਜਿਹੜਾ ਤੁਹਾਡੀਆਂ ਕਮੀਆਂ ਤੁਹਾਡੇ ਸਾਹਮਣੇ ਰੱਖੂਗਾ, ਤੁਹਾਨੂੰ ਦੂਰ ਕਰਨ ਦਾ ਮੌਕਾ ਮਿਲੂਗਾ। ਸੋ ਥੈਂਕਸ ਕਰਨਾ ਚਾਹੁੰਦਾ ਮੈਂ ਰਾਈਟ ਵੇ ਐਜੂਕੇਸ਼ਨ ਦਾ। ਸਤਿ ਸ੍ਰੀ ਅਕਾਲ ਜੀ। ਤੇ ਸਰ ਜੀ ਅਸੀਂ ਤਾਂ ਕੀ ਕਰਦੇ ਹਾਂ ਕਿ ਪੈਸੇ ਦੀ ਤਾਂ ਕੋਈ ਕਮੀ ਨਹੀਂ ਇਹਦੇ ਵਿੱਚ ਜੀ। ਅਸੀਂ ਤਾਂ 5 ਮਿੰਟ ਹੀ ਕੰਮ ਕਰਦੇ ਜੀ ਇਹਦੇ ਵਿੱਚ ਸਰ। 5 ਮਿੰਟਾਂ ਦੇ ਵਿੱਚ ਜੀ ਮੈਂ 3 ਲੱਖ ਰੁਪਇਆ ਤੋਂ ਪਲੱਸ ਕਮਾ ਲਿਆ। ਤੇ ਮੈਂ ਮੈਰਿਜ ਤੇ ਮੇਰੇ ਸਰ ਜੀ ਪ੍ਰਕਾਰ ਸਰ ਮੈਨੂੰ ਬਹੁਤ ਫੋਨ ਕਰਦੇ ਨੇ, ਸਿਕੰਦਰ ਸਰ, ਗੁਰਤੇਜ ਸਰ, ਤੇ ਵੀ ਤੂੰ ਜੇ ਕੰਮ ਕਰੇ ਤੂੰ ਬਹੁਤ ਪੈਸਾ ਕਮਾ ਸਕਦਾ ਇਹਦੇ ਵਿੱਚ। ਸਰ ਜੀ ਮਤਲਬ ਕਿ ਪਹਿਲਾਂ ਆਪਣੀ ਪ੍ਰੋਬਲਮ ਠੀਕ ਕੀਤੀ, ਮੈਨੂੰ ਮਤਲਬ ਗਲੇ ਦਾ ਹੁਣ ਵੀ ਟੌਂਸਰ ਨੇ, ਪਰ ਮੈਂ ਆਪਰੇਸ਼ਨ ਨਹੀਂ ਕਰਾਇਆ। ਮੈਂ ਇੱਕ ਦਿਨ ਬੈੱਡ ਤੇ ਪਾ ਲਿਆ ਸੀ ਡਾਕਟਰ ਨੇ ਜੀ ਸੰਗਰੂਰ, ਆਪਰੇਸ਼ਨ ਕਰਾ। ਚਲੋ ਮੈਨੂੰ ਵੀ ਬਹੁਤ ਪ੍ਰੋਬਲਮ ਸੀ, ਮੈਂ ਕਿਹਾ ਪੈਸੇ ਨੇ ਕਰਾਇਆ ਲੈ ਜਾਂਦਾ, ਉਹ ਔਖਾ ਹੋ ਜਾਂਦਾ ਕਿਉਂ ਮੈਂ ਠੰਡਾ ਪੀਂਦਾ ਜੀ, ਨਾਲ ਮੇਰਾ ਗਲ ਖਰਾਬ ਹੁੰਦਾ ਸੀ। ਤੇ ਹੁਣ ਮੈਨੂੰ ਮਤਲਬ ਜੀ ਸਾਡਾ ਆਪਰੇਸ਼ਨ ਤੋਂ ਬਚ ਗਿਆ ਜੀ। ਮੈਨੂੰ 2 ਦਿਨਾਂ ਬਾਅਦ ਮੈਂ ਸੀਪਕਤਾਨ ਖੋਲ ਲੈਣਾ ਜੀ, ਮੈਨੂੰ ਹਫ਼ਤੇ ਬਾਅਦ ਮੇਰੀ ਆਵਾਜ਼ ਉਹ ਟਾਣਾ ਬਦਲੂਗੀ। ਤੇ ਮਤਲਬ ਰਿਜ਼ਲਟ ਬਹੁਤ ਨੇ ਜੀ, ਪਰ ਮੈਂ ਕੰਮ 5 ਮਿੰਟ ਕਰਦਾ ਜੀ, 5-7 ਮਿੰਟ ਲਾ ਲਓ। 5 ਮਿੰਟ ਸਾਲ ਚ ਡੇਲੀ? ਨਹੀਂ ਡੇਲੀ 5-7 ਮਿੰਟ ਦੀ ਕੰਮ ਹੈ ਜੀ ਮੇਰਾ। ਮੇਰੇ ਪੈਕ ਮਤਲਬ ਕੈਨੇਡਾ ਦੀ ਪਾ ਗਈ 3-4 ਹੁਣ। ਮੈਂ ਮਤਲਬ ਉਹਨਾਂ ਦਾ ਮੈਨੂੰ ਰਾਤ ਫੋਨ ਵੀ ਆਇਆ ਜੀ, ਮੈਂ ਸਿਕੰਦਰ ਸਾਹਿਬ ਨਾਲ ਗੱਲ ਕਰੀ, ਉਹਨਾਂ ਦੀ ਪ੍ਰੋਬਲਮ ਮਰ ਜੂਗੀ ਉਹਨਾਂ ਨੂੰ। ਫਿਰ ਮਤਲਬ ਜੀ ਪੂਰਾ ਕੰਮ ਕਰੀਏ, ਪੈਸਾ ਵਾਧੂ ਹੈ ਜੀ। ਪੈਸਾ ਤਾਂ ਬਾਬੇ ਦੀ ਕਿਰਪਾ ਜੀ, ਪਰ ਅਸੀਂ ਝੂਠ ਨਹੀਂ ਬੋਲਦੇ ਜੀ। ਜਿੰਨਾ ਟਾਈਮ ਅਸੀਂ ਕੰਮ ਕਰਦੇ ਜੀ, ਮੈਂ 500 ਨੂੰ ਘੱਟੇ ਕਹਿੰਦਾ ਮੈਂ 4 ਮਿੰਟ ਹੀ ਕਰਦਾ ਹਾਂ। ਤੁਹਾਨੂੰ 1 ਮਿੰਟ ਵੱਧੇ ਦੱਸਿਆ ਜੀ ਨਾ, ਉਹ ਸਹੀ ਗੱਲ ਹੈ ਜੀ। ਮਤਲਬ ਕੀ ਹੈ ਕਿ ਉਹ ਜ਼ਿਆਦਾ ਝੂਠ ਬੋਲਦੇ ਨੇ ਜੀ। ਤੇ ਮਤਲਬ ਅਸੀਂ ਤਾਂ ਜੋ ਕਰਦੇ ਹਾਂ ਜੀ, ਜਿਵੇਂ ਰਾਤ ਆਪਣੇ ਸਰ ਜੀ ਦਾ ਐਨੀਵਰਸਰੀ ਦੀ ਨਾ ਜੀ, ਆਪਣੇ ਚੌਧਰੀ ਸਾਹਿਬ ਦੀ, ਅਸੀਂ ਰਾਤ ਚਲੋ ਸਾਰਾ ਸੌਰੀ ਕੇ ਮੰਗੀ ਦੀ ਰਾਤ ਨੂੰ ਲੇਟ ਹੋ ਗਏ ਥੋੜੇ ਜਿਹੇ, ਕਿਉਂ ਕੰਮ ਸਾਨੂੰ ਕਈ ਸਮੇਂ ਲੱਤਾਂ ਫਸਾ ਕੇ ਨੇ ਅਸੀਂ ਨਹੀਂ। ਹੁਣ ਅਸੀਂ ਇੱਕ ਤਾਂ ਮਿਸ਼ਨ ਨਾਲ ਜੁੜੇ ਹੋਏ ਜੀ, ਉਧਰ ਵੀ ਕੰਮ ਕਰਨਾ ਪੈਂਦਾ ਜੀ, ਉਧਰ ਕਲੈਕਸ਼ਨ ਇਕੱਠੀ ਕਰ ਰਹੇ ਹਾਂ ਤੇ ਇਧਰੋਂ ਮੇਰਾ ਰਿਸ਼ਤੇਦਾਰ ਦਾ ਕੰਮ ਹੈ ਜੀ। ਤੁਸੀਂ ਮੈਨੂੰ ਫੋਨ ਬੰਦੇ ਕਰ ਲਿਆ, ਇੰਨੇ ਫੋਨ ਆ ਰਹੇ ਨੇ, ਕਹਿੰਦਾ ਕੁੜੀ ਦਿਖਾਉਣੀ ਹੈ, ਕਹਿੰਦਾ ਮੁੰਡਾ ਦਿਖਾਉਣਾ ਹਾਂਜੀ। ਜੇ ਮਤਲਬ ਜੀ ਕਿ ਤੀਜੀ ਚੌਥੀ ਕਮਾਈ ਹੈ ਸਾਡੀ ਜੀ। ਖੇਤੀ ਦੀ ਸ਼ਰਤ ਜੀ, ਖੇਤੀ ਦਾ ਅਸੀਂ ਕੁਝ ਨਹੀਂ ਕਮਾਇਆ ਅੱਜ ਤੱਕ। ਕਦੇ ਨੌਕਰ ਬਿਮਾਰ ਹੋ ਗਿਆ ਜੀ, ਅਸੀਂ ਚਾਹ ਲੈ ਕੇ ਜਾਂਦੇ ਨੌਕਰ ਦੀ, ਜਦੋਂ ਬੋਲਦੇ ਵੀ ਤੂੰ ਯਾਰ ਕਿੱਧਰ ਵਾ ਗਿਆ ਜੀ, ਕਹਿੰਦਾ ਹੁਣ ਘਰੇ ਰਹਿ ਜਾਣਾ, ਮੇਰੇ ਬਾਪ ਦਾ ਨੌਕਰ ਰਹਿਣੀ ਮੈਂ। ਮਤਲਬ ਇਹ ਜੀ ਵੀ ਗੱਲਾਂ ਸੁਣੀਆਂ ਜੀ। ਹੁਣ ਅਸੀਂ ਬਹੁਤ ਵਧੀਆ ਉਹਨਾਂ ਨਾਲ ਚੰਗੀਆਂ ਗੱਡੀਆਂ ਇੰਜੋਏ ਕਰਦੇ ਹਾਂ ਜੀ, ਤੇ ਵਧੀਆ ਮਾਲਕ ਦੀ ਕਿਰਪਾ ਜੀ। ਕਿਰਪਾ ਮਤਲਬ ਭਰਾਵਾਂ ਦੇ ਵਿੱਚ ਰੱਬ ਹੈ ਜੀ। ਇਹਨਾਂ ਦੀ ਮਤਲਬ ਹੁਣ ਪ੍ਰਕਾਰ ਸਰ ਮੈਨੂੰ ਬਹੁਤ ਮੈਨੂੰ ਆਂਦਾ ਕਹਿੰਦਾ ਵੀ ਪਹਿਲਾਂ ਇਹਨੇ ਬੇਟੇ ਨੂੰ ਕਹਿੰਦੇ ਹੈ ਨਹੀਂ, ਚਲੋ ਹੁਣ ਤਾਂ ਸੱਚ ਦਾ ਬੋਲਣ ਲੱਗ ਗਏ ਜੀ। ਮਤਲਬ ਫਰਕ ਪਈ ਜਾਂਦਾ ਹੌਲੀ, ਕਿਉਂ ਸਾਡਾ ਸਰ ਇੱਕ ਮਿੰਟ ਵੀਰ ਜੀ, ਤੁਹਾਨੂੰ ਕੁਐਸਚਨ ਹੈਗਾ। ਦੇਖੋ ਰਿਸ਼ਤੇ ਕਰਾਉਣਾ ਕੋਈ ਸੌਖੀ ਗੱਲ ਨਹੀਂ ਵੀ ਵਿਚੋਲਾ ਵਿੱਚ ਪਲੱਸ ਓਲਾ ਹੁੰਦਾ ਹੈ, ਠੀਕ ਹੈ ਨਾ। ਉਧਰ ਆਪਾਂ ਨੂੰ ਝੂਠ ਵੀ ਬੋਲਣਾ ਪੈਂਦਾ, ਫਿਰ ਰਿਸ਼ਤਾ ਸਿਰੇ ਚੜਦਾ। ਝੂਠ ਨਹੀਂ ਬੋਲਦੇ ਨਹੀਂ ਕੁਝ ਪਰਸੈਂਟ ਹੋ ਜਾਂਦਾ, ਤੁਹਾਡੇ ਬੋਲਦੇ ਨੇ, ਪਰ ਤੁਹਾਨੂੰ ਉਹ ਕੰਮ ਔਖਾ ਲੱਗਦਾ ਕਿ ਇਧਰ ਹੁਣ ਸੌਖਾ ਲੱਗਿਆ। ਨਹੀਂ ਇਹ ਕੰਮ ਤਾਂ ਇਹਦਾ ਸਾਰਿਆਂ ਨੂੰ ਸੌਖਾ ਹੀ ਭੈਣ ਜੀ। ਮਤਲਬ ਕੀ ਹੁਣ ਅਸੀਂ ਹਿੱਤਾ ਕਰਾਉਣ ਜਾਂਦੇ ਹਾਂ, ਅਸੀਂ ਮਤਲਬ ਐਂ ਹੁੰਦਾ ਵੀ ਸਾਡਾ ਪੱਕਾ ਹੋ ਗਿਆ ਜੀ। ਉਦੋਂ ਬਾਅਦ ਕੋਈ ਸੂਈ ਛੱਡ ਦਿੰਦਾ ਮਾੜੀ ਜਿਹਾ, ਕਹਿੰਦੇ ਯਾਰ ਮੁੰਡਾ ਤਾਂ ਦਾਰੂ ਪੀਂਦਾ, ਉਹ ਨਿਕਲ ਜਾਂਦਾ ਜੀ ਨਾਲ। ਇੱਧਰ ਦਾ ਬੈਗ ਤਾਂ ਪੱਕੀ ਹੈ ਜੀ। ਅਸੀਂ 2 ਵਾਰੀ ਟਰਾਈ ਮਾਰੀ, ਤੀਜੀ ਵਾਰ ਬੰਦਾ ਲੈ ਜਾਂਦਾ ਜੀ। ਮਤਲਬ ਬਹੁਤ ਵਧੀਆ ਮਤਲਬ ਉਹ ਚੀਜ਼ ਹੈ ਜੀ। ਗੱਲ ਜੀ ਵਾਧੂ ਪੈਸਾ ਹੈ, ਬਾਕੀ ਆਪਣਾ ਸਰੀਰ ਸੈੱਟ ਹੈ ਜੀ। ਮੇਰਾ ਕਦੇ ਕਦੇ ਜੀ ਕਰਦਾ ਹੁੰਦਾ ਜੀ, ਜਦੋਂ ਮੇਰੇ ਮਿਸਤਰੀ ਜਾਂਦੇ ਵਿਸ਼ਾਲ ਵਾਲਾ ਕੋਠੇ ਤੋਂ, ਉਹ ਕਹਿੰਦੇ ਯਾਰ ਤੂੰ ਬੋਲਾ ਨੂੰ ਮਾਰ ਕੇ ਦਿਖਾ ਜਾ। ਮਤਲਬ 40-40 ਫੁੱਟ ਦੀਆਂ ਕੋਠੀਆਂ ਨੇ ਜੀ। ਮਤਲਬ ਇੰਨਾ ਮਤਲਬ ਐਕਸਾਈਟਮੈਂਟ ਹੋ ਗਈ ਸਰੀਰ ਦੇ ਵਿੱਚ, ਪੂਰੀ ਤੰਦਰੁਸਤੀ ਹੈ ਜੀ। ਮੈਂ 30 ਸਾਲ ਦਾ ਬੰਦਾ ਬੜਾ ਹੋਇਆ ਜੀ, 48 ਸਾਲ ਦੀ ਉਮਰ ਹੈ ਜੀ। ਮੈਂ ਦੱਸੋ ਕਿਹੜਾ ਕਹਿੰਦਾ। ਥੈਂਕ ਯੂ ਸਾਰਿਆਂ ਨੂੰ ਮੇਰੇ ਕੋਲ। ਹਾਂਜੀ ਸਰ, ਇਹਦੇ ਨਾਲ ਮੈਂ ਰਿਜ਼ਲਟ ਲੈ ਕੇ ਸਟਾਰਟ ਕਰਿਆ ਸੀ MYL ਦੇ ਪ੍ਰੋਜੈਕਟ ਵਾਸਤੇ 2020 ਦੇ ਵਿੱਚ। ਮੈਨੂੰ ਆਪ ਖੁਦ ਨੂੰ ਦਿੱਕਤਾਂ ਸੀ, ਦਿੱਕਤਾਂ ਦੇ ਨਾਲ ਮੈਨੂੰ ਜ਼ਿਆਦਾ ਵੀਕਨੈਸ ਬਹੁਤ ਜ਼ਿਆਦਾ ਸੀ। ਮੈਡੀਸਨ ਯੂਜ਼ ਕਰਦੇ ਬਹੁਤ ਟਾਈਮ ਹੋ ਗਿਆ ਸੀ, ਕਾਫੀ ਵਾਰ ਮੈਂ ਰਿਜ਼ਲਟ ਵੀ ਆਪਣੇ ਸ਼ੇਅਰ ਕਰ ਦਿੱਤੇ। ਤੇ ਮੈਨੂੰ ਕੰਮ ਦੇ ਨਾਲ ਇਸ ਕੰਮ ਸਟਾਰਟ ਕਰਾਈ, ਰਿਜ਼ਲਟ ਤੇ ਲੈਣ ਤੋਂ ਬਾਅਦ ਪਤਾ ਲੱਗਿਆ ਵੀ ਇਹਦੇ ਵਿੱਚ ਇਨਕਮ ਵੀ ਹੈ, ਕੰਮ ਵੀ ਵਧੀਆ। ਪਹਿਲਾਂ ਮੈਂ ਆਪਣੇ ਘਰੋਂ ਹੀ ਬਿਮਾਰੀ ਕੱਢੀ ਜੀ। ਮੈਨੂੰ ਆਪ ਖੁਦ ਨੂੰ ਦਿੱਕਤ ਸੀ, ਡੈਡੀ ਨੂੰ ਦਿੱਕਤ ਸੀ,
ਮੈਂ 8-9 ਹਜ਼ਾਰ ਰੁਪਏ ਮਹੀਨੇ ਦਾ ਅਸੀਂ ਦੋਨਾਂ ਦੀ ਚੱਲਦਾ ਸੀ, ਪਰ ਮੰਥ ਸਾਡਾ ਲੱਗਦਾ ਹੀ ਸੀ। ਡਾਕਟਰਾਂ ਦੇ ਜਾਣਾ ਆਉਣਾ, ਗੇੜਾ ਲਾਉਣਾ, ਡਾਕਟਰਾਂ ਦੀ ਦਵਾਈ ਸੀ। ਉਧਰੋਂ ਦਾ ਪੈਸਾ ਬਚਾਇਆ ਜੀ। ਇਹਦੇ ਵਿੱਚੋਂ ਵੀ ਮੈਂ 2 ਲੱਖ ਤੋਂ ਪਲੱਸ 2.25 ਲੱਖ ਰੁਪਏ ਲੈ ਚੁੱਕਾ ਜੀ। ਨਾਲ ਖੇਤੀਬਾੜੀ ਕਰਕੇ ਆਨਲਾਈਨ ਜ਼ਿਆਦਾ ਮੈਂ ਕੰਮ ਕਰ ਰਿਹਾ, ਆਫਲਾਈਨ ਮੈਨੂੰ ਤਾਂ ਬਹੁਤ ਘੱਟ ਮਿਲ ਰਿਹਾ। ਹੈਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਆਪਣੇ MI ਕੰਪਨੀ ਦੀ ਜਨਮ ਦਿਨ ਦੀਆਂ ਸਭ ਨੂੰ ਮੁਬਾਰਕਾਂ ਜੀ। ਤੇ ਮੈਂ ਪਹਿਲਾਂ ਸਭ ਤੋਂ ਆਪਣੇ ਰਿਜ਼ਲਟ ਦਾ ਬੋਡੀ ਸਰਵਿਸ ਦਾ ਜੀ। ਤੇ ਆਪਾਂ ਨੂੰ ਸਭ ਨੂੰ ਇਹ ਪਹਿਲਾਂ ਆਪਣੇ ਦੀ ਰਿਜ਼ਲਟ ਲੈਣਾ ਚਾਹੀਦਾ, ਤਾਂ ਫਿਰ ਬੰਦਾ ਦਿਲ ਖੋਲ ਕੇ ਸਭ ਨੂੰ ਦੱਸ ਸਕਦਾ ਹੈ। ਤੇ ਮੈਂ ਮੈਡੀਕਲ ਸਟੋਰ ਚਲਾਉਣਾ ਗੜਬੇ ਤੇ ਫਰੈਂਚਾਈਜ਼ੀ ਵੀ ਹੈ ਮੇਰੇ ਕੋਲੇ। ਤਕਰੀਬਨ ਮੈਂ ਜਿਹੜਾ ਮੇਰੇ ਕੋਲ ਕੋਈ ਪੇਸ਼ੈਂਟ ਆਉਂਦਾ ਹੈ ਵੀ ਮੈਂ MIL ਦੇ ਪ੍ਰੋਡਕਟ ਦੀ ਪਹਿਲਾਂ ਫੋਕਸ ਲਾਉਣਾ ਆਪਦਾ। ਤੇ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਕੋਈ ਆ ਕੇ ਭੈਣ ਭਾਈ ਕਹਿੰਦਾ ਹੈ ਵੀ ਹਾਂਜੀ ਮੈਂ ਠੀਕ ਹੈ। ਤੇ ਮੈਂ ਪੈਕ ਵੀ ਤਕਰੀਬਨ ਮੇਰੇ ਘੱਟ ਹੀ ਲੱਗਦੇ ਨੇ, ਜਾਂ ਤਾਂ ਮੈਂ ਸਿੰਗਲ ਪ੍ਰੋਡਕਟ ਹੀ ਦਿੰਦਾ। ਜਿਵੇਂ ਨੋਨੀ ਹੋਈ, ਨੋਨੀ ਤੇ ਮੈਨੂੰ ਬਹੁਤ ਜ਼ਿਆਦਾ ਵਧੀਆ, ਤਕਰੀਬਨ ਮੈਂ 50 ਤੋਂ ਪਲੱਸ ਰਿਜ਼ਲਟ ਲੈ ਚੁੱਕਿਆ ਹੈ। ਜਿਹਦੇ ਗੋਡੇ ਦਰਦ ਨੇ, ਕੂਹੇ ਦਰਦ ਨੇ ਤੇ ਵੀਕਨੈਸ ਹੈ। ਤੇ ਆ ਥੋੜੇ ਦਿਨ ਪਹਿਲਾਂ ਮੈਂ ਇਕੱਲਾ ਅਲਵੇਰਾ ਹੀ ਦਿੱਤਾ ਕਿਸੇ ਭੈਣ ਭਾਈ ਨੂੰ ਆਪਣੇ ਨੂੰ, ਤੇ ਉਹਨੂੰ ਤੇਜ਼ਾਬ ਬਹੁਤ ਜ਼ਿਆਦਾ ਸੀਗਾ। ਤੇ ਉਹਨੇ ਤਕਰੀਬਨ ਮੈਨੂੰ ਕੱਲ ਆ ਕੇ ਦੱਸਿਆ ਜੀ ਸਿਰਫ 5 ਦਿਨ ਹੋਏ ਨੇ। ਤੇ ਜਿਹੜੇ ਉਹ ਖੱਟੇ ਮਿੱਠੇ ਢਕਾਰ ਸੀਗੇ ਤਕਰੀਬਨ ਕਹਿੰਦਾ ਜੀ ਮੈਂ 100% ਠੀਕ ਹੈ। ਤੇ ਲਗਾਤਾਰ ਲੈ ਰਿਹਾ ਉਹ, ਤੇ ਐਦਾਂ ਮੈਂ ਬਹੁਤ ਵਧੀਆ ਰਿਜ਼ਲਟ ਲੈ ਰਿਹਾ। ਤੇ ਆਪਣੇ ਵੀ ਬਹੁਤ ਵਧੀਆ ਲਿੱਤੇ ਨੇ। ਤੇ ਪੈਸੇ ਥੋੜੇ ਜਿਹੇ ਘੱਟ, ਮੈਂ ਬਾਹਰ ਤਾਂ ਘੱਟ ਜਾਂਦਾ ਜੀ, ਦੁਕਾਨ ਦੀ ਰਹਿੰਦਾ। ਤੇ ਨਾ ਮੇਰਾ ਪੈਸੇ ਦਾ ਕੰਮ ਹੈ, ਇਸ ਕਰਕੇ ਮੈਂ ਬਿਜ਼ੀ ਰਹਿਣ ਕਰਕੇ ਵੀ ਬਾਹਰ ਨਹੀਂ ਜਾਇਆ ਜਾਂਦਾ। ਤੇ ਮੈਂ ਸੌਰੀ ਫੀਲ ਕਰਦਾ, ਜੇਕਰ ਮੈਂ ਇਹ ਜ਼ਿਆਦਾ ਕੰਮ ਕਰਾਂ ਤਾਂ ਬਹੁਤ ਇਨਕਮ ਲੈ ਸਕਦਾ ਹੈ। ਤੇ ਸਿੰਗਲ ਪ੍ਰੋਡਕਟ ਦੀ ਮੈਨੂੰ ਬਹੁਤ ਵਧੀਆ ਇਨਕਮ ਆ ਰਹੀ ਹੈ ਮੈਡੀਕਲ ਸਟੋਰ ਦੇ ਨਾਲ। ਠੀਕ ਹੈ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਾਮ ਅਮਰਜੀਤ ਸਿੰਘ ਦਰਬੇ ਤੋਂ ਬਿਲੋਂਗ ਕਰਦੇ ਹਾਂ ਜੀ। ਮੁਬਾਰਕਾਂ ਸਾਰਿਆਂ ਨੂੰ ਪਹਿਲਾਂ ਤਾਂ MIL ਦਾ ਜਨਮ ਦਿਨ ਦੀਆਂ। ਤੇ ਅੱਜ ਤੋਂ 2.5 ਸਾਲ ਪਹਿਲਾਂ ਰਿਜ਼ਲਟ ਦੇ ਫੇਸ ਤੇ ਆਏ ਸੀਗੇ, ਕਿਸੇ ਨੂੰ ਪ੍ਰੋਬਲਮ ਸੀਗੀ। ਤੇ 8-9 ਸਾਲ ਤੋਂ ਦਵਾਈਆਂ ਖਾਂਦੇ ਸੀਗੇ। ਉਹਨਾਂ ਨੂੰ ਦਵਾਈਆਂ ਐ ਲਾ ਲਓ ਵੀ ਛੁੱਟੀਆਂ 6-7 ਹਜ਼ਾਰ ਰੁਪਏ ਮਹੀਨਾ ਖਰਚਾ ਆਉਂਦਾ ਸੀ ਉਹਨਾਂ ਦਾ। ਤੇ ਰਿਜ਼ਲਟ ਲੈ ਤਾਂ ਪਤਾ ਲੱਗਿਆ ਕਿ ਇਹਦੇ ਵਿੱਚ ਬਿਜ਼ਨਸ ਵੀ ਹੈ, ਖੇਤੀਬਾੜੀ ਵੀ ਕਰਦੇ ਸੀਗੇ ਤੇ ਕੰਬਾਈਨਾਂ ਦਾ ਵੀ ਕੰਮ ਸੀਗਾ। ਉੱਧਰ ਥੋੜਾ ਨਾਲ ਕਰਦੇ 2.5 ਮਤਲਬ ਕਿ ਪੌਣੇ 3 ਸਾਲ ਦੇ ਵਿੱਚ 3 ਪਲੱਸ ਹੈ ਇਨਕਮ। ਪਰ ਜਿੱਦਾਂ ਜੇ ਗੱਲ ਕਰੀਏ ਵੀ ਜੇ ਆਪਾਂ ਪਾਰਟ ਮਤਲਬ ਕਿ ਫੁੱਲ ਟਾਈਮ ਕੰਮ ਕਰੀਏ ਤਾਂ ਇਹਦੇ ਵਿੱਚੋਂ ਪੈਸਾ ਬਹੁਤ ਨਿਕਲ ਸਕਦਾ ਹੈ। ਪਰ ਕੋਸ਼ਿਸ਼ ਇਹ ਹੈ ਵੀ ਜਿੰਨਾ ਹੋ ਸਕੇ ਕਰਦੇ ਰਹੀਏ। ਜਿੰਨੀ ਮਤਲਬ ਕਿ ਮਿਹਨਤ ਕਰ ਲਾਂਗੇ ਉਹਨਾਂ ਪੈਸਾ ਚੋਂ ਕੱਢ ਲਾਂਗੇ। ਪੈਸਾ ਬਹੁਤ ਹੈ ਇਹਦੇ ਵਿੱਚ, ਪਰ ਮਜਬੂਰੀਆਂ ਕਈ ਇਹੀ ਆਉਂਦੀਆਂ ਨੇ ਵੀ ਘਰ ਚੋਂ ਹਾਲਾਤ ਦੇਖਣੇ ਪੈਂਦੇ ਨੇ। ਮੈਨੂੰ ਥੋੜ੍ਹਾ 6-7 ਮਹੀਨੇ ਹੋ ਗਏ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ, ਕੋਈ ਪਰਸਨਲ ਪ੍ਰੋਬਲਮ ਕਰਕੇ। ਵੀ ਇਨਕਮ ਦਾ ਜਿਵੇਂ ਇਹਨਾਂ ਨੇ ਦੱਸਿਆ ਵੀ 3-4 ਇਨਕਮਾਂ ਨੇ, ਵੀ ਇਨਕਮ ਦਾ ਗੱਲੇ ਛੱਡ ਦੋ, ਜੇ ਮਿਹਨਤ ਕਰਾਂਗੇ ਤਾਂ ਸਭ ਕੁਝ ਹੈ। ਤਾਂ ਥੈਂਕ ਯੂ। ਜਦੋਂ ਮੈਂ ਇਹਨਾਂ ਨੂੰ ਪਹਿਲੀ ਵਾਰ ਦੇਖਿਆ ਕੰਪਾਈਨਾਂ ਦੇ ਜਾਂਦੇ ਸੀਗੇ, ਮੇਰੇ ਮੂਹਰੇ ਮੈਨੂੰ ਲੈਣ ਆਏ, ਬੱਸ ਸਟੈਂਡ ਦੇ ਮੂਹਰੇ ਖੜੇ ਮਤਲਬ ਮੇਰੇ ਸਾਹਮਣੇ ਖੜੇ। ਮੈਨੂੰ ਕੋਈ ਇਹਨਾਂ ਦਾ ਚਿਹਰਾ ਪਹਿਚਾਣ ਨਾ ਵੀ ਪਤਾ ਹੀ ਹੈ ਜਦੋਂ ਆਪਾਂ ਧੂੜ ਕੰਡ ਦਾ ਕੋਈ ਕੰਮ ਕਰਾਂਗੇ ਤਾਂ ਚਿਹਰਾ ਬਿਲਕੁਲ ਕਾਲਸ ਜਿਹੜੀ ਸੀ ਮੂੰਹ ਦੇ ਉੱਤੇ ਲੱਗੀ ਹੋਈ ਸੀਗੀ। ਮੇਰੇ ਮੂਹਰੇ ਖੜੇ ਹੱਥ ਕਰੀ ਜਾਣ ਵੀ ਮੈਂ ਖੜਿਆ ਹੈਗਾ, ਮੈਂ ਨਹੀਂ ਜਾਣਦੀ ਜੀ। ਜਦੋਂ ਬੱਸ ਸਟੈਂਡ ਜਦੋਂ ਇਹਨਾਂ ਨੇ ਦੱਸਿਆ ਮਤਲਬ ਵੀ ਮੈਨੂੰ ਵੀ ਮੈਂ ਆਂਗਾ ਵੀ ਚਲੋ ਮੇਰੇ ਨਾਲ ਚੱਲੋ, ਫਿਰ ਪਹਿਚਾਣ ਜਾਇਆ। ਪਰ ਮੈਨੂੰ ਜਦੋਂ ਅੱਜ ਦੇਖਦੀ ਹਾਂ ਮੈਨੂੰ ਮਨ ਨੂੰ ਵੀ ਆਪਣੇ ਆਪ ਨੂੰ ਵੀ ਹੌਸਲਾ ਹੁੰਦਾ ਹੈ ਕਿ ਮੇਰਾ ਭਰਾ ਵੀ ਅੱਜ ਦੀ ਘੜੀ ਜੋ ਕਿ ਜਿੱਦਾਂ ਇਦਾਂ ਘਰੋਂ ਨਿਕਲਦਾ ਜਿੱਦਾਂ ਕੋਈ ਮੈਚ ਵਗੈਰਾ ਤੇ ਜਾਂਦੇ ਹੈਗੇ। ਸੋ ਪਹਿਲਾਂ ਇਦਾਂ ਦਾ ਨਹੀਂ ਕਦੇ ਦੇਖਿਆ ਸੀਗਾ। ਸੋ ਵੀਰੇ ਤੈਨੂੰ ਕਿਵੇਂ ਲੱਗ ਰਿਹਾ ਹੈਗਾ ਹੁਣ? ਦੇਖੋ ਇਹ ਸਿਸਟਰ ਹੈ ਜੀ ਮੇਰੀ। ਬਾਕੀ ਮੈਂ ਦੇਣ ਤਾਂ ਇਹਨਾਂ ਦੀ ਨਹੀਂ ਦੇ ਸਕਦਾ, ਕਿਉਂਕਿ ਪਹਿਲਾਂ ਮੈਂ ਕਹਿੰਦਾ ਸੀਗਾ ਵੀ ਮੌਤ ਦੇ ਮੂੰਹ 'ਚ ਰਹਿੰਦੇ ਸੀਗੇ ਹਰ ਵਕਤ। ਜੇ ਆਪਾਂ ਗੱਲ ਕਰੀਏ ਕੰਪਾਈਨਾਂ ਦੀ ਕੋਈ ਐਡਾ ਕੰਪਨੀ ਮੈਡ ਚੀਜ਼ਾਂ ਨਹੀਂ ਹੈਗਾ, ਪਿੱਛੋਂ ਕਟਾਈ ਹੁੰਦੀ ਹੈ ਇਹਨਾਂ ਦੀ। ਬਾਹਰਲੇ ਜਾ ਕੇ ਡਰਾਈਵਰੀ ਦੇਖੀ ਆਪਾਂ ਕਹਿੰਦੇ ਨਾ ਵੀ ਗੱਡੀਆਂ ਚਲਾ ਲਈ, ਮੈਂ ਗਾ ਲਈ ਖਤਰਨਾਕ ਪਹਾੜੀ ਨੇ ਛੱਤੀਗੜ੍ਹ ਦੇ ਵਿੱਚ। ਬਲਕਾਰ ਸਰ ਵੀ ਘੁੰਮੇ ਨੇ, ਇਹਨਾਂ ਨੂੰ ਵੀ ਪਤਾ ਹੈ। ਮਤਲਬ ਕਿ ਮਾੜਾ ਵੀ ਉੱਥੇ ਕਹਿੰਦਾ ਪਹਾੜੀਆਂ ਦੇਖ ਕੇ ਮੈਂ ਨਹੀਂ ਚਲਾ ਸਕਦਾ ਇੱਥੇ। ਮੈਂ ਮਤਲਬ ਕਿ ਪਰਮਾਤਮਾ ਵੱਲੋਂ ਇਹੋ ਜਿਹਾ ਸੀਗਾ ਵੀ ਮੈਂ ਬੇਨਿਡਰ ਹੋ ਕੇ ਵੀ ਉੱਥੇ ਪਹਾੜੀ ਦੇ ਵਿੱਚ ਮਸ਼ੀਨਾਂ ਚਲਾਈਆਂ ਨੇ। 18 ਕਿਲੋਮੀਟਰ ਹੈ, ਇੱਕ ਤਾਂ ਢਾਲ ਹੈ। ਪਰ ਉੱਥੇ ਕੰਮ ਕੀ ਸੀਗਾ, ਜਿਹੜੇ ਆਪਣੇ ਤੁਸੀਂ ਦੇਖੇ ਹੋਣੇ ਆਦੀਵਾਸੀ ਜਿਹੜੇ ਜੰਗਲਾਂ 'ਚ ਲੋਕ ਰਹਿੰਦੇ ਨੇ, ਉਹਨਾਂ ਦੇ ਘਰ ਦੀ ਵੀ ਰੋਟੀ ਖਾਧੀ ਹੈ ਜੀ। ਇੰਨੀ ਗਰੀਬੀ ਦਾ ਮੇਰੀ ਵੀ ਰੋਟੀ ਖਾਧੀ ਹੈ। ਜੰਗਲਾਂ ਦੇ ਵਿੱਚ ਸੁੱਤੇ ਆ ਕੇ ਮੌਤ ਦੇ ਮੂੰਹ 'ਚ ਹਰ ਵਕਤ। ਸੱਪ ਨਾ ਇੱਥੇ ਲੱਤਾਂ ਦੇ ਆਲਾ ਵਿਆਹ ਦੇ ਵਿੱਚ ਲੱਤਾਂ ਨਾਲ ਲਿਪ ਜਾਂਦੇ ਸੱਪ ਆ ਕੇ। ਐਡੇ ਦਿਨ ਦੇਖੇ, ਪਰ ਜਿਸ ਦਿਨ ਤੋਂ ਇੱਧਰ ਭਾਜੀ ਚਲੋ ਅੱਜ ਨਹੀਂ ਰਹੇ, ਉਹ ਮੈਨੂੰ ਇਸ ਦਿਨ ਲੈਣ ਦੇ ਵਿੱਚ ਲੈ ਕੇ ਆਏ। ਤੋ ਮੈਂ ਇਹਨਾਂ ਦਾ ਥੈਂਕਸ ਕਰਦਾ ਵੀ ਜਿਹੜਾ ਮੈਨੂੰ ਇਹਦੇ ਵਿੱਚ ਲੈ ਕੇ ਆਇਆ, ਮੇਰੇ 'ਚ ਇੰਨਾ ਚੇਂਜਸ ਆਇਆ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਜਿਵੇਂ MIL ਦਾ ਜਨਮ ਦਿਨ ਵੀ ਹੈ, ਮੈਂ ਤਾਂ ਕਹਿੰਦਾ ਵੀ ਇਕੱਲਾ MIL ਦਾ ਨਹੀਂ, ਸਾਡਾ ਸਾਰਿਆਂ ਦਾ ਵੀ ਹੈ।
ਤੇ ਕਿਉਂਕਿ ਜਿਵੇਂ ਆਪਾਂ ਬਹੁਤ ਚੰਗੇ ਆਪਣੇ ਕਹਿ ਲਈ ਵੀ ਚੰਗੇ ਕਰਮ ਆ, ਸੁੱਤੇ ਕਰਮ ਜਿਹੜੇ ਅੱਜ ਆਪਣੇ ਜਾਗਦੇ ਆ, ਜੋ ਕਿ ਸਾਨੂੰ ਇਹ ਜਿਹੜਾ ਰਾਈਟ ਟੂ ਐਜੂਕੇਸ਼ਨ ਦਾ ਜਿਹੜਾ ਸਾਨੂੰ ਸਿਸਟਮ ਮਿਲਿਆ ਹੈਗਾ ਆ, ਸੋ ਬਹੁਤ ਵਧੀਆ। ਕਿਉਂਕਿ ਪੂਰਬ ਕਰਮ ਪਰ ਜਗ ਪ੍ਰਗਟੇ ਪੈਟਿਓ ਪਰ ਰਸ ਵਿਰਾਗੀ ਮਿਟਿਓ ਹੁੰਦੇਰ ਮਿਲਤਾ ਨਾਨਕ ਜਨਮ ਜਨਮ ਕੀ ਸੋਈ ਜਾਗੀ। ਸੋ ਸਾਡੇ ਜਨਮਾਂ ਜਨਮ ਦੇ ਸੁੱਤੇ ਕਰਮ ਜਿਹੜੇ ਜਾਗ ਪਏ ਆ, ਸਾਨੂੰ ਬਹੁਤ ਚੰਗੇ ਵਧੀਆ ਕਰਮ ਸਾਨੂੰ ਮਿਲ ਗਏ ਆ, ਕਿਉਂਕਿ ਸਾਨੂੰ ਐਡਾ ਵਧੀਆ ਜਿਹੜਾ ਸਾਥ ਮਿਲਦਾ ਰਾਈਟ ਵਿੱਚ ਕੋਈ ਸਿਸਟਮ ਦਾ, ਨਿਤ ਸਾਨੂੰ ਇੱਥੋਂ ਸਿੱਖਣ ਨੂੰ ਮਿਲਦਾ ਔਰ ਅੱਗੇ ਸਿੱਖ ਕੇ ਸਿਖਾਉਣ ਨੂੰ ਮਿਲਦਾ। ਆਪ ਸਿੱਖੀਏ ਤੇ ਸਿੱਖ ਕੇ ਅੱਗੇ ਸਿਖਾਈਏ ਤੇ ਕਮਾਈਏ। ਸੋ ਮੈਂ ਉਸ ਵੀਰ ਦਾ ਧੰਨਵਾਦ ਕਰਦਾ ਜੋ ਕਿ ਵੈਦ ਖਾਲਸਾ ਜੀ ਲੋਹੀਆਂ ਤੋਂ ਸਨ। ਮੈਂ ਉਹਨਾਂ ਦਾ ਧੰਨਵਾਦ ਰਹਿੰਦੇ ਸਵਾਸਾਂ ਤੱਕ ਕਰਦਾ ਰਹਾਂਗਾ ਜਿਨ੍ਹਾਂ ਮੈਨੂੰ ਇਸ ਸਿਸਟਮ ਦੇ ਨਾਲ ਜੁੜਨਾ ਕੀਤਾ। ਜੇ ਕਿ ਮੈਨੂੰ ਨਾ ਜੋੜਦੇ, ਨਾ ਮਿਲਦੇ, ਉਹਨਾਂ ਨੂੰ ਨਾ ਮਿਲਾਪ ਹੁੰਦਾ, ਕਿ ਕਰਮ ਸੁੱਤੇ ਹੋਏ ਨਾ ਜਾਗਦੇ, ਤਾਂ ਇਸ ਅੱਜ ਇਸ ਸਟੇਜ ਤੇ ਨਹੀਂ ਸੀ ਆਉਣਾ। ਸੋ ਰਿਜ਼ਲਟ ਲੈ ਕੇ ਮਾਤਾ ਜੀ ਉਹਨਾਂ ਤੇ ਜਿਹੜਾ ਇਹ ਸ਼ੁਰੂਆਤ ਕੀਤੀ ਔਰ ਰਿਜ਼ਲਟ ਤੋਂ ਸ਼ੁਰੂਆਤ ਕਰਕੇ ਆਪਾਂ ਅੱਜ ਬਹੁਤ ਵਧੀਆ ਜਿਹੜਾ ਕਿ ਕਹਿ ਲਈ ਕਿ ਲਗਭਗ 2 ਲੱਖ ਦੇ ਆਸ-ਪਾਸ ਉੱਪਰ ਹੀ ਹੋਊਗਾ। ਸੋ ਇਸ ਨੂੰ ਮਾਰਕੀਟ ਉਹ 10-2.5 ਲੱਖ ਤੋਂ ਉੱਪਰ ਹੀ ਇਨਕਮ ਜਿਹੜੀ ਲੈ ਚੁੱਕੇ ਔਰ 10 ਟਾਈਮ ਵੀ ਬਹੁਤ ਘੱਟ ਦਿੰਦੇ। ਜਿਵੇਂ ਸਾਡੇ ਵੀਰ ਕਹਿੰਦੇ ਵੀ ਸੱਚ ਬੋਲਣਾ ਚਾਹੀਦਾ। ਬਾਕੀ ਜਿਹੜਾ ਰਿਸ਼ਤਾ ਹੁੰਦਾ ਹੈ ਤੇ ਉਹ ਜਿਹੜਾ ਕਹਿੰਦੇ ਨੇ ਵਿਚੋਲਾ ਵਿੱਚ ਓਲਾ, ਵਿਚੋਲੇ ਦਾ ਭਾਵ ਕੀ ਹੁੰਦਾ ਵਿੱਚ ਓਲਾ ਵੀ ਉਧਰ ਉਧਰ ਹੀ ਝੂਠ ਬੋਲ ਕੇ ਤੇ ਕਿਸੇ ਚੀਜ਼ ਨੂੰ ਆਪਾਂ ਸਿਰੇ ਚੜ੍ਹਨਾ। ਸਾਡੇ ਕੰਮ ਵਿੱਚ ਸੱਚ ਹੈ ਜਿਹੜਾ ਆਪਾਂ ਹਮੇਸ਼ਾ ਲੈ ਕਰਕੇ ਚੱਲੇ, ਸਾਨੂੰ ਸਿਖਾਇਆ ਹੀ ਸੱਚ ਜਾਂਦਾ ਤੇ ਸੱਚ ਹੀ ਬੋਲਣਾ ਹੈ, ਸੱਚ ਹੀ ਬੋਲਾਂਗੇ ਤੇ ਆਪਣੇ ਰਿਜ਼ਲਟ ਵੀ ਜਿਹੜੇ ਮਾਲਿਕ ਦੀ ਕਿਰਪਾ ਦੇ ਨਾਲ ਔਰ ਵੀਰ ਜਿਨ੍ਹਾਂ ਨੂੰ ਆਪਾਂ ਤੇ ਪੈਕ ਦਿੰਦੇ ਖਾਸ ਕਰਕੇ खुदा मंजूर करता है जब दुआ दिल से होती है, मुश्किल तो ये है जे मुश्किल से होती है। अरदास मुश्किल ना अंदरों जो भावना एक आत्मा ते परमात्मा का सुमेल है। जी अरदास है चाहे वो मक्खन साल पाना एक जहाज डुबदा बेड़ा सीगा कह लीए, तो अरदास उत्थे भी प्रवान हो गई थी। जरूरी नहीं गुरु नानक जी घर में आप अरदास करते हैं जाके, अरदास कितने भी हो सकती, इत्थे बैठे भी अरदास हो सकती है। जो आप किसी को पैकेज देने अरदास करके मालिक का नाम लेके तो उसकी बैकग्राउंड जरूर करा करिए। वाहिगुरू जी का खालसा, वाहिगुरू जी की फतेह। जन्म दिहाड़ा कह लीए आप MYL नाल मुबारकबाद है जी सारे भैणां ते वीरां नूं। जिवें अज अपना सरदार शहीद भगत सिंह जी का भी अज शहीदी दिहाड़ा है। जिवें आपां गल करिए भी उन्होंने आपां नूं देश को आज़ादी दिवाई सी, ते अज आपां जे गल करिए जिहड़े अपना मिशन है बीमारी दे बेरोजगारी, आपां बीमारी तो भी बहुत परसनां नूं आज़ादी दिवा रहे हैं। अपने वास्ते भी मतलब अज जे कह लीए एक बहुत वधिया दिन है। ते दोस्तों इनकम तो आप ले ही रहे हैं नाल, ते सब तो वड्डी गल है सेहत की, क्योंकि पहला तकरीबन ज़्यादातर आप परसन जुड़े हाँ सेहत की वजह नाल, क्योंकि किसी ना किसी कोई प्रॉब्लम हैगी सी। उन्होंने प्रोडक्ट यूज किए ते अपने ते रिजल्ट लिया ते फेत होया। फिर अगे उन्होंने मतलब नाल रेटिव एजुकेशन की मतलब जी आपां नूं प्रमोशन करन दा आपां नूं ढंग दस्सिया भी तुसीं नाल जिवें तुसीं आप ठीक होए हो तुसीं होर नूं भी ठीक कर सकते हो, तुसीं अपना बिजनेस भी स्टार्ट कर सकते हो। उस दे नाल आपां ने अपना बिजनेस भी स्टार्ट किया ते नाल जिवें आपां पहलां काम कर रहे सी वो भी काम कर रहे हैं। पार्ट टाइम काम करते करते भी अज तकरीबन आपां 2.5 ਤੋਂ 3 ਲੱਖ इनकम लै चुके हैं जी। ਤੇ ਬਹੁਤ ਵਧੀਆ ਕੰਮ ਹੈ ਜੀ। ਤੇ ਆਪਾਂ ਇਹ ਕਹਾਂਗੇ ਵੀ ਆਪਣਾ ਨਾਲ ਜਦੋਂ ਤੁਸੀਂ ਜੁੜੋਗੇ ਨਾ ਰੈਟਿਵ ਐਜੂਕੇਸ਼ਨ ਨਾਲ ਜੁੜੇ ਰਹੋਗੇ ਤਾਂ ਤੁਹਾਨੂੰ ਹਰ ਇੱਕ ਚੀਜ਼ ਦਾ ਪਤਾ ਲੱਗੂਗਾ, ਕਿਉਂਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਚੇਂਜ ਆਉਣਗੇ। ਤੁਹਾਨੂੰ ਪਤਾ ਲੱਗੂਗਾ ਵੀ ਅਸਲ 'ਚ ਜ਼ਿੰਦਗੀ ਦੇ ਵਿੱਚ ਹੈ ਕੀ ਹੈ, ਕਿਉਂਕਿ ਸਭ ਤੋਂ ਵੱਡੀ ਗੱਲ ਹੈ ਜੀ ਜ਼ਿੰਦਗੀ ਦੇ ਵਿੱਚ ਸਿੱਖਣਾ। ਜਦੋਂ ਆਪਾਂ ਸਿੱਖਦੇ ਜਾਵਾਂਗੇ ਤਾਂ ਆਪਾਂ ਨੂੰ ਹਰ ਇੱਕ ਚੀਜ਼ ਛੋਟੀ ਲੱਗਦੀ ਜਾਊਗੀ, ਕੋਈ ਕੰਮ ਔਖਾ ਨਹੀਂ ਹੁੰਦਾ। ਬਸ ਗੱਲ ਕੀ ਹੈ ਸਿੱਖਣ ਦੀ, ਵੀ ਜਦੋਂ ਤੁਸੀਂ ਸਿੱਖ ਕੇ ਕੋਈ ਕੰਮ ਕਰੋਗੇ ਤਾਂ ਤੁਹਾਨੂੰ ਬਿਲਕੁਲ ਆਸਾਨ ਲੱਗੂ, ਛੋਟਾ ਲੱਗੂ, ਪਰ ਜਦੋਂ ਤੁਸੀਂ ਜੁੜਦੇ ਨਹੀਂ, ਤੁਸੀਂ ਸਿੱਖਦੇ ਨਹੀਂ ਤਾਂ ਤੁਹਾਨੂੰ ਕੰਮ ਚਾਹੇ ਛੋਟਾ ਹੋਵੇ ਤਾਂ ਵੀ ਵੱਡਾ ਲੱਗਦਾ। ਤੇ ਮੈਂ ਇੰਨੇ ਹੀ ਕਹਿੰਦਾ ਹੋਇਆ ਧੰਨਵਾਦ ਕਰੂੰਗਾ ਜੀ ਰੈਟਿਵ ਐਜੂਕੇਸ਼ਨ ਦਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਨਾਮ ਕੁਲਦੀਪ ਚੌਧਰੀ ਜੀ, ਦਿੱਲੀ ਬਿਲੋਂਗ ਕਰਦਾ ਜੀ। ਇੱਕ ਘਰੇ ਰਿਜ਼ਲਟ ਲੈ ਕੇ ਸਟਾਰਟ ਕੀਤਾ ਸੀ ਜੀ, ਕਿਉਂਕਿ ਮੇਰੀ ਦੁਕਾਨਦਾਰੀ ਦੇ ਨਾਲ ਮੈਂ ਸਟਾਰਟ ਕੀਤਾ ਸੀ ਜੀ। ਤੇ ਅੱਜ ਮਤਲਬ 2.5 ਸਾਲ ਹੋ ਗਏ ਜੀ, 3.5 ਲੱਖ ਦੇ ਪਲੱਸ ਇਨਕਮ ਮਿਲ ਗਈ ਜੀ। ਤੇ ਹੁਣ ਕੋਈ ਕੰਮ ਨਹੀਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਗਾਈਡ ਕੇ ਐਜੂਕੇਸ਼ਨ ਦਾ ਅੱਜ ਜਨਮ ਦਿਨ ਹੈ, ਸਾਰਿਆਂ ਨੂੰ ਵਧਾਈਆਂ ਹੋਣ। ਤੇ
ਗੱਲ ਕਰਾਂ ਤੇ ਮੈਂ ਆਪਣੇ ਬੇਟੇ ਦੀ ਤੇ ਆਪਣੀ ਮੰਮੀ ਦੀ ਤੇ ਮੈਂ ਉਹਨਾਂ ਦੇ ਰਿਜ਼ਲਟ ਤੇ ਦੋਨਾਂ ਤੇ ਅਸੀਂ ਲਿਆ ਤੇ 5000 ਇਨਕਮ ਮੈਂ ਕਮਾ ਚੁੱਕੀ ਹਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਭੁਪਿੰਦਰ ਕੌਰ ਹਾਂ, ਭਵਾਨੀਗੜ੍ਹ ਤੋਂ ਬਿਲੋਂਗ ਕਰਦੀ ਹਾਂ ਤੇ ਹੁਣ ਤੱਕ ਇਸ ਸਿਸਟਮ ਦੇ ਵਿੱਚੋਂ ਮੈਂ 5000 ਇਨਕਮ ਕਮਾ ਚੁੱਕੀ ਹਾਂ। ਹੈਲੋ, ਹਾਂਜੀ ਸਾਰੇ ਭੈਣਾਂ ਤੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਦੋਸਤੋ, ਬਿਜ਼ਨਸ ਬਹੁਤ ਹੀ ਸ਼ਾਨਦਾਰ ਹੈਗਾ ਔਰ ਸਾਰੇ ਜਿਹੜੇ ਆਪਣੇ ਪਾਰਟਨਰ ਸਾਥੀ ਨੇ ਬਿਜ਼ਨਸ ਬਾਰੇ ਜਾਣਕਾਰੀ ਦਿੰਦੇ ਵੀ ਕਿੰਨਾ ਟਾਈਮ ਕਰਦੇ ਨੇ ਔਰ ਸਟਾਰਟ ਕਰਕੇ ਬਸ ਕੰਮ ਇੰਨਾ ਕੋਈ ਫੁੱਲ ਟਾਈਮ ਕਰ ਰਿਹਾ ਤੇ ਕਿੰਨੀ ਇਨਕਮ ਲੈ ਚੁੱਕੇ ਨੇ ਸਾਥੀ। ਤੇ ਆਪਣੇ ਕੋਲੇ ਜਿਹੜਾ ਇਹ ਸਿਸਟਮ ਸਾਹਮਣੇ ਆਇਆ ਹੈਗਾ ਉਹ ਹੈਗਾ अवसरता आविष्कार की जननी है, समस्या समाधान की पत्नी है। अपने कोले समस्या का समाधान अपने कोले आ चुका दोस्तों ते लोग समस्यावां नाल जूझ रहे ने। अपने कोले समस्यावां दा जिहड़ा हल हैगा वो आ चुके हैं जिहदे नाल आपां बहुत बड़ा इनकम दा जिहड़ा सोर्स अपना पैदा कीता कर सकते हैं, और वध तो वध इनकम लै सकते हैं। ਤੇ ਦੋਸਤੋ ਇੱਕ ਮੈਂ ਨੁਕਤਾ ਜ਼ਰੂਰ ਦੱਸੂ ਕਿ ਸਾਰੇ ਹੀ ਵੀਰ ਭੈਣ ਭਰਾ ਸਾਡੇ ਜਿਹੜੇ ਨੇ ਸਕਸੈਸ ਹੋਣ, ਉਹ ਨੁਕਤੇ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ। ਇੱਕ ਆਪਣਾ ਨਾ ਜਿਸ ਨਾਲ ਅਸੀਂ ਸਕਸੈਸ ਹੋ ਸਕਦੇ ਹਾਂ, ਬਹੁਤ ਵੱਡੀ ਇਨਕਮ ਲੈ ਸਕਦੇ ਹਾਂ। ਇਹ ਪੂਰਾ ਮੈਂ ਆਪਣੇ ਆਪ ਤੇ ਅੰਦਰ ਤੱਕ ਡੀਪਲੀ ਇਸ ਗੱਲ ਨੂੰ ਮਹਿਸੂਸ ਕੀਤੀ ਹੈ ਕਿ ਵਾਕਈ ਗੱਲ ਇਹ ਹੈਗੀ ਹੈ। ਤਾਂ ਅੱਜ ਜਿਹੜਾ ਕੋਲੈਬੋਰੇਸ਼ਨ ਦਾ ਦਿਨ ਹੈਗਾ, ਅੱਜ 5ਵਾਂ ਸਾਲ ਸਟਾਰਟ ਹੋਣ ਲੱਗਿਆ ਹੈ ਇਸ ਕੋਲੈਬੋਰੇਸ਼ਨ ਨੂੰ। ਸਾਰਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਜਰਨੈਲ ਸਿੰਘ ਫਰੋਮ ਫਗਵਾੜਾ। ਦੋਸਤੋ, ਜਿੱਦਾਂ ਮੈਂ ਗੱਲ ਕੀਤੀ ਕਿ ਸਾਰਿਆਂ ਨੇ ਵੀ ਆਪਾਂ ਸਾਰੇ ਰਿਜ਼ਲਟ ਦੇ ਨਾਲ ਹੀ ਆਏ ਹੈਗੇ ਆ, ਪਰ ਮੈਂ ਵੀ ਰਿਜ਼ਲਟ ਲੈ ਕੇ ਆਇਆ ਸੀ। ਪਰ ਸਭ ਤੋਂ ਪਹਿਲਾਂ ਮੈਨੂੰ ਰਿਜ਼ਲਟ ਤੋਂ ਜ਼ਿਆਦਾ ਕਿਤੇ ਲੱਗਿਆ ਸੀ, ਮੈਨੂੰ ਇਨਕਮ ਦੀ ਲੋੜ ਸੀ, ਮੈਨੂੰ ਕੰਮ ਚਾਹੀਦਾ ਸੀ। ਪਰ ਇਹ ਨਹੀਂ ਮੈਨੂੰ ਪ੍ਰੋਬਲਮ ਨਹੀਂ ਸੀ, ਮੇਰੇ ਘਰ ਵਿੱਚ ਤਕਰੀਬਨ ਸਾਰੇ ਪਰਿਵਾਰ ਨੂੰ ਪ੍ਰੋਬਲਮਾਂ ਹੈਗੀਆਂ ਸੀ। ਪਰ ਉਸ ਪ੍ਰੋਬਲਮ ਦੇ ਬਾਵਜੂਦ ਮੈਨੂੰ ਕਿਤੇ ਵੱਡੀ ਪ੍ਰੋਬਲਮ ਲੱਗਦੀ ਸੀ ਮੈਨੂੰ ਕੰਮ ਦੀ, ਜਿਹੜਾ ਮੇਰੇ ਕੋਲ ਬਿਲਕੁਲ ਨਹੀਂ ਹੈਗਾ ਸੀਗਾ। ਮੈਂ ਉਸ ਕੰਮ ਦੇ ਤੌਰ ਤੇ ਆਪਣੇ ਬਿਜ਼ਨਸ ਸ਼ੁਰੂ ਕੀਤਾ ਸੀਗਾ ਤੇ ਜੇ ਮੈਂ ਅੱਜ ਗੱਲ ਕਰਾਂ, ਅੱਜ ਮੈਨੂੰ ਲਗਭਗ 1.5 ਸਾਲ ਤੋਂ ਘੱਟ ਟਾਈਮ ਹੋਇਆ ਜੀ ਮੈਨੂੰ ਕੰਮ ਕਰਦੇ ਨੂੰ। ਔਰ ਮੈਂ ਥੈਂਕਸ ਕਰਦਾ ਹੈਗਾ ਜਿਹੜੀ ਵੀਰ ਨੇ ਮੈਨੂੰ ਦੱਸਿਆ ਹੈਗਾ, ਔਰ ਮੈਂ ਦਲਜੀਤ ਜੀ ਨੇ ਮੈਨੂੰ ਆਪਣੇ ਕੰਮ ਦੇ ਤੌਰ ਤੇ ਦੱਸਿਆ ਸੀ ਵੀ ਤੁਸੀਂ ਇਹਦੇ ਵਿੱਚੋਂ ਆਪਣੀ ਜਿਹੜੀ ਮਤਲਬ ਵਧੀਆ ਆਪਣੀ ਜਿਹੜੀ ਲਾਈਫ ਨੂੰ ਚੇਂਜ ਕਰ ਸਕਦੇ ਹੈਗੇ, ਤੁਹਾਨੂੰ ਕੰਮ ਦੀ ਜ਼ਰੂਰਤ ਹੈਗੀ ਆ। ਸੋ ਦੋਸਤੋ, ਮੈਂ ਕੰਮ ਨੂੰ ਕਰਨਾ ਸ਼ੁਰੂ ਕੀਤਾ ਅੱਜ ਲਗਭਗ 1.5 ਸਾਲ ਤੋਂ ਘੱਟ ਸਮਾਂ ਹੋ ਚੁੱਕਾ ਹੈਗਾ ਆ ਤੇ ਮੈਂ ਜੇ ਜੋ ਗੱਲ ਕਰਾਂ ਵੀ 7 ਲੱਖ ਦੇ ਕਰੀਬ ਮੇਰੇ ਇਨਕਮ ਲੈ ਚੁੱਕਾ ਹਾਂ। ਜ਼ਬਰਦਸਤੀ ਨਹੀਂ, ਜ਼ਬਰਦਸਤ ਕਲੈਪਿੰਗ ਕਰਨੀ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗੁਰਦੀਪ ਸਿੰਘ ਬਰਨਾਲਾ ਤੋਂ ਬਿਲੋਂਗ ਕਰਨਾ ਹੈ। ਇਹ ਸਿਸਟਮ ਤਕਰੀਬਨ 2.5 ਸਾਲ ਪਹਿਲਾਂ ਆਈ ਸੀ। ਪ੍ਰੋਬਲਮਾਂ ਹੈਗੀਆਂ ਸੀਗੀਆਂ, ਪ੍ਰੋਬਲਮਾਂ ਦਾ ਰਿਜ਼ਲਟ ਰਿਜ਼ਲਟ ਲੈ ਕੇ ਹੌਲੀ ਹੌਲੀ ਅੱਗੇ ਕੰਮ ਵੱਲ ਵਧੇ, ਸਿਸਟਮ 'ਚ ਆਏ ਤਾਂ ਕੰਮ ਕਰਨਾ ਸ਼ੁਰੂ ਕੀਤਾ। ਸਿੱਖ ਕੇ ਕੰਮ ਕਰਦੇ ਕਰਦੇ ਹੁਣ ਤੱਕ 7 ਲੱਖ ਰੁਪਈਆ ਪਲੱਸ ਸਵਿਫਟ ਡਿਜ਼ਾਇਰ ਗੱਡੀ ਇਹ ਸਿਸਟਮ ਨੂੰ ਇੰਜੋਏ ਕਰਦੇ ਨੇ। ਇਹ ਬਹੁਤ ਵਧੀਆ ਕੰਮ ਹੈਗਾ। ਜਿਵੇਂ ਪਹਿਲਾਂ ਟ੍ਰੇਨਿੰਗਾਂ ਲਾਈਆਂ ਜਾਂਦੀਆਂ, ਆਫਲਾਈਨ ਵੀ ਬਹੁਤ ਟ੍ਰੇਨਿੰਗਾਂ ਲਾਈਆਂ, ਆਨਲਾਈਨ ਤਾਂ ਚੱਲਦੀ ਰਹੀਆਂ ਨੇ, ਸਿੱਖਣ ਨੂੰ ਮਿਲਦਾ। ਪਰ ਜਦੋਂ ਉਹ ਦੱਸਿਆ ਜਾਂਦਾ ਸੀ ਉਹ ਗੱਲਾਂ ਅੱਜ ਸੱਚ ਹੁੰਦੀਆਂ ਦਿਖਾਈ ਦੇ ਰਹੀਆਂ, ਕਿਉਂਕਿ ਸਿਸਟਮ ਕਹਿੰਦਾ ਜੀ ਤੁਸੀਂ ਇੱਕ ਆਪਣੀ ਪਹਿਚਾਣ ਬਣਾਓ ਕਿ ਤੁਹਾਨੂੰ ਪਿੰਡ 'ਚ ਪਤਾ ਹੋਣਾ ਚਾਹੀਦਾ ਹੈ ਬਾਡੀ ਸਰਵਿਸ ਦੇ ਨਾਂ ਤੇ ਤੁਸੀਂ ਮਸ਼ਹੂਰ ਹੋਵੋ, ਕਿ ਜਿਹੜਾ ਵੀ ਬੰਦਾ ਛੋਟਾ ਬੰਦਾ ਆ ਕੇ ਪਤਾ ਕਰੇ ਬਾਡੀ ਸਰਵਿਸ ਵਾਸਤੇ ਤਾਂ ਤੁਹਾਡਾ ਪਤਾ ਹੋਣਾ ਚਾਹੀਦਾ। ਇਸ ਤਰ੍ਹਾਂ ਅੱਜ ਮੇਰੇ ਨਾਲ ਸਵੇਰੇ ਹੀ ਹੋਇਆ, ਜਦੋਂ ਮੈਂ ਇੱਧਰ ਆ ਰਿਹਾ ਸੀਗਾ ਸਵੇਰੇ ਮੈਂ 8 ਵਜੇ ਸਹੀ ਘਰੋਂ ਗੱਡੀ ਕੱਢ ਲਈ ਤੇ ਨਾਲ ਦੀ ਨਾਲ ਮੈਨੂੰ ਕਾਲ ਆਈ ਦੁਕਾਨ ਦੇ ਉੱਤੋਂ, ਕਹਿੰਦੇ ਵੀ ਕੋਈ ਪਰਸਨ ਆਇਆ ਬੈਠਾ ਤੁਹਾਨੂੰ ਮਿਲਣ ਵਾਸਤੇ। ਉਸ ਵੀ ਭੱਦਰਵਾੜ ਤੋਂ ਆਏ ਨੇ ਮਿਲਣ ਵਾਸਤੇ, ਤੁਹਾਨੂੰ ਵੀ ਮਿਲ ਕੇ ਜਾਇਓ 5 ਮਿੰਟ ਦੁਕਾਨ ਤੇ ਆਏ ਨੇ। ਮੈਂ ਕਿਹਾ ਕੋਈ ਗੱਲ ਨਹੀਂ, ਜਾਂਦੇ ਆਉਂਦੇ ਮੈਂ ਮਿਲ ਲੂੰਗਾ। ਜਦੋਂ ਪਰਸਨ ਕੋਲ ਗਏ ਉਹ ਦੁਕਾਨ ਤੇ ਬੈਠੇ ਸੀਗੇ, ਗੱਲ ਕਰੀ ਉਹਨਾਂ ਨਾਲ ਤਾਂ ਉਹਨਾਂ ਨੂੰ ਮੈਂ ਪੁੱਛਿਆ ਮੈਂ ਹਾਂਜੀ ਕਿਵੇਂ, ਤੇ ਉਹ ਕਦੇ ਵੀ ਤਕਰੀਬਨ ਅੱਜ ਤੋਂ 1.5 ਸਾਲ ਪਹਿਲਾਂ ਤੁਸੀਂ ਮੈਨੂੰ ਮੋਟੀ ਸਰਵਿਸ ਪੈਕ ਦੇ ਕੇ ਆਏ ਸੀਗੇ। ਤੇ ਉਹ ਸਕਦਾ ਮੈਂ ਕਿਸੇ ਪਰਸਨ ਨਾਲ ਗਿਆ, ਮੈਂ ਨਹੀਂ ਉਹਨੂੰ ਜਾਣਦਾ ਸੀਗਾ ਕਿਉਂਕਿ ਭੁੱਲ ਚੁੱਕਿਆ ਸੀ। ਮੈਂ ਕਿਸੇ ਨਾਲ ਗਿਆ ਸੀ, ਕਿਸੇ ਪਰਿਵਾਰ ਦੇ ਨਾਲ ਮੈਂ ਪੈਕ ਦੇ ਕੇ ਆਇਆ ਸੀ, ਕਿਸੇ ਨਾਲ ਆਏ ਸੀ ਤੁਸੀਂ, ਪਰ ਮੈਨੂੰ ਇੰਨਾ ਕੁ ਪਤਾ ਸੀ ਤੁਸੀਂ ਨੰਗਲ ਤੋਂ। ਕਹਿੰਦੇ ਮੈਂ ਯਾਨੀ ਕਿ ਨਾਲ ਤੁਸੀਂ ਪੇਸਟ ਵੀ ਦਿੱਤਾ ਸੀ ਜਿਹਦਾ ਬਹੁਤ ਜ਼ਬਰਦਸਤ ਰਿਜ਼ਲਟ ਸੀ। ਮੈਂ ਸਪੈਸ਼ਲ ਪੇਸਟ ਲੈਣੀ ਤੁਹਾਡੇ ਕੋਲ ਆਇਆ ਅੱਜ, ਵੀ ਪੇਸਟ ਵਾਸਤੇ ਮੈਂ ਚੱਲ ਕੇ ਤੁਹਾਡੇ ਕੋਲ ਆਇਆ। ਇੱਥੋਂ ਆ ਕੇ ਮੈਂ ਪਤਾ ਕੀਤਾ ਵੀ ਬਾਡੀ ਸਰਵਿਸ ਦਾ ਕੰਮ ਐਂ ਕਰਦਾ ਇੱਕ ਮੁੰਡਾ ਵੀ, ਤਾਂ ਉਹਨਾਂ ਨੇ ਤੁਹਾਡਾ ਐਡਰੈਸ ਦੇ ਦਿੱਤਾ, ਮੈਂ ਤੁਹਾਡੇ ਕੋਲੇ ਆ ਗਿਆ। ਤੇ ਮੈਂ ਚਲੋ ਕੋਈ ਨਹੀਂ, ਗੱਲ ਵਧੀਆ ਜੀ। ਤੇ ਤੁਹਾਨੂੰ ਜਿਹੜਾ ਦਿੱਤਾ ਸੀ ਵੀ ਕਿਸ ਪ੍ਰੋਬਲਮ ਤੋਂ ਲਿਆ ਸੀਗਾ, ਕਿ ਤੁਹਾਡੀ ਪ੍ਰੋਬਲਮ ਅੱਜ ਕਿਵੇਂ ਆ। ਕਹਿੰਦਾ ਜੀ ਮੈਂ ਗੋਡਿਆਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਸੀਗੀ ਮੇਰੀ, ਵੀ ਮੈਂ ਗੋਡਿਆਂ ਦੀ ਪ੍ਰੋਬਲਮ ਤੋਂ ਲਿਆ ਸੀ। ਮੈਂ ਕਿਵੇਂ ਰਿਹਾ ਜੀ ਤੁਹਾਡਾ ਰਿਜ਼ਲਟ? ਕਹਿੰਦਾ ਵੀ ਰਿਜ਼ਲਟ ਇਹ ਜਾ ਰਿਹਾ ਵੀ ਅੱਜ ਤੱਕ ਮੈਂ ਉਹਦੀ ਬਦੌਲਤ ਤੁਰਿਆ ਫਿਰਦਾ, ਵੀ ਮੈਂ ਤੁਹਾਨੂੰ ਵੀ ਦੇਖਿਆ। थैंक यू। गुड मॉर्निंग।
ਨਾਮ ਤਾਂ ਦੱਸੇ ਦਿੱਤਾ ਮੈਮ ਨੇ, ਗੁਰਿੰਦਰ, ਤੇ ਵਰਕਿੰਗ ਕਰ ਰਹੇ ਹਾਂ ਹੁਣ। ਵੈਸੇ ਜਿਵੇਂ ਮੈਡਮ ਨੇ ਬੁਲਾਇਆ ਹੈ ਕਿ ਵੈਸੇ ਬੁਲਾਉਣ ਦੀ ਲੋੜ ਨਹੀਂ ਹੈਗੀ, ਪਤਾ ਤਾਂ ਆਪੇ ਲੱਗਣਾ ਚਾਹੀਦਾ ਵੀ ਹਾਂ ਵੀ ਆਪਾਂ ਕੰਮ ਕਰ ਰਹੇ ਹਾਂ ਕਿ ਨਹੀਂ ਕਰ ਰਹੇ ਸਟੇਜ ਤੇ। ਪਹਿਲਾਂ ਸਮਾਂ ਸੀਗਾ, ਪਹਿਲਾਂ ਆਪਣੇ ਆਪ ਆਉਂਦੇ ਸੀਗੇ ਅੱਗੇ 2 ਸਾਲ 2.5 ਸਾਲ ਪਹਿਲਾਂ ਜਦੋਂ ਕੰਪਨੀ ਦੀ ਕੋਲੈਬੋਰੇਸ਼ਨ ਹੋਈ, ਉਦੋਂ ਇੰਨਾ ਜੋਸ਼ ਸੀਗਾ ਵੀ ਆਪਣੇ ਆਪ ਇਨਕਮ ਘੱਟ ਸੀਗੀ ਤੇ ਆਪਣੇ ਆਪ ਅੱਗੇ ਆ ਰਹੇ ਤੇ। ਪਰ ਹੁਣ ਜਿਹੜਾ ਸਿਸਟਮ ਚੇਂਜ ਕਰਿਆ, ਹੁਣ ਇਨਕਮ ਆ ਰਹੀ ਹੈ, ਹੁਣ ਸੋਚ ਰਹੇ ਹਾਂ ਵੀ ਆਪਣੇ ਆਪ ਨਹੀਂ ਆਉਣਾ ਹੈਗਾ, ਸਿਸਟਮ ਦੇ ਬਦੌਲਤ ਆਈ ਹੈ। ਆਪਣੇ ਆਪ ਕੀ ਫਾਇਦਾ ਆ ਕੇ ਇੱਦਾਂ ਹੀ ਸਟੇਜਾਂ ਤੇ ਆਉਣ ਦਾ ਕੋਈ ਫਾਇਦਾ ਨਹੀਂ ਹੈਗਾ। ਕੋਈ ਨਾ ਕੋਈ ਅਚੀਵਮੈਂਟ ਬੈਸਟ ਕਰੀਏ ਤਾਂ ਸਟੇਜ ਤੇ ਆਉਣ ਦਾ ਫਾਇਦਾ ਹੁੰਦਾ। ਤਾਂ ਮੈਂ ਥੈਂਕ ਯੂ ਕਰਦਾ ਰਾਈਟ ਵੇ ਐਜੂਕੇਸ਼ਨ ਦਾ, ਜਿਹਨੇ ਕਿ ਬਹੁਤ ਕੁਝ ਸਿਖਾਇਆ। ਮੈਂ ਜੋਬ ਦੇ ਨਾਲ ਨਾਲ ਪਾਰਟ ਟਾਈਮ ਕਰ ਰਿਹਾ ਐਜ਼ ਅ ਵੈਟਰਨਰੀ ਡਾਕਟਰ ਹਾਂ, ਤੇ ਇਸ ਕਾਰਨ ਲੇਟ ਵੀ ਹੋ ਗਿਆ, ਥੋੜੀ ਜਿਹੀ ਅਟੈਂਡੈਂਸ ਲਾ ਕੇ ਆਇਆ ਸੀਗਾ। ਤੇ ਬਹੁਤ ਵਧੀਆ ਸਿਸਟਮ ਚੱਲ ਰਿਹਾ, ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ। ਤੇ ਸਭ ਤੋਂ ਵੱਡੀ ਗੱਲ ਆ, ਮੈਨੂੰ ਆਪਣੀ ਪ੍ਰੋਬਲਮ ਸੀਗੀ ਬੈਕ ਦੀ, ਉਹ ਠੀਕ ਹੋਈ ਹੈ। ਇੱਦਾਂ ਹੀ ਸਾਰਿਆਂ ਨੂੰ ਠੀਕ ਕਰ ਰਹੇ ਹਾਂ, ਲੋਕਾਂ ਦੀਆਂ ਦਵਾਵਾਂ ਮਿਲ ਰਹੀਆਂ ਨੇ, ਬਹੁਤ ਵਧੀਆ ਲੱਗ ਰਿਹਾ। ਥੈਂਕ ਯੂ। ਕੈਲਕੂਲੇਸ਼ਨ ਕਰ ਰਹੀ ਹੈ। ਦਸੰਬਰ ਮਹੀਨੇ ਦੀ 17 ਲੱਖ ਰੁਪਏ ਟੋਟਲ ਬਣਦੀ ਹੈ ਇਨਕਮ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਮੇਰਾ ਨਾਮ ਜਸਦੀਪ ਹੈ, ਜਲੰਧਰ ਸੇ ਖੰਨਾ ਦੇ ਨਾਲ ਪਿੰਡ ਭਾਰਲਾ ਜੀ। ਹਾਂਜੀ, ਮੈਂ ਟੈਕਸੀ ਲਾਈਨ ਨਾਲ ਰਿਲੇਟਡ ਔਰ ਸਭ ਤੋਂ ਪਹਿਲਾਂ ਮੈਂ ਰਾਈਟ ਵੇ ਔਰ MYL ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਜਨਮ ਦਿਨ ਤੇ, ਜਿਨ੍ਹਾਂ ਨੇ ਅੱਜ ਮੈਨੂੰ ਮਾਈਕ ਫੜ ਕੇ ਬੋਲਣਾ ਸਿਖਾ ਦਿੱਤਾ। ਪਹਿਲਾਂ ਮੈਂ ਪੇਪਰ ਨਾਲ ਗੋਲ ਜਿਹਾ ਬਣਾ ਕੇ ਉਹਨੂੰ ਬੋਲਦੇ ਰਹਿੰਦੇ ਸੀ। ਕਈ ਕੰਪਨੀ ਕੰਮ ਕੀਤਾ, ਦਿੱਲੀ ਤੱਕ ਵੀ ਗਏ ਆ, ਰੈਲੀਆਂ ਲਾਉਣ, ਬੱਸਾਂ ਦੇ ਵਿੱਚ ਭਰ ਕੇ ਲੈ ਜਾਂਦੇ ਸੀਗੇ। ਰਾਤ ਨੂੰ 3-4 ਦਿਨ ਰਹਿ ਕੇ ਆਉਂਦੇ ਰਹੇ। ਆਓ ਜੀ ਬੋਲੋ, ਆਪਣਾ ਐਕਸਪੀਰੀਅੰਸ ਦੱਸੋ। ਜਾਂਦੇ ਸੀ ਕੰਮ ਦੇ ਸੀਗੇ ਜੀ, ਪਤਾ ਨਹੀਂ ਸੀ ਕਿਵੇਂ ਬੋਲਣਾ ਕਿੱਦਾਂ ਨਹੀਂ ਬੋਲਣਾ। ਨਾਲ ਦੇ ਜਿਵੇਂ ਆਪਾਂ ਸਾਰੇ ਬੈਠੇ ਆ, ਜਦੋਂ ਮੈਂ ਬੋਲਣ ਗਿਆ ਤਾਂ ਸਾਰੇ ਹੱਸ ਪਏ। ਤਾਂ ਮੈਂ ਕਾਪੀ ਲੈ ਕੇ ਗਿਆ ਸੀ ਨਾਲ, ਆਪਣੀ ਕਾਪੀ ਨੂੰ ਮੈਂ ਗੋਲ ਕੀਤਾ ਤੇ ਜਿੱਦਾਂ ਹੁਣ ਮੈਂ ਫੜੀ ਖੜਾ ਇੱਦਾਂ ਕਰਕੇ ਬੋਲਣ ਲੱਗਿਆ, ਉਹ ਸਾਰੇ ਹੱਸ ਪਏ। ਕਹਿੰਦੇ ਜੀ ਇਹ ਮੈਂ ਮੇਰਾ ਮਾਈਕ ਹੈ, ਤੁਸੀਂ ਬਿਨਾਂ ਮਾਈਕ ਤੋਂ ਬੋਲਦੇ ਹੋ, ਮੈਂ ਮਾਈਕ ਨਾਲ ਬੋਲਣ ਲੱਗਿਆ। ਉਹ ਬੜੇ ਖੁਸ਼ ਹੋਏ, ਮੈਨੂੰ ਆਪਣੇ ਆਪ ਨੂੰ ਫੀਲ ਹੋਇਆ ਮੈਂ ਕੁਝ ਵਧੀਆ ਕੀਤਾ। ਕਰਦੇ ਰਹੇ। ਉਸ ਤੋਂ ਬਾਅਦ ਕੰਪਨੀ ਕਿੱਥੇ ਹੈ ਕਿੱਥੇ ਨਹੀਂ ਪਤਾ ਨਹੀਂ, ਘੱਟੋ ਘੱਟ 7-8 ਕੰਪਨੀਆਂ 'ਚ ਕੰਮ ਕੀਤਾ ਜੀ, ਕੋਈ ਇਨਕਮ ਨਹੀਂ ਆਈ, ਕੋਲੋਂ ਹੀ ਜਾਂਦੇ ਰਹੇ ਨੇ। ਇਹ ਪਹਿਲੀ ਔਰ ਲਾਸਟ ਕੰਪਨੀ ਹੈ MYL ਰਾਈਟ ਵੇ ਐਜੂਕੇਸ਼ਨ, ਜਿਨ੍ਹਾਂ ਨੇ ਬੋਲਣਾ ਸਿਖਾਇਆ ਔਰ ਪੈਸਾ ਕਮਾਉਣਾ ਸਿਖਾਇਆ। 50+ ਮੈਂ ਇਨਕਮ ਲੈ ਚੁੱਕੀ ਹਾਂ ਜੀ, ਮੈਨੂੰ ਪਤਾ ਨਹੀਂ ਸੀ ਮੈਂ ਕਿੰਨੀ ਹੈ ਕਿੰਨੀ ਨਹੀਂ। ਅੱਜ ਮੈਂ ਟੋਟਲ ਕਰਕੇ 50+ ਹੈ ਜੀ। ਧੰਨਵਾਦ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੋ ਅੱਜ ਆਪਣੀ ਕੰਪਨੀ ਦਾ ਜਨਮ ਦਿਨ ਹੈਗਾ ਗਾ। ਸੋ ਥੈਂਕ ਯੂ ਕਰਦੇ ਹਾਂਗੇ ਰਾਈਟ ਵੇ ਐਜੂਕੇਸ਼ਨ ਸਿਸਟਮ ਦਾ, ਜਿਨ੍ਹਾਂ ਦੀ ਬਦੌਲਤ ਅੱਜ ਇੱਥੇ ਖੜੇ ਹੈਗੇ। ਸੋ ਦੋਸਤੋ 2-2.5 ਸਾਲ ਪਹਿਲਾਂ ਮੈਂ ਰਿਜ਼ਲਟ ਲੈ ਕੇ ਆਏ ਸੀਗੇ। ਫਾਦਰ ਸਾਹਿਬ ਨੂੰ ਗੋਡਿਆਂ ਦੀ ਬਹੁਤ ਜ਼ਿਆਦਾ ਦਿੱਕਤ ਸੀਗੀ ਤੇ ਉਹਨਾਂ ਤੇ ਰਿਜ਼ਲਟ ਲੈਤਾ ਸੀਗਾ ਤੇ ਬਹੁਤ ਵਧੀਆ, ਮਤਲਬ ਕਿ ਆਨਲਾਈਨ ਕਰੀ ਗਏ। ਆਨਲਾਈਨ ਸਿਸਟਮ ਦੀ ਬਦੌਲਤ ਅੱਜ ਜੋ ਵੀ ਆਪਣੇ ਹੈਗੇ ਜਰਨੈਲ ਭਾਜੀ, ਵੈਦ ਦਲਜੀਤ ਜੀ, ਮਕਬੂਲ ਸਿੰਘ ਜੀ, ਆਪਣੇ ਵੈਦ ਲਖਵਿੰਦਰ ਸਿੰਘ ਜੀ, ਤੇ ਇਹ ਸਾਰੇ ਆਨਲਾਈਨ ਦੀ ਬਦੌਲਤ ਆ ਗਈ ਜੋ ਆਪਾਂ ਨੂੰ ਟੀਮ ਮਿਲੀ ਹੈਗੀ। ਸੋ ਸਿਸਟਮ ਬਹੁਤ ਵਧੀਆ ਹੈਗਾ ਦੋਸਤੋ। ਹੁਣ ਮੈਂ ਇਸ ਸਿਸਟਮ ਦੇ ਵਿੱਚੋਂ ਇਨਕਮ ਤਾਂ ਚਲੋ ਵਧੀਆ ਜਨਰੇਟ ਕੀਤੀ ਹੋਈ ਹੈ, ਆਪਣੀ ਗੱਡੀ ਵੀ ਇੰਜੋਏ ਕਰਦੇ ਹੈਗੇ ਆ। ਪਿਛਲੇ ਮਹੀਨੇ ਅਸੀਂ ਕਾਫੀ ਸੋਨਾ ਵੀ ਇਕੱਠਾ ਲੈਤਾ ਹੈਗਾ, ਚਲੋ ਦੱਸਣਾ ਚਾਹਾਂਗਾ ਵੀ 4-5 ਲੱਖ ਦਾ ਲੈਤਾ ਹੈਗਾ। ਸੋ ਕਿਉਂ ਵਾਹਿਗੁਰੂ ਪਰਮਾਤਮਾ ਦਾ ਸ਼ੁਕਰ ਅਦਾ ਕਰਦੇ ਹਾਂ, ਜਿਨ੍ਹਾਂ ਦੀ ਬਦੌਲਤ ਅੱਜ ਇਸ ਔਰ ਦੇ ਵਿੱਚ ਆਪਾਂ ਇਕੱਠੇ ਹੋਏ ਹਾਂ। ਉਸ ਤੋਂ ਬਾਅਦ ਸ਼ੁਕਰਾਨਾ ਕਰਦੇ ਹਾਂ ਸਾਡੇ ਰੱਬ ਵਰਗੇ ਵੀਰ ਬਲਕਾਰ ਸਿੰਘ ਜੀ ਚਹਿਲ, ਗੁਰਤੇਜ ਸਰ ਔਰ ਸਿਕੰਦਰ ਵੀਰ ਜੀ ਔਰ ਆਲ ਪਰਸਨ ਵੀਰ ਜੋ ਮੇਰੀ ਟੀਮ ਦੇ ਵਿੱਚ ਮੇਰੇ ਨਾਲ ਕੰਮ ਕਰਦੇ ਨੇਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਅਪਲਾਈਨ ਤੋਂ ਬਗੈਰ ਬੰਦਾ ਕੋਈ ਵੀ ਕੰਮ ਨਹੀਂ ਸਿੱਖ ਸਕਦਾ, ਨਹੀਂ ਆਪਾਂ ਕਰ ਸਕਦੇ ਇਹਦੇ ਵਿੱਚ। ਸੋ ਇਸ ਤਰ੍ਹਾਂ ਦੀ ਗਾਈਡੈਂਸ ਦਿੱਤੀ, ਪਤਾ ਹੀ ਨਹੀਂ ਲੱਗਿਆ ਕਰਦੇ ਅੱਜ 10 ਲੱਖ 11-15 ਲੱਖ ਕਿੱਥੇ ਪਹੁੰਚ ਗਏ। ਇੰਨਾ ਪਤਾ ਵੀ ਨਹੀਂ ਸੀਗਾ। ਜਿਸ ਤਰ੍ਹਾਂ ਡਾਕਟਰ ਜੀ ਨੇ ਦੱਸਿਆ, ਗੁਰਸੇਵਕ ਜੀ ਨੇ ਵੀ ਇੰਨੀ ਸਮਝ ਨਹੀਂ ਸੀਗੀ। ਦੱਬੀ ਜਾਂਦੇ ਸੀ ਕੰਮ ਵੀ ਕਰੀ ਦੱਬੀ ਵੀ ਜਾਂਦੇ। ਜਿੰਨਾ ਟਾਈਮ ਮਿਲਦਾ ਮੇਰੇ ਖਿਆਲ ਦੇ ਵਿੱਚ 100% ਕੰਮ ਕਰੀਏ ਤਾਂ ਹੁਣ ਕਿਤੇ ਵੀ ਕਿਤੇ ਹੋਰ ਅੱਗੇ ਵੀ ਲੰਘ ਜਾਂਦੇ। ਸਮਾਂ ਬਹੁਤ ਘੱਟ ਦੇ ਰਿਹਾ ਪਰ ਇਨਕਮ ਫੇਰ ਵੀ ਵਧੀਆ ਆਉਂਦੀ ਆ।
ਮੇਰੇ ਤੋਂ ਪਹਿਲਾਂ ਸੂਬੇਦਾਰ ਸਿੰਘ ਆਪਣੇ ਸ਼ੇਰ ਸਾਹਿਬ ਜੀ ਨੇ ਦੱਸਿਆ ਵੀ 4 ਤਰ੍ਹਾਂ ਦੇ ਕੰਮਕਾਰ ਕਰਦੇ ਆ। ਸੋ ਉਸੇ ਤਰ੍ਹਾਂ 3-4 ਕੰਮ ਮੇਰੇ ਕੋਲ ਵੀ ਨੇ। ਮੇਨ ਕੰਮ ਮੇਰਾ ਪ੍ਰਾਪਰਟੀ ਦਾ, ਉਹ ਕੰਮ ਮੈਂ ਛੱਡਿਆ ਨਹੀਂ ਹੈ। ਕਹਿੰਦੇ ਮਨ 'ਚ ਖਿਆਲ ਦਾ ਵੀ ਕੰਮ ਛੱਡ ਗਿਆ ਪਹਿਲਾਂ ਲੱਗ ਗਏ, ਉਹ ਕੰਮ ਮੇਰਾ ਪ੍ਰੋਪਰ ਉਸੇ ਤਰ੍ਹਾਂ ਅੱਜ ਵੀ ਚੱਲ ਰਿਹਾ ਹੈਗਾ। ਔਰ ਉਸ ਤੋਂ ਬਾਅਦ ਨਾਲ ਇੱਕ ਬ੍ਰਾਂਚ ਵੀ ਆਪਾਂ ਚਲਾ ਰਹੇ ਹਾਂਗੇ ਸ਼ੇਰਪੁਰ ਦੇ ਵਿੱਚ, ਵੱਡੀ ਬ੍ਰਾਂਚ ਆ 5 ਲੱਖ ਵਾਲੀ, ਉਹ ਵੀ ਚਲਾ ਰਹੇ ਹਾਂਗੇ। ਇੱਧਰ ਵੀ ਕੰਮਕਾਰ ਕਰਦੇ ਆ। ਔਰ ਹੋਰ ਧਾਰਮਿਕ ਕੰਮਾਂ ਦੇ ਵਿੱਚ ਵੀ ਤਕਰੀਬਨ ਇਹ ਮੈਨੂੰ ਚਲੋ ਵੀ 70% ਸਮਾਂ ਜਿਹੜਾ ਧਾਰਮਿਕ ਕੰਮਾਂ ਵਿੱਚ ਦਿੱਤਾ ਜਾਂਦਾ ਮੈਨੂੰ ਅਲੱਗ-ਅਲੱਗ ਸੰਸਥਾਵਾਂ ਦੇ ਵਿੱਚ। ਉਹ ਵੀ ਇੱਕ ਪ੍ਰੇਮ ਭਾਵਨਾ ਨਾਲ ਜੁੜੇ ਹੋਏ ਆ, ਨਹੀਂ ਛੱਡਿਆ ਜਾਂਦਾ, ਕਰੀ ਵੀ ਜਾਂਦੇ ਆ। ਔਰ ਜਿਸ ਤਰ੍ਹਾਂ ਦਾ ਦੇਖਿਆ ਵੀ MIL ਔਰ ਰਾਈਟ ਵੇ ਐਜੂਕੇਸ਼ਨ ਸਿਸਟਮ ਦੀ ਕੋਲੈਬੋਰੇਸ਼ਨ ਹੈ। ਇਹ ਕੋਲੈਬੋਰੇਸ਼ਨ ਅੱਜ ਦੇ ਦਿਨ ਕਿਉਂ ਰੱਖੀ ਗਈ ਸੀ, ਕਿਉਂ ਚੁਣਿਆ ਗਿਆ ਅੱਜ ਦਾ ਦਿਨ, ਮੇਰੇ ਖਿਆਲ ਦੇ ਵਿੱਚ ਲਗਭਗ ਸਭ ਨੂੰ ਪਤਾ ਹੀ ਹੈ। ਮੇਰੇ ਤੋਂ ਪਹਿਲਾਂ ਵੀਰ ਜੀ ਬੋਲ ਕੇ ਵੀ ਗਏ ਨੇ ਕਿ ਅੱਜ ਦੇ ਦਿਨ ਜਿੱਥੇ ਸਰਦਾਰ ਭਗਤ ਸਿੰਘ ਜੀ ਨੂੰ ਯਾਦ ਕੀਤਾ ਜਾਂਦਾ, ਉਹਨਾਂ ਦੀ ਸ਼ਹਾਦਤ ਨੂੰ, ਉਹਨਾਂ ਦੇ ਨਾਲ ਰਾਜਗੁਰੂ ਸੁਖਦੇਵ ਜੀ, ਉਹਨਾਂ ਨੂੰ ਵੀ ਯਾਦ ਕੀਤਾ ਜਾਂਦਾ ਕਿਉਂਕਿ ਉਹਨਾਂ ਇੱਕ ਕੋਲੈਬੋਰੇਸ਼ਨ ਕਰਕੇ ਦੇਸ਼ ਦੇ ਵਿੱਚ ਐਡਾ ਸਿਸਟਮ ਖੜਾ ਕਰਤਾ ਕਿ ਅੰਗਰੇਜ਼ ਹਕੂਮਤ ਨੂੰ ਜਾਣ ਵਾਸਤੇ ਮਜਬੂਰ ਕਰਤਾ, ਇੱਥੋਂ ਭਜਾ ਦਿੱਤਾ ਗਿਆ। ਸੋ ਉਸੇ ਤਰ੍ਹਾਂ ਹੀ ਅੱਜ ਦੇ ਦਿਨ ਆਪਾਂ MIL ਤੇ ਰਾਈਟ ਵੇ ਐਜੂਕੇਸ਼ਨ ਸਿਸਟਮ ਦੀ ਜੋ ਕੋਲੈਬੋਰੇਸ਼ਨ ਹੋਈ ਹੈਗੀ, ਕਿਸ ਗੱਲ ਨੂੰ ਲੈ ਕੇ ਹੋਈ ਹੈਗੀ, ਮੇਰੇ ਖਿਆਲ ਦੇ ਵਿੱਚ ਤਾਂ ਦੇ ਮੈਂ ਨਹੀਂ ਕਹਿ ਸਕਦਾ, ਤਾਂ ਬਾਕੀ ਤਾਂ ਹਰ ਇੱਕ ਦਾ ਅਲੱਗ-ਅਲੱਗ ਨਜ਼ਰੀਆ ਹੈਗਾ ਕਿ ਬਿਮਾਰੀ ਔਰ ਬੇਰੁਜ਼ਗਾਰੀ ਇਹ ਵੀ ਬਹੁਤ ਵੱਡੀ ਇੱਕ ਹਕੂਮਤ ਆਪਣੇ ਚੱਲ ਰਹੀ ਹੈ ਦੇਸ਼ ਦੇ ਵਿੱਚ, ਇਹਨੂੰ ਭਗਾਉਣ ਵਾਸਤੇ ਇਹ ਕੋਲੈਬੋਰੇਸ਼ਨ ਹੋਈ ਹੈਗੀ। ਸੋ ਸਾਰਿਆਂ ਦਾ ਥੈਂਕਸ ਕਰਨਾ ਚਾਹਾਂਗਾ ਜਿਨ੍ਹਾਂ ਨੇ ਇਸ ਮਿਸ਼ਨ ਦੇ ਵਿੱਚ ਆਪਾਂ ਇੱਕ ਤਰ੍ਹਾਂ ਐਡਮਿਸ਼ਨ ਲੈਤੀ ਹੋਈ ਹੈਗੀ। ਆਪਾਂ ਭਰਤੀ ਹੋਏ ਹੋਏ ਆ ਇਸ ਗਦਰ ਪਾਰਟੀ ਦੇ ਵਿੱਚ, ਮੰਨ ਕੇ ਚੱਲੀਏ ਵੀ ਅੱਗੇ ਲੱਗ ਕੇ ਟੀਮ ਜਿਸ ਤਰ੍ਹਾਂ ਦੱਸਿਆ ਭੈਣ ਜੀ ਨੇ ਵੀ ਆਪਾਂ ਸਾਰੇ ਕਰੀਮ ਬੈਠੇ ਇੱਕ, ਇਹ ਕਰੀਮ ਆਪਾਂ ਕੰਮਕਾਰ ਕਰ ਸਕਦੇ ਹਾਂ। ਜੰਗਲ ਦੇ ਵਿੱਚ ਸ਼ੇਰਾਂ ਦੀਆਂ ਕਦੇ ਮਤਲਬ ਉਡਾਰਾਂ ਨਹੀਂ ਹੁੰਦੀਆਂ, ਝੁੰਡ ਨਹੀਂ ਹੁੰਦੇ, ਵਿਰਲੇ ਹੁੰਦੇ ਆ। ਇਹ ਸਾਰੇ ਆਪਾਂ MIL ਦੇ ਮੇਰੀਆਂ ਭੈਣਾਂ ਮੇਰੇ ਵੀਰ, ਆਪਾਂ ਇੱਕ ਸ਼ੇਰ ਬੈਠੇ MIL ਔਰ ਰਾਈਟ ਵੇ ਐਜੂਕੇਸ਼ਨ ਸਿਸਟਮ ਦੀ, ਆਪਾਂ ਸਾਰੇ ਮਿਲ ਕੇ ਜਦੋਂ ਇੱਕ ਲਾਈਨ ਨੂੰ ਲੈ ਕੇ ਚੱਲਾਂਗੇ ਤਾਂ ਮੇਰੇ ਖਿਆਲ ਦੇ ਵਿੱਚ ਬਹੁਤ ਘੱਟ ਸਮੇਂ ਦੇ ਵਿੱਚ ਆਪਾਂ ਜਿਹੜਾ ਸਫ਼ਰ ਉਹ ਤੈਅ ਕਰ ਸਕਦੇ ਹਾਂ। ਸੋ ਗੱਲ ਚੱਲ ਰਹੀ ਹੈ ਹੁਣ ਅਚੀਵਮੈਂਟ ਦੀ। ਅਚੀਵਮੈਂਟ ਤਕਰੀਬਨ ਲਗਭਗ 11.5 ਲੱਖ ਰੁਪਏ ਇਸ ਵਿੱਚ ਜੋ ਕਮਾਇਆ, ਔਰ ਸਭ ਤੋਂ ਵੱਡੀ ਅਚੀਵਮੈਂਟ ਆਪਣੀ ਸੇਲ ਦੀ ਸੀਗੀ, ਉਹ ਲੈਤੀ ਹੈਗੀ। ਔਰ ਨਾਲ ਹੀ ਇਹ ਤੋਂ ਉਤਸ਼ਾਹਿਤ ਹੋ ਕੇ, ਪੋਜ਼ਿਟਿਵ ਹੋ ਕੇ ਜੋ ਅੰਦਰੋਂ ਇੱਕ ਖਿਆਲ ਹੈ, ਜਨੂਨ ਬਣਿਆ, ਸ਼ੇਰਪੁਰ ਦੇ ਵਿੱਚ ਲਗਭਗ 50 ਲੱਖ ਤੋਂ ਵੱਧ ਮਤਲਬ ਕੀਮਤ ਦੀ ਆਪਾਂ ਬਰਾਂਸ ਖੜੀ ਕੀਤੀ ਹੈਗੀ। ਦਿਲ ਕੀਤਾ, ਬਹੁਤ ਸਾਰੇ ਪਾਸੋਂ ਦੇ ਦਰਸ਼ਨ ਵੀ ਕੀਤੇ ਉੱਥੇ, ਬਹੁਤ ਟੌਪਰ ਇੱਕ ਜਿਸ ਤਰ੍ਹਾਂ ਦਾ ਖਿਆਲ ਸੀ ਮਨ ਦੇ ਵਿੱਚ ਵੀ ਆਪਾਂ ਇੱਦਾਂ ਦੀ ਬ੍ਰਾਂਚ ਬਣਾਉਣੀ ਆ, ਉੱਥੇ ਤੇ ਆਹ ਸਿਸਟਮ ਫਿੱਟ ਹੋਣਾ ਚਾਹੀਦਾ ਗਾ। ਕਿਉਂਕਿ ਉਸ ਮਿਸ਼ਨ ਦੇ ਵਿੱਚੋਂ ਲੰਘੇ ਜਿੱਥੇ ਜਿੱਥੇ ਸਾਨੂੰ ਦਿੱਕਤਾਂ ਆਈਆਂ, ਉਦੋਂ ਅੱਗੇ ਉਹ ਮਿਸ਼ਨ ਨੂੰ ਲੈ ਕੇ ਚੱਲੇ। ਸੋ ਬਹੁਤ ਖੁਸ਼ੀ ਹੁੰਦੀ ਹੈ ਵੀ ਜੋ ਇੱਦਾਂ ਦੀਆਂ ਅਚੀਵਮੈਂਟ ਆਪਾਂ ਕੀਤੀਆਂ ਇਸ ਮਿਸ਼ਨ ਦੇ ਵਿੱਚ ਆ ਕੇ। ਲਗਭਗ 3 ਸਾਲ ਦੇ ਕਰੀਬ ਸਮਾਂ ਹੋ ਚੁੱਕਿਆ ਹੈਗਾ ਇਸ ਮਿਸ਼ਨ ਦੇ ਨਾਲ ਜੁੜਿਆਂ ਨੂੰ। ਔਰ ਬਹੁਤ ਸਾਰੇ ਲੋਕਾਂ ਦਾ ਬਿਮਾਰੀ, ਬੇਰੁਜ਼ਗਾਰੀ ਦੇ ਨਾਲ ਜੋ ਲੋਕ ਜੂਝ ਰਹੇ ਸੀ, ਕਿਉਂਕਿ ਸਾਰਾ ਪੈਸਾ ਜਿਹੜਾ ਕਮਾਉਂਦੇ ਸੀਗੇ ਦੁਬਾਰਾ ਤਾਂ ਬਿਮਾਰੀ ਦੇ ਲੈ ਜਾਂਦੇ ਸੀਗੇ, ਉੱਥੋਂ ਵੀ ਛੁਟਕਾਰਾ ਹੋਇਆ। ਔਰ ਨਾਲ ਹੀ ਮੈਂ ਦੁਬਾਰਾ ਫਿਰ ਥੈਂਕਸ ਕਰਨਾ ਚਾਹਾਂਗਾ ਬੀਡੀ ਸਾਹਿਬ ਦਾ, ਜਿਨ੍ਹਾਂ ਨੇ 23 ਮਾਰਚ ਵਾਲੇ ਦਿਨ ਇਸ ਮਿਸ਼ਨ ਨੂੰ ਚੁਣਿਆ, ਇੱਕ ਸ਼ਹੀਦਾਂ ਦੇ ਦਿਨ ਤੋਂ ਚੁਣਿਆ। ਔਰ ਨਾਲ ਹੀ ਰਾਈਟ ਵੇ ਐਜੂਕੇਸ਼ਨ ਸਿਸਟਮ ਨੇ ਇਹ ਵੀ ਦਿਨ ਚੁਣਿਆ ਵੀ ਉਹਦੇ ਕੋਲੈਬੋਰੇਸ਼ਨ ਕੀਤੀ ਹੈਗੀ। ਸੋ ਇਸ ਮਿਸ਼ਨ ਨੂੰ ਅਸੀਂ ਅੱਗੇ ਲੈ ਕੇ ਇਕੱਲਾ ਸਿਪਾਹੀ ਨਾਲ ਲੈ ਕੇ ਚੱਲਾਂਗੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸਾਰੇ ਮੇਰੇ ਵੀਰਾਂ ਤੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਆਪਣੇ ਇੱਕ ਰਿਜ਼ਲਟ ਤੋਂ ਲੈ ਕੇ ਮਤਲਬ ਕਿ ਇਸ ਬਿਜ਼ਨਸ ਨਾਲ ਜੁੜੀ ਸੀਗੀ। ਅਗਰ ਅੱਜ ਮੈਂ ਬਹੁਤ ਵਧੀਆ ਅੱਗੇ ਵੀ ਕੰਮ ਕਰ ਰਹੀ ਹਾਂ, ਕਾਫੀ ਮੇਰੀਆਂ ਭੈਣਾਂ ਮੇਰੇ ਨਾਲ ਕੰਮ ਕਰ ਰਹੀਆਂ ਨੇ। ਕਾਫੀ ਇਸ ਤੋਂ ਪਹਿਲਾਂ ਮੈਨੂੰ ਕੁਛ ਘੱਟ ਤੋਂ ਪਤਾ ਲੱਗਿਆ ਸੀਗਾ, ਕਿਉਂਕਿ ਮੇਰੀ ਸੁਰਤੀ ਮੇਰੀ ਟੀਮ 'ਚ ਪਈ ਸੀ। ਮੇਰੀ ਟੀਮ ਨਾ ਸਾਡੇ ਪਿੰਡਾਂ ਦੇ ਲਾਗੇ ਇੱਕ ਮੇਲਾ ਲੱਗਦਾ ਹੈਗਾ, ਉਹਨਾਂ ਨੇ ਟਾਰਗੇਟ ਦਿੱਤਾ ਹੋਇਆ ਹੈਗਾ ਵੀ ਆਪਾਂ 3 ਦਿਨ ਆਪਣੇ ਪ੍ਰੋਡਕਟਾਂ ਦੀ ਮਤਲਬ ਕਿ ਕਾਫੀ ਵਧੀਆ ਮਸ਼ਹੂਰੀ ਕਰਨੀ। ਹਾਂਜੀ, ਮਤਲਬ ਕਿ ਮੇਰੀ ਸੁਰਤੀ ਉਹਨਾਂ ਦੇ ਵਿੱਚ ਪਈ ਸੀਗੀ, ਕਿਉਂਕਿ ਮੈਂ ਵੈਸੇ ਤਾਂ ਮਤਲਬ ਕਾਫੀ ਪ੍ਰੋਪਰ ਤਿਆਰੀ ਕਰਕੇ ਆਈ ਹੋਈ ਹਾਂ ਜੀ। ਮਤਲਬ ਕਿ ਸਾਰਾ ਪੋਸਟਰ ਵਗੈਰਾ ਉਹਨਾਂ ਨੂੰ ਛਪਾ ਕੇ, ਪ੍ਰੋਡਕਟ ਵਗੈਰਾ ਦੇ ਕੇ ਅੱਗੇ ਮੈਂ ਉਹਨਾਂ ਨੂੰ ਸਾਰਾ ਕੁਝ ਦੱਸਿਆ ਸੀਗਾ। ਮੈਂ ਤੁਸੀਂ ਇਸ ਤਰ੍ਹਾਂ ਮਤਲਬ ਕਿ ਮਾਸਕ ਲਗਾ ਕੇ ਬੈਠਣਾ, ਮਤਲਬ ਕਿ ਤੁਹਾਡਾ ਕੋਈ ਜ਼ਿਆਦਾਤਰ ਪਸੰਦ ਹੀ ਨਾ ਹੋਵੇ ਵੀ ਲਾਗੇ ਦੇ ਪਿੰਡ ਦੇ ਨੇ ਜਾਂ ਪਿੰਡ ਦੇ ਹੀ ਨੇ, ਵੀ ਅਗਰ ਮੈਂ ਉਧਰ ਹੀ ਜਾਣਕਾਰੀ ਬੈਠੀ ਸੀਗੀ ਤਾਂ ਕਰਕੇ ਮੈਥੋਂ ਇੱਥੇ ਆਇਆ ਨਹੀਂ ਗਿਆ ਹੈਗਾ, ਪਹੁੰਚਿਆ ਨਹੀਂ ਗਿਆ ਹੈਗਾ। ਮੈਂ ਆਪਣੇ ਮੇਰੇ ਨਾਲ ਆਂਟੀ ਜੀ ਵੀ ਆਏ ਨੇ ਬ੍ਰਾਂਚ, ਵਧੀਆ ਚਲਾ ਰਹੇ ਨੇ ਸਾਡੇ ਬਰਨਾਲਾ ਦੇ।
मैं उन्होंने भी साथ मतलब कि इतने बुलाना चाहूँगी ते अगर वेलकम है जी, वेलकम है, प्लीज कम ऑन द स्टेज। हाँ जी, आगे मतलब कि बहुत बढ़िया काम चल रहा है, बढ़िया इनकम कमा रहे हैं कि असी 1.5 तो प्लस हो चुकी है सारी इनकम। हाँ जी, वेलकम है जी। अपना नाम दस दो, जगह का नाम दस दो ते कदों शुरू कीता है? बरनाला 23 नवंबर 2020। हाँ जी, साडे मतलब साडे घर की पहला दुकान साडी किराए ते सी, ब्रांच दी भी सी बलजिंदर सिंह फुल्लेवाल नूं। चलो हौली हौली जो उन्हां दी प्रॉब्लम कोई आउण जाण दी सी, ठीक है, इन्हां ने गरीब अपने परमजीत भैन जी ते अपने आए वे गरमेल ਸਿੰਘ ਉਹਨਾਂ ਨੇ ਕਹੇ ਕਿ ਸਾਨੂੰ ਕਹਿੰਦੇ ਆਂਟੀ ਤੁਸੀਂ ਵਿਹਲੇ ਹੁੰਦੇ ਹੋ ਘਰੇ, ਤੁਸੀਂ ਬ੍ਰਾਂਚ ਲਓ। ਓਕੇ, ਚਲੋ ਉਹਨਾਂ ਦੇ ਕਹੇ ਤੋਂ ਵੀ ਕੁਝ ਪਹਿਲਾਂ ਮਨ ਜਾ ਬਣਦਾ ਨਹੀਂ ਸੀ, ਹੌਲੀ ਹੌਲੀ ਅਸੀਂ ਕਰੇ ਬੈਗ ਵੀ ਵਰਤੇ ਸੀ ਵੈਸੇ ਕਾਫੀ ਹੱਦ ਤੱਕ ਸੀ ਠੀਕ। ਤੇ ਚਲੋ ਅਸੀਂ ਮਨ ਜਾ ਬਣਾ ਕੇ ਫਿਰ ਤੁਹਾਡੇ ਅੰਕਲ ਨੂੰ ਇਹਨਾਂ ਦੇ ਨਾਲ ਤੋਰਤਾ ਫਗਵਾੜਾ ਵਿੱਚ, ਉੱਥੋਂ ਚਲੋ ਬ੍ਰਾਂਚ ਲਿਆ ਹੈ। ਹੁਣ ਸਾਡਾ ਬ੍ਰਾਂਚ ਬਹੁਤ ਸੋਹਣਾ ਕੰਮ ਚੱਲ ਰਿਹਾ ਹੈਗਾ, ਸਾਰੇ ਸਹਿਯੋਗ ਦੇ ਰਿਹਾ ਹੈ। ਗਰਮੇਲ ਦਾ ਸਾਨੂੰ ਬਹੁਤ ਵਧੀਆ ਮਤਲਬ ਸਹਿਯੋਗ ਹੈਗਾ ਤੇ ਸਾਰਾ ਕੰਮ ਸਾਡਾ ਉਹਦੇ ਰਾਹੀਂ ਹੋ ਰਿਹਾ ਹੈਗਾ। ਸਾਰੇ ਜੋ ਵੀ ਟੀਮ ਆ ਸਾਡਾ ਬਹੁਤ ਸਤਿਕਾਰ ਕਰਦੇ ਆ। बहुत बढ़िया जी, बहुत बढ़िया। ਤੇ ਬਾਕੀ ਮੈਂ ਇਹਨਾਂ ਨੂੰ ਕੋਈ ਦੂਜਾ ਪਰਸਨ ਕਰਕੇ ਨਹੀਂ, ਅਸੀਂ ਇਹਨਾਂ ਨੂੰ ਲੈ ਰਹੇ, ਅਸੀਂ ਆਪਣੇ ਘਰ ਦੇ ਮੈਂਬਰ ਹੀ ਸਮਝ ਰਹੇ ਹਾਂ। ਇਸ ਕਰਕੇ ਸਾਨੂੰ ਸਾਰਾ ਬਹੁਤ ਵਧੀਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। थैंक यू, थैंक यू। ਹੈਲੋ, ਹਾਂਜੀ, ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਰਾਈਟਵੇ ਐਜੂਕੇਸ਼ਨ ਦੇ ਆਪਣੇ ਫੈਮਲੀਆਂ ਪਰਿਵਾਰ ਬੈਠੇ ਆ, ਸਾਰਿਆਂ ਨੂੰ ਚਾਹੇ ਉਹ ਛੋਟੇ ਆ ਵੱਡੇ ਆ, ਭੈਣਾਂ ਨੇ ਭਰਾ ਨੇ, ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਾਰਿਆਂ ਦਾ ਜੀ ਆਇਆਂ ਕਹਿੰਦੇ ਆ ਤੇ ਵੈਲਕਮ ਕਰਦੇ ਆ। ਜੋ ਅੱਜ ਆਪਣਾ ਕੋਲੈਬੋਰੇਸ਼ਨ ਦਾ ਦਿਨ ਹੈਗਾ, ਆਪਾਂ ਇੱਕ ਸੈਲੀਬ੍ਰੇਟ ਕਰ ਰਹੇ ਆ, ਆਪਾਂ ਜਨਮ ਦਿਨ ਮਤਲਬ ਬਰਥਡੇ ਆਪਾਂ ਆਪਣੇ ਤਾਂ ਬਹੁਤ ਮਨਾ ਰਹੇ ਆ, ਡੇਲੀ ਆਪਾਂ ਮਨਾ ਰਹੇ ਆ, ਕੇਕ ਕੱਟ ਰਹੇ ਆ। ਔਰ ਅੱਜ ਆਪਣਾ ਜਿੱਥੋਂ ਆਪਾਂ ਨੂੰ ਕੇਕ ਕੱਟਣ ਦੀ ਰਸਮ ਆਪਾਂ ਨੂੰ ਮਿਲੀ, ਉਸ ਜਨਮ ਦਿਨ ਦਾ ਆਪਾਂ ਕੇਕ ਕੱਟਣਾਗਾ, ਉਹ ਪਾਰਟਿਸਿਪੇਟ ਕੀਤਾ ਉਸ ਸਿਸਟਮ ਦੀ ਬਦੌਲਤ ਆਪਾਂ ਜਿਹੜੇ ਸਾਰੇ ਇੱਥੇ ਪਰਸਨ ਇਕੱਠੇ ਹੋਏ ਆ, ਤਾਂ ਉਹ ਸਭ ਦਿਹਾੜੇ ਦੀਆਂ ਸਭ ਨੂੰ ਵਿਸ਼ੇਸ ਨੇ, ਸਭ ਨੂੰ ਹੈਪੀ ਮਤਲਬ ਸਟੇਟ ਤੇ ਮੈਂ ਵੈਲਕਮ ਕਿਹਾ। ਸਾਰਿਆਂ ਨੇ ਮਤਲਬ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ, ਤਾਂ ਸਾਰਿਆਂ ਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਵਧਾਈਆਂ। ਮਤਲਬ ਆਪਣਾ MIL ਔਰ ਰਾਈਟਵੇ ਐਜੂਕੇਸ਼ਨ ਦੀ ਜੇ ਕਹੀਏ 23 ਮਾਰਚ ਨੂੰ ਸ਼ੁਰੂਆਤ ਹੋਈ ਸੀ ਔਰ 8 ਅਗਸਤ 2018 ਨੂੰ ਇਸ ਸਿਸਟਮ ਨਾਲ ਆਪਾਂ ਜੁੜ ਗਏ ਸੀਗੇ। ਤਾਂ ਜੁੜਨ ਦਾ ਮੌਕਾ ਵੀ ਰਿਜ਼ਲਟ ਦਾ ਹੀ ਸੀ, ਜਿਵੇਂ ਸਾਰਿਆਂ ਨੇ ਦੱਸਿਆ। ਤਾਂ ਇੱਥੇ ਆਪਣੀ ਗੱਲਬਾਤ ਚੱਲ ਰਹੀ ਸੀਗੀ ਵੀ ਆਪਾਂ ਸਾਰੇ ਪਰਿਵਾਰਾਂ ਨੇ ਦੱਸਿਆ ਵੀ ਕਿਸੇ ਨੇ ਮੈਂ 10% ਕੰਮ ਕਰਦਾ, ਕਿਸੇ ਨੇ 5% ਕੰਮ ਕਰਦਾ, ਕੋਈ ਕਹਿੰਦਾ ਮੈਂ ਪਾਰਟ ਟਾਈਮ ਕਰਦਾ, ਮਤਲਬ ਫੁੱਲ ਟਾਈਮ ਕਿਸੇ ਨੇ ਵੀ ਨਹੀਂ ਦੱਸਿਆ ਵੀ ਮੈਂ ਫੁੱਲ ਟਾਈਮ ਕੰਮ ਕਰਦਾ। ਹੁਣ ਤੁਸੀਂ ਇਹ ਦੇਖੋ, ਜਿਹੜੇ ਪਰਸਨ ਜਿਹੜੇ ਫੁੱਲ ਟਾਈਮ ਕਰ ਰਹੇ ਨੇਗੇ, ਜਿਹੜੇ ਹੁਣ ਮਤਲਬ ਚਲੋ ਪਾਰਟ ਟਾਈਮ ਕਰਦੇ ਆ, ਕੋਈ ਨਾ ਕੋਈ ਜੌਬਸ ਕਰ ਰਹੇ ਨੇ ਜਾਂ ਕੋਈ ਕਾਰੋਬਾਰ ਕਰ ਰਹੇ ਨੇਗੇ, ਜਿਹੜੇ ਪਾਰਟ ਟਾਈਮ ਕਮਾਲਾ ਕੰਮ ਕਰ ਰਹੇ ਉਹ ਕਰੀ ਜਾਣ, ਆਨਲਾਈਨ ਕਰ ਰਹੇ ਆ ਚਾਹੇ ਆਫਲਾਈਨ ਕਰ ਰਹੇ ਆ, ਜਿੰਨਾ ਉਹਨਾਂ ਨੂੰ ਟਾਈਮ ਮਿਲਦਾ। ਬਟ ਜਿਹੜੇ 100% ਇਸ ਸਿਸਟਮ ਨੂੰ ਮਤਲਬ ਆਪਣੇ ਆਪ ਨੂੰ ਸੌਂਪਤਾ ਵੀ ਮੈਂ ਸਿਸਟਮ ਦੇ ਵਿੱਚ 100% ਕੰਮ ਕਰਨਾ, ਹੁਣ ਉਹ ਦੇਖੋ ਵੀ ਯਾਰ ਆਪਣੇ ਵਿੱਚ ਕੀ ਕਮੀਆਂ ਨੇ, ਕੀ ਘਾਟਾਂ ਨੇ। ਇਹ ਪਾਰਟ ਟਾਈਮ 5 ਮਿੰਟ 10 ਮਿੰਟ ਜਾਂ ਅੱਧਾ ਘੰਟਾ 2 ਘੰਟੇ ਲਾ ਕੇ ਆਨਲਾਈਨ ਲਾ ਕਰਕੇ ਇੰਨੀ ਇਨਕਮ ਕ੍ਰੀਏਟ ਕਰ ਸਕਦੇ ਨੇ, ਤਾਂ ਆਪਾਂ ਕਿੰਨੀ ਇਨਕਮ ਕ੍ਰੀਏਟ ਕਰ ਸਕਦੇ ਆ। ਤਾਂ ਉਹ ਆਪਾਂ ਸਾਰੀਆਂ ਕਮੀਆਂ ਦੂਰ ਕਰਨੀਆਂ ਨੇ। ਮਤਲਬ MIL ਦਾ ਕੀ ਕਰਨਾ, MIL ਨੇ ਕੀ ਕੀਤਾ, ਮਨੀ ਦਿੱਤੀ, ਮਤਲਬ ਇਨਕਮ ਆਪਾਂ ਨੂੰ ਪੈਸਾ ਅਰਨ ਕਰਨ ਦਾ ਮੌਕਾ ਦਿੱਤਾ। ਔਰ ਰਾਈਟਵੇ ਐਜੂਕੇਸ਼ਨ ਕੀ ਆ, ਰਾਈਟਵੇ ਐਜੂਕੇਸ਼ਨ ਨੇ ਆਪਾਂ ਨੂੰ ਸਹੀ ਗਿਆਨ ਦਿੱਤਾ। ਮਤਲਬ MIL ਨੇ ਪੈਸਾ ਦਿੱਤਾ, ਉਹ ਟਾਈਮ ਪੈਸਾ ਦਿੱਤਾ ਜਦੋਂ ਸੱਚੇ ਪਾਤਸ਼ਾਹ ਦੀ ਮੈਂ ਬਹੁਤ ਬਹੁਤ ਥੈਂਕਸ ਕਰਦਾ ਵਾਹਿਗੁਰੂ ਦਾ, ਉਸ ਟਾਈਮ ਇਹ ਸਿਸਟਮ ਨਾਲ ਮਿਲਾਇਆ ਜਦੋਂ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਔਰ ਉਸ ਟਾਈਮ ਹੀ ਮਤਲਬ ਜਦੋਂ ਪੈਸੇ ਦੀ ਜ਼ਰੂਰਤ ਸੀ, ਪਹਿਲਾਂ ਵੀ ਬਹੁਤ ਪੈਸਾ ਸੀਗਾ, ਔਰ ਜੇ ਕਹੀਏ ਪੈਸਾ ਸਾਹਮਣਾ ਨਹੀਂ ਆਇਆ, ਗਿਆਨ ਨਹੀਂ ਸੀਗਾ। ਤਾਂ ਉਸ ਟਾਈਮ ਤੋਂ ਬਾਅਦ ਜਦੋਂ ਇਹ ਸਿਸਟਮ ਨਾਲ ਜੁੜੇ, ਥੋੜੇ ਟਾਈਮ ਬਾਅਦ ਹੀ ਰਾਈਟਵੇ ਐਜੂਕੇਸ਼ਨ ਸਿਸਟਮ ਹੋਣ ਦੇ ਵਿੱਚ ਆਇਆ, ਤਾਂ ਇਸ ਟਾਈਮ ਲੱਗਿਆ ਵੀ ਵਾਕਈ ਯਾਰ ਸਹੀ ਆ, ਪੈਸਾ ਤਾਂ ਹੁਣ ਕਮਾਵਾਂਗੇ, ਪੈਸੇ ਨੂੰ
ਕਿਵੇਂ ਸਾਹਮਣਾ, ਕਿਵੇਂ ਗਿਆਨ ਵਾਲਾ ਪ੍ਰਾਪਤ ਕਰਨਾ, ਉਹਦੀ ਰਾਈਟ ਵੇ ਐਜੂਕੇਸ਼ਨ ਸਿਸਟਮ ਵਾਲਾ ਹੋਂਦ ਦੇ ਵਿੱਚ ਆਇਆ, ਜਿੱਥੋਂ ਸਹੀ ਗਿਆਨ ਮਿਲਿਆ, ਮਤਲਬ ਰਾਈਟ ਗਿਆਨ ਮਿਲਿਆ, ਸਿੱਖੇ ਔਰ ਸਿੱਖਦੇ ਸਾਰੀਆਂ ਉਹ ਜੋ ਕਮੀਆਂ ਸੀ ਉਹ ਸੁਧਾਰਦੇ ਗਏ। ਜਦੋਂ ਉਹ ਆਪਣੇ ਆਪ ਨੂੰ ਅਪਡੇਟ ਕਰਦੇ ਗਏ ਤਾਂ ਅੱਜ ਤੁਹਾਡੇ ਸਾਹਮਣੇ ਆ, ਵਧੀਆ ਪੈਸਾ ਵੀ ਕਮਾਇਆ, ਵਧੀਆ ਗਿਆਨ ਵੀ ਆ, ਤੇ ਵਾਹਿਗੁਰੂ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ। ਮਤਲਬ ਆਪਾਂ ਜੇ ਗੱਲ ਕਰੀਏ, ਮੇਰੇ ਕੋਲੇ 1 ਰੁਪਿਆ ਗਾ, ਤੁਹਾਡੇ ਕੋਲੇ ਵੀ 1 ਰੁਪਿਆ ਗਾ, ਤਾਂ ਮੈਂ ਤੁਹਾਡਾ 1 ਰੁਪਿਆ ਲੈਣਾ, ਤੁਸੀਂ ਮੇਰਾ 1 ਰੁਪਿਆ ਲੈ ਲਓ, ਤਾਂ ਆਪਣੇ ਕੋਲੇ 1 ਰੁਪਿਆ ਹੀ ਹੋਊਗਾ। ਅੱਜ ਆਪਾਂ ਕਾਹਦੇ ਲਈ ਇਕੱਠੇ ਹੋਏ ਆ? ਮਤਲਬ ਤੁਹਾਡੇ ਕੋਲੇ ਇੱਕ ਵਧੀਆ ਵਿਚਾਰ ਆ, ਮੇਰੇ ਕੋਲੇ ਇੱਕ ਵਧੀਆ ਵਿਚਾਰ ਆ, ਤੁਸੀਂ ਮੈਨੂੰ ਦੱਸਦਾ, ਮੈਂ ਤੁਹਾਨੂੰ ਦੱਸਦਾ, ਆਪਣੇ ਕੋਲੇ 2 ਵਧੀਆ ਵਿਚਾਰ ਹੋ ਗਏ। ਆਪਾਂ ਇਹ ਚੀਜ਼ ਲੈਣ ਆਏ ਹੁੰਦੇ ਆ ਇੱਥੇ, ਆਪਾਂ ਕਿਸੇ ਨਾ ਕਿਸੇ ਤੋਂ ਕੁਝ ਸਿੱਖਣਾ ਹੁੰਦਾਗਾ। ਜਿਹੜੀ ਚੰਗੀ ਗੱਲ ਆਪਾਂ ਨੂੰ ਲੱਗਦੀ ਆ ਉਹ ਆਪਾਂ ਸਿੱਖਣੀ ਆ, ਉਹ ਚਾਹੇ ਛੋਟਾ ਬੰਦਾ ਦੱਸ ਜੇ ਚਾਹੇ ਵੱਡਾ ਬੰਦਾ ਦੱਸ ਦੇ। ਮਤਲਬ ਇਹ ਨਹੀਂ ਦੇਖਣਾ ਵੀ ਇਹਨੇ 5000 ਕਮਾਇਆ, ਇਹਨੇ 50 ਲੱਖ ਕਮਾਇਆ। ਜਿੱਥੋਂ ਵੀ ਕੁਝ ਸਿੱਖਣ ਨੂੰ ਮਿਲਦਾ ਉਹ ਆਪਾਂ ਪ੍ਰਾਪਤ ਕਰਨਾਗਾ, ਉਹਨੂੰ ਆਪਣਾ ਪ੍ਰੈਕਟੀਕਲ ਲਾਈਫ ਦੇ ਵਿੱਚ ਲਾਗੂ ਕਰਨਾ। ਜਦੋਂ ਆਪਾਂ ਲਾਗੂ ਕਰਾਂਗੇ ਉਹਦੇ ਜਿਹੜੇ ਰਿਜ਼ਲਟ ਆ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਮਤਲਬ ਦਿਸਣੇ ਸ਼ੁਰੂ ਹੋ ਜਾਣਗੇ। ਮੇਰੇ ਵਾਰੀ ਟਾਈਮ ਕੱਟ ਗਿਆ, ਮੈਂ ਪਹਿਲਾਂ ਹੀ ਗੱਲ ਕਰ ਰਿਹਾ ਸੀਗਾ ਜੀ, ਤੇ ਚਲੋ ਕੋਈ ਗੱਲ ਨਹੀਂ। ਇਹ ਸਿਸਟਮ ਦੀ ਬਦੌਲਤ ਹੀ ਆ ਜੀ। ਜਦੋਂ ਮਤਲਬ ਸਟਾਰਟ ਕੀਤਾ ਸੀ 18ਵੇਂ ਮਹੀਨੇ ਦੇ ਵਿੱਚ, ਉਸ ਤੋਂ ਪਹਿਲਾਂ ਜੇ ਮੈਂ ਗੱਲਬਾਤ ਕਰਾਂ, ਮੈਂ ਇੱਕ ਥਾਂ ਨੌਕਰੀ ਕਰ ਰਿਹਾ ਸੀ 17 ਸਾਲ ਤੋਂ। 17 ਸਾਲ ਤੋਂ ਇੱਕ ਥਾਂ ਨੌਕਰੀ ਕਰਦੇ ਮਤਲਬ ਉੱਥੇ ਜੇ ਗੱਲ ਕਰੀਏ ਇਨਕਮ ਤਾਂ ਵਧੀਆ ਨਹੀਂ ਕ੍ਰੀਏਟ ਹੋਈ। ਇਨਕਮ ਤਾਂ ਮਤਲਬ 500 ਤੋਂ ਲੈ ਕੇ 6500 ਤੱਕ ਹੀ ਪਹੁੰਚਿਆ ਮੈਂ 16-17 ਸਾਲਾਂ ਦੇ ਵਿੱਚ। ਬਟ ਉੱਥੇ ਜੇ ਕਹਾਂ ਮੈਂ ਇੱਕ ਥਾਂ ਟਿਕ ਕੇ ਜਿਹੜਾ ਕੰਮ ਕੀਤਾ ਨਾ, ਉਹਦੇ ਨਾਲ ਮੇਰੇ ਜਿਹੜੇ ਸਕਿੱਲ ਮਤਲਬ ਲਿੰਕ ਵਧੇ। ਮੇਰੀ ਇੱਕ ਉੱਥੇ ਜੇ ਕਹਿ ਲਈਏ ਇੱਜ਼ਤ ਮਿਲੀ ਮੈਨੂੰ ਉੱਥੇ, ਸਾਰੇ ਜੇ ਕਹਿ ਲਈਏ ਲਵੇ ਹਸਪਤਾਲ ਜਾਂ ਹੋਰ ਆ, ਉੱਥੇ ਮੇਰੀ ਜਾਣ ਪਛਾਣ ਬਹੁਤ ਵਧੀ। ਉਹ ਰੀਜਨ ਕੀ ਸੀਗਾ? ਇੱਕ ਥਾਂ ਟਿਕਣ ਕਰਕੇ। ਮਤਲਬ ਆਪਾਂ ਕੀ ਕਰਦੇ ਨਾ, ਜਿਵੇਂ ਕੁਝ ਪਰਿਵਾਰ ਨੇ ਟਿਕਦੇ ਨਹੀਂ ਗਏ, ਮਤਲਬ ਜਿਹੜਾ ਕਾਰੋਬਾਰ ਆ ਟਿਕਣਾ ਜ਼ਰੂਰੀ ਆ, ਖੈਰਾਤ ਜ਼ਰੂਰੀ ਆ। ਕਈ ਨਾ ਸਪੀਡ ਚੱਕ ਦਿੰਦੇ ਨੇ, ਮੈਂ ਚੱਕ ਦੂੰ ਫੱਟੇ ਇੱਥੇ ਸੁਣ ਲੈਂਦੇ ਆ, ਜਿਹੜੇ 20 ਲੱਖ ਕਮਾ ਲਿਆ ਮੈਂ ਤਾਂ ਅੱਜ ਚੱਕ ਕੇ 30 ਕਮਾ ਲੂੰ। ਮਤਲਬ ਸਪੀਡ ਜ਼ਰੂਰੀ ਆ, ਨਾਲ ਠਹਿਰਾਅ ਵੀ ਜ਼ਰੂਰੀ ਆ। ਜ਼ਿੰਦਗੀ ਦੇ ਵਿੱਚ ਠਹਿਰਾਅ ਜ਼ਰੂਰੀ ਆ। ਤੁਸੀਂ ਕਛੂਏ ਦੀ ਚਾਲ ਚੱਲਣਾ ਹੁੰਦਾਗਾ। ਮਤਲਬ ਕਈ ਪਰਿਵਾਰ ਆ ਫਿਰ ਆਪਾਂ ਕਾਹਲੀ ਕਰ ਦਿੰਦੇ ਆ, ਜਿੰਨੀ ਐਕਸਾਈਟਮੈਂਟ ਹੁੰਦੀ ਆ ਉਹ ਆਪਾਂ ਇੱਕ ਵਾਰੀ ਚ ਹੀ ਕਰ ਦਿੰਦੇ ਆ, ਫਿਰ ਆਪਾਂ ਬਹਿ ਜਾਂਦੇ ਆ। ਮਤਲਬ ਕੰਟੀਨਿਊ ਜੁੜੇ ਰਹਿਣਾ, ਕੰਟੀਨਿਊ ਕੰਮ ਕਰਨਾ, ਧੀਵੇਂ ਕੰਮ ਕਰਦੇ ਰਹੋ। ਜਿਵੇਂ ਤੁਸੀਂ ਸਿਸਟਮ ਨਾਲ ਜੁੜੇ ਰਹੋਗੇ, ਤੁਸੀਂ ਸਿੱਖਦੇ ਜਾਓਗੇ, ਸਿਖਾਉਂਦੇ ਜਾਓਗੇ, ਇਨਕਮ ਆਟੋ ਕ੍ਰੀਏਟ ਕਰਦੇ ਜਾਓਗੇ, ਕਮਾਉਂਦੇ ਜਾਓਗੇ। ਮਤਲਬ ਜ਼ਰੂਰੀ ਆ ਇਹ, ਮਤਲਬ ਇੱਕ ਥਾਂ ਟਿਕੇ ਰਹਿਣਾ, ਟਿਕ ਕੇ ਕੰਮ ਕਰਨਾ। ਕਈ ਪਰਿਵਾਰ ਜਦੋਂ ਉਹਨੂੰ ਕੋਈ ਮਤਲਬ ਪ੍ਰਮਾਤਮਾ ਹੁਣ ਆਪਾਂ ਚਾਹੁੰਦੇ ਆ ਵੀ ਲੱਖ ਰੁਪਏ ਮੈਂ ਚਾਹਣਾ, ਮੈਂ ਆਪਦੀ ਗੱਲ ਹੀ ਕਰਾਂ, ਮੈਂ ਲੱਖ ਰੁਪਏ ਕਮਾਉਣਾ ਚਾਹਣਾ। ਹੁਣ ਪ੍ਰਮਾਤਮਾ ਵੀ ਆਪਾਂ ਨੂੰ ਪਰਖੂਗਾ ਤਾਂ ਸਹੀ ਨਾ ਵੀ ਇਹ ਲੱਖ ਰੁਪਏ ਦੇ ਕਾਬਲ ਹੈਗਾ ਕਿ ਨਹੀਂ ਹੈਗਾ। ਹੁਣ ਜਦੋਂ ਨੂੰ ਆਪਣੀ ਪ੍ਰੀਖਿਆ ਦੀ ਘੜੀ ਆਉਂਦੀ ਆ, ਉਦੋਂ ਆਪਾਂ ਛਾਪ ਕਰ ਦਿੰਦੇ ਆ, ਉਦੋਂ ਆਪਾਂ ਆਪਣਾ ਜਿਹੜਾ ਕਦਮ ਆ ਅੱਗੇ ਦੀ ਬਜਾਏ ਪਿੱਛੇ ਪੁੱਟ ਲੈਂਦੇ ਆ। ਜਦੋਂ ਪ੍ਰਮਾਤਮਾ ਆਪਾਂ ਨੂੰ ਦੇਣਾ ਚਾਹੁੰਦਾ, ਆਪਣੀ ਝੋਲੀ ਖੁਸ਼ੀਆਂ ਨਾਲ ਭਰਨਾ ਚਾਹੁੰਦਾਗਾ, ਉਦੋਂ ਕਿਤੇ ਨਾ ਕਿਤੇ ਆਪਣਾ ਬੈਕ ਗੇਅਰ ਪੈ ਜਾਂਦਾ। ਪ੍ਰਮਾਤਮਾ ਦਾ ਕੋਈ ਕਸੂਰ ਨਹੀਂ, ਸਿਸਟਮ ਸਾਰਿਆਂ ਨੂੰ ਵਧੀਆ ਮਿਲਿਆ, ਸਾਰਿਆਂ ਨੂੰ ਸੇਮ ਸਿਸਟਮ ਆ, ਸਾਰਿਆਂ ਨੂੰ ਇੱਥੇ ਗਾਈਡ ਕੀਤਾ ਜਾਂਦਾ, ਸੇਮ ਗਾਈਡ ਕੀਤਾ ਜਾਂਦਾ, ਸਾਰਿਆਂ ਲਈ ਉਹੀ ਮਤਲਬ ਸਾਰੇ ਰੂਲਸ ਨੇਗੇ। ਜਿਹੜੇ ਉਹ ਰੂਲਸ ਨੂੰ ਫੋਲੋ ਕਰਦੇ ਨੇਗੇ ਉਹ ਅੱਗੇ ਵਧੀ ਜਾਂਦੇ, ਜਿਹੜੇ ਰੂਲਸ ਨੂੰ ਨਹੀਂ ਫੋਲੋ ਕਰਦੇ ਉਹ ਆਪਣੇ ਆਪ ਸਿਸਟਮ ਚੋਂ ਆਊਟ ਹੋਈ ਜਾਂਦੇ ਨੇ ਔਰ ਹੁੰਦੇ ਰਹਿਣਗੇ। ਇਸ ਕਰਕੇ ਆਪਾਂ ਲਗਾਤਾਰ ਮਤਲਬ ਸਿਸਟਮ ਨਾਲ ਜੁੜੇ ਰਹਿਣਾ ਜ਼ਰੂਰੀ ਆ। ਤਾਂ ਦੋਸਤੋ 2018 ਦੇ ਵਿੱਚ MYL ਔਰ ਰਾਈਟ ਵੇ ਐਜੂਕੇਸ਼ਨ ਸਿਸਟਮ ਚੱਲਦੇ ਆਪਸ ਵਿੱਚ। ਔਰ ਉਸ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ, ਮੈਂ ਖੇਤੀ ਦਾ ਕਾਰੋਬਾਰ ਆਪਣਾ, ਖੇਤੀ ਦੇ ਨਾਲ ਇਹ ਪ੍ਰੋਡਕਟਾਂ ਬਾਰੇ ਮੈਨੂੰ ਪਤਾ ਲੱਗਿਆ। ਤਾਂ ਜਦੋਂ ਇਹ ਪ੍ਰੋਡਕਟਾਂ ਬਾਰੇ ਪਤਾ ਲੱਗਿਆ, ਬਲਕਾਰ ਸਰ ਔਰ ਗੁਰਤੇਜ ਸਰ ਮੈਨੂੰ ਮਿਲੇ, ਤਾਂ ਮੈਂ ਮਾਤਾ ਦੇ ਉੱਪਰ ਯੂਜ਼ ਕੀਤੇ ਪ੍ਰੋਡਕਟ। ਔਰ ਉਸ ਟਾਈਮ ਦੇ ਉੱਪਰੋਂ ਯੂਜ਼ ਕੀਤੇ ਹੋਏ ਪ੍ਰੋਡਕਟ 2018 ਦੇ 8ਵੇਂ ਮਹੀਨੇ ਦੀ ਮੈਂ ਗੱਲ ਕਰ ਰਿਹਾ। ਔਰ ਅੱਜ ਲਗਭਗ ਮੈਨੂੰ ਇਸ ਸਿਸਟਮ ਦੇ ਵਿੱਚ 3.5 ਸਾਲ ਹੋ ਚੁੱਕੇ ਆ। ਔਰ ਇਹ ਸਿਸਟਮ ਦੇ ਨਾਲ ਇਸ ਸਿਸਟਮ ਦੇ ਨਾਲ ਕੀ ਕਮਾਇਆ ਉਹ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ। ਔਰ ਕਿਵੇਂ ਕਮਾਇਆ, ਕਿਉਂ ਕਮਾਉਣਾ ਪਿਆ, ਉਹ ਵੀ ਆਪਾਂ 15 ਮਿੰਟ ਦਾ ਮੇਰਾ ਟਾਈਮ ਆ। ਤਾਂ ਅੱਜ ਜਨਮ ਦਿਨ ਵੀ ਆਪਣਾ MYL ਦਾ ਰਾਈਟ ਵੇ ਦਾ, ਔਰ ਆਪਣੇ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਆ। ਤਾਂ
ਇਹ ਦੋਸਤੋ ਕੁਝ ਵੀਰ ਸੋਚ ਰਹੇ ਹੋਣਗੇ ਵੀ 23 ਮਾਰਚ ਹੀ ਕਿਉਂ ਚੁਣਿਆ ਗਿਆ, ਕਿਉਂਕਿ ਭਗਤ ਸਿੰਘ ਨੇ ਆਜ਼ਾਦੀ ਦਿਵਾਈ ਜੀ, ਪਰ ਅਸਲ ਦੇ ਵਿੱਚ ਆਪਾਂ ਨੂੰ ਆਜ਼ਾਦੀ ਨਹੀਂ ਮਿਲੀ। ਕਿਤੇ ਨਾ ਕਿਤੇ ਆਪਾਂ ਨੂੰ ਉਹ ਕਰਜ਼ੇ ਨੇ ਦੱਬ ਲਿਆ, ਬਿਮਾਰੀਆਂ ਨੇ ਦੱਬ ਲਿਆ, ਪਰ ਮੈਂ ਸਮਝਦਾ ਕਿ ਮੈਨੂੰ ਜਿਹੜੀ ਅਸਲੀ ਆਜ਼ਾਦੀ ਮਿਲੀ ਆ ਉਹ ਰਾਈਟ ਟੂ ਐਜੂਕੇਸ਼ਨ ਸਿਸਟਮ ਤੋਂ ਮਿਲੀ ਆ। ਜਦੋਂ ਵੀ ਆਪਾਂ ਕੋਈ ਕੰਮ ਸਟਾਰਟ ਕਰਨਾ ਤਾਂ ਆਪਣੇ ਕੁਝ ਜੇ ਮੈਂ ਗੱਲ ਕਰਾਂ ਵੀ ਜੇ ਤੁਸੀਂ ਵੱਡਾ ਕੁਝ ਕਰਨਾ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ, ਅਗਰ ਤੁਹਾਡੇ ਉੱਤੇ ਕੋਈ ਪ੍ਰੋਬਲਮ ਹੈਗੀ ਆ, ਮੰਨ ਲਓ ਤੁਹਾਨੂੰ ਵੀ ਲੱਗਦਾ ਵੀ ਜਿਹੜੀ ਇਹ ਮੇਰੇ ਪ੍ਰੋਬਲਮ ਆ, ਜਿਵੇਂ ਮੈਂ ਆਪਣੀ ਗੱਲ ਕਰਾਂ 2018 ਦੇ ਵਿੱਚ ਮੇਰੇ ਉੱਪਰ ਜਿਹੜੀ ਪ੍ਰੋਬਲਮ ਸੀ ਉਹ ਹੈਗੀ ਸੀ 26.5 ਲੱਖ ਦਾ ਕਰਜ਼ਾ। ਤਾਂ ਜ਼ਮੀਨ ਮੇਰੇ ਕੋਲ ਕਿੰਨੀ ਆ 5 ਏਕੜ। ਹੁਣ 2018 ਦੇ ਵਿੱਚ ਮੇਰੀ ਉਹ ਪ੍ਰੋਬਲਮ ਸੀ, ਸਭ ਦੀ ਹੋ ਸਕਦੀ ਹੈ ਜੀ, ਹੋ ਸਕਦਾ ਤੁਹਾਡੇ ਜੋ ਵੀ ਪਰਿਵਾਰ ਬੈਠਾ ਹੋਵੇ ਜਿਹਦੀ ਕਰਜ਼ਾ ਪ੍ਰੋਬਲਮ ਹੋਵੇ ਜਾਂ ਹੋਰ ਕੋਈ ਪ੍ਰੋਬਲਮ ਆ। ਹੁਣ ਅਗਰ ਤੁਸੀਂ ਉਹ ਪ੍ਰੋਬਲਮ ਚੋਂ ਨਿਕਲਣਾ ਚਾਹੁੰਦੇ ਹੋ ਤਾਂ ਉਹ ਪ੍ਰੋਬਲਮ ਆ ਜਿਹੜੀ ਤੁਹਾਡੀ, ਜਿਵੇਂ ਮੇਰੀ 26.5 ਲੱਖ ਕਰਜ਼ਾ ਪ੍ਰੋਬਲਮ ਸੀ, ਮੈਨੂੰ ਨਹੀਂ ਪਤਾ ਤੁਹਾਡੀ ਕੀ ਪ੍ਰੋਬਲਮ ਆ, ਅਗਰ ਉਹ ਪ੍ਰੋਬਲਮ ਨੂੰ ਤੁਸੀਂ ਡ੍ਰੀਮ ਦੇ ਵਿੱਚ ਬਦਲ ਲਓ, ਮਤਲਬ ਜਿਹੜੀ ਤੁਹਾਡੀ ਪ੍ਰੋਬਲਮ ਆ ਉਹਨੂੰ ਤੁਸੀਂ ਟਾਰਗੇਟ ਲੈ ਲਓ ਵੀ ਇਹ ਮੇਰਾ ਡ੍ਰੀਮ ਹੈ, ਇਹਨੂੰ ਮੈਂ ਪੂਰਾ ਕਰਨਾ, ਤਾਂ ਤੁਸੀਂ ਬਿਲਕੁਲ ਪੂਰਾ ਕਰ ਸਕਦੇ ਹੋ। ਮੈਂ ਕਿੱਦਾਂ ਪੂਰਾ ਕੀਤਾ? 18 ਦੇ ਵਿੱਚ ਮੈਂ ਬਲਕਾਰ ਸਾਹਿਬ ਨਾਲ ਬੈਠਿਆ, ਮੈਂ ਸਰ ਮੈਨੂੰ ਕਹਿੰਦੇ ਵੀ ਪਹਿਲਾਂ ਦੱਸ ਵੀ ਕਰਨਾ ਕੀ ਚਾਹੁੰਦਾ। ਮੈਂ ਸਰ ਮੇਰਾ ਇੰਨਾ ਕਰਜ਼ਾ ਹੈਗਾ ਵੀ ਇਹ ਖਤਮ ਕਰਨਾ ਚਾਹੁੰਦਾ, ਕਿੱਦਾਂ ਹੋਊਗਾ? ਕਹਿੰਦੇ ਬਹੁਤ ਸਿੰਪਲ ਹੈਗਾ। ਤਾਂ ਉੱਥੇ ਮੇਰਾ ਇੱਕ ਡ੍ਰੀਮ ਬਣਾਇਆ ਗਿਆ, ਜਿਹੜਾ ਕਰਜ਼ਾ ਸੀ, ਜਿਹੜੀ ਮੇਰੀ ਪ੍ਰੋਬਲਮ ਸੀ, ਉਹਨੂੰ ਮੈਂ ਆਪਣਾ ਡ੍ਰੀਮ ਮੰਨ ਲਿਆ। ਡ੍ਰੀਮ ਮਤਲਬ ਟਾਰਗੇਟ ਮੰਨ ਲਿਆ ਵੀ ਮੈਂ ਇੱਥੇ ਪਹੁੰਚਣਾ ਹੈਗਾ। ਜਿਵੇਂ ਆਪਣਾ ਸਾਰਿਆਂ ਦਾ ਅੱਜ ਦਾ ਟਾਰਗੇਟ ਕੀ ਸੀਗਾ ਜੀ ਹਵੇਲੀ, ਤਾਂ ਮੇਰਾ ਟਾਰਗੇਟ ਕੀ ਸੀਗਾ 2018 ਦੇ 8ਵੇਂ ਮਹੀਨੇ ਦੇ ਵਿੱਚ ਮੇਰਾ ਟਾਰਗੇਟ ਸੀ 26 ਲੱਖ ਪਾਰ ਕਰਨਾ। ਤਾਂ ਹੁਣ ਦੇਖਣ ਨੂੰ ਤੁਹਾਨੂੰ 26 ਲੱਖ ਬਹੁਤ ਲੱਗਦਾ, ਪਰ ਜਦੋਂ ਰਾਈਟ ਟੂ ਐਜੂਕੇਸ਼ਨ ਸਿਸਟਮ ਦੇ ਨਾਲ ਜੁੜ ਜਾਓਗੇ ਤਾਂ ਉਹ ਜਿਹੜਾ ਤੁਹਾਡਾ ਟਾਰਗੇਟ ਉਹ ਤੁਹਾਨੂੰ ਛੋਟਾ ਲੱਗੂਗਾ। ਕਿੱਦਾਂ ਛੋਟਾ ਲੱਗੂਗਾ? ਮੈਂ ਸੋਚਿਆ ਵੀ ਜੇ 26 ਲੱਖ ਨੂੰ ਲੈ ਕੇ ਚੱਲਾਂਗੇ, 26 ਲੱਖ ਉਹ ਕਦੇ ਵੀ ਖਤਮ ਨਹੀਂ ਹੋਣਾ। ਤਾਂ 26 ਲੱਖ ਨੂੰ 3 ਤੇ ਵੰਡ ਲਿਆ ਜੀ, 26 ਨੂੰ ਵੰਡ ਦੋ ਜੀ 3 ਤੇ, ਮੇਰੇ ਖਿਆਲ ਚ 8-9 ਲੱਖ, ਕਿਉਂਕਿ ਮੈਂ ਪੜਿਆ ਤਾਂ ਜ਼ਿਆਦਾ ਹੈ ਨਹੀਂ, 8 ਪੜਿਆ ਹੋਇਆ। 8ਵੀਂ ਚੋਂ ਵੀ ਸੱਚੀ ਗੱਲ ਦੱਸਦਾ, ਸਾਡੇ ਨਾਲ ਘਰ ਦੀ ਸ਼ਰਾਬ ਬਹੁਤ ਕੱਢਦੇ ਹੁੰਦੇ, ਪਹਿਲਾਂ ਹੁਣ ਨਹੀਂ ਕਰਦੇ, ਕਿਤੇ ਹੁਣ ਮੇਰਾ ਨਾਮ ਰੱਖਦੇ ਹੋ ਤੁਸੀਂ ਵੀ ਏਦਾਂ ਦਾ ਹੈ ਨਹੀਂ, ਕਿਉਂਕਿ ਨਸ਼ਿਆਂ ਦੇ ਹੁਣ ਸਰਕਾਰ ਵੀ ਜ਼ਿਆਦਾ। ਪਹਿਲਾਂ ਦੇ ਟਾਈਮ 'ਚ ਮਤਲਬ ਦਾਦੇ ਪੜਦਾਦੇ ਬਹੁਤ ਸ਼ਰਾਬ ਪੀਂਦੇ ਸੀ, ਆਪਾਂ ਨਹੀਂ ਪੀਂਦੇ। ਤਾਂ ਉਸ ਟਾਈਮ ਤੇ 8ਵੀਂ 'ਚ ਵੀ ਬਾਈ ਸ਼ਰਾਬ ਦਾ ਕੇਲਾ ਦੇ ਕੇ ਪਾਸ ਹੋਈ ਸੀ, ਸਿੱਧੀ ਗੱਲ ਆ। ਹੁਣ ਜਿਹੜੇ ਬੰਦੇ 8ਵੀਂ ਫੇਲ ਹੀ ਮੰਨ ਰਿਹਾ ਮੈਂ ਆਪਣੇ ਆਪ ਨੂੰ, ਔਰ 26 ਲੱਖ ਦਾ ਜਿਹੜਾ ਮੇਰਾ ਡ੍ਰੀਮ ਸੀਗਾ ਉਹਨੂੰ ਮੈਂ ਕਿਵੇਂ ਪੂਰਾ ਕੀਤਾ? ਮੈਂ ਉਹਨੂੰ 3 ਤੇ ਵੰਡਤਾ ਵੀ 1 ਸਾਲ 'ਚ ਤਾਂ ਦੇਖੋ ਇਹ ਹੋਣਾ ਨਹੀਂ, ਇਹਨੂੰ ਆਪਾਂ 3 ਤੇ ਵੰਡਦੇ ਆ। 8-9 ਲੱਖ ਰੁਪਇਆ ਬਣਿਆ ਸਾਲ ਦਾ। ਫਿਰ ਉਹ 8-9 ਲੱਖ ਨੂੰ ਮੈਂ ਮਹੀਨਿਆਂ ਤੇ ਵੰਡਤਾ, 70-80 ਹਜ਼ਾਰ ਬਣ ਗਿਆ। ਫਿਰ ਉਹ 70-80 ਹਜ਼ਾਰ ਨੂੰ ਮੈਂ ਦਿਨਾਂ ਤੇ ਵੰਡ ਲਿਆ। ਤਾਂ ਮੇਰੇ ਇੱਕ ਦਿਨ ਦਾ ਉਸ ਟਾਈਮ ਟਾਰਗੇਟ ਆਇਆ ਸੀ 2500 ਰੁਪਇਆ ਪਰ ਡੇ ਇਨਕਮ ਚਾਹੀਦੀ ਸੀ ਮੈਨੂੰ ਕਰਜ਼ਾ ਲਾਉਣ ਵਾਸਤੇ। ਤਾਂ ਉਹ 2500 ਮੈਨੂੰ ਚਾਹੀਦਾ ਸੀ, ਨਾਲ ਮੈਂ ਉਹਦੇ ਟਾਰਗੇਟ ਦਿੱਤਾ ਵੀ ਘਰ ਦੇ ਖਰਚੇ ਚਲਾਉਣ ਨੂੰ, ਆਪਣੇ ਖਰਚੇ ਚਲਾਉਣ ਨੂੰ 1500 ਰੁਪਏ ਤੈਨੂੰ ਡੇਲੀ ਦਾ ਉਹ ਵੀ ਚਾਹੀਦਾ। ਔਰ ਇੱਕ ਗੱਲ ਹੋਰ ਹੈਗੀ, ਉਸ ਟਾਈਮ ਤੇ ਇੱਕ ਪੈਕ ਦੇ ਕੇ 65 1540 ਵੀ ਨਹੀਂ ਆਉਂਦੇ ਸੀ। ਉਸ ਟਾਈਮ ਤੇ ਕਿੰਨੇ ਪੈਸੇ ਆਉਂਦੇ ਸੀ? ਸਿਰਫ 400-500 ਰੁਪਇਆ 2 ਪੈਕੇਜ ਜਾਣ ਤੇ, 500 ਰੁਪਇਆ ਆਉਂਦਾ ਸੀ 2 ਪੈਕੇਜ ਜਾਣ ਤੇ। ਅੱਜ ਕਿੰਨੇ ਆਉਂਦੇ ਆ ਜੀ? ਅੱਜ ਅਗਰ ਤੁਸੀਂ ਅੱਜ ਡ੍ਰੀਮ ਲਾਓਗੇ, ਅੱਜ ਟਾਰਗੇਟ ਲਾਓਗੇ, ਤਾਂ ਮੇਰੇ ਨਾਲ ਤੁਹਾਡਾ 80% ਜ਼ਿਆਦਾ ਛੇਤੀ ਮਸਲਾ ਹੱਲ ਹੋ ਜਾਊਗਾ। ਅਗਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ, ਜੇ ਤੁਸੀਂ ਕਰਨਾ ਹੀ ਨਹੀਂ ਚਾਹੁੰਦੇ ਉਹ ਗੱਲ ਵੱਖਰੀ ਆ, ਫਿਰ ਨਹੀਂ ਹੋਣਾ। ਜੇ ਆਪਾਂ ਟਾਰਗੇਟ ਡ੍ਰੀਮ ਨਹੀਂ ਲਵਾਂਗੇ ਤਾਂ ਮੈਂ ਜਦੋਂ ਉਹਨੂੰ ਵੰਡਿਆ ਮੈਨੂੰ ਆਇਆ ਕਿ ਮੈਨੂੰ 3000-3500 ਡੇਲੀ ਦਾ ਚਾਹੀਦਾ, ਤਾਂ ਉਹ ਚੀਜ਼ ਮੈਂ ਲੈ ਕੇ ਚੱਲਿਆ। ਹੁਣ ਜੇ ਆਪਾਂ ਡ੍ਰੀਮ ਦੀ ਗੱਲ ਕਰੀਏ, ਡ੍ਰੀਮ ਜਿਹੜੇ ਆਪਾਂ ਲੈਣੇ ਆ, ਉਹ ਟਾਰਗੇਟ ਜਿਹੜਾ ਆਪਾਂ ਲੈਣੇ ਆ ਉਹ 3-4 ਤਰੀਕਿਆਂ ਨਾਲ ਆਪਾਂ ਲੈ ਸਕਦੇ ਆ। ਸਭ ਤੋਂ ਪਹਿਲਾਂ ਸ਼ਾਰਟ ਟਰਮ ਹੋ ਗਿਆ, ਉਸ ਤੋਂ ਬਾਅਦ ਆਪਾਂ ਲਾਈਫ ਟਰਮ ਵੀ ਲੈ ਸਕਦੇ ਆ। ਇੱਕ ਹੋਰ ਆ ਮੇਰੇ ਸਾਥ ਧਿਆਨ ਚੋਂ ਵਿਸਰ ਗਿਆ। ਤਾਂ ਇਹ ਚੀਜ਼ ਨੂੰ ਜਦੋਂ ਆਪਾਂ ਸ਼ਾਰਟ ਟਰਮ ਔਰ ਮੀਡੀਅਮ ਟਰਮ ਔਰ ਲੌਂਗ ਟਰਮ, ਮੀਡੀਅਮ ਮਤਲਬ ਸ਼ਾਰਟ ਸਭ ਤੋਂ ਪਹਿਲਾਂ ਤੁਹਾਡਾ ਡੇਲੀ ਦਾ, ਮਹੀਨੇ ਦਾ, ਵੀ ਆਹ ਮਹੀਨੇ ਆਪਾਂ ਕੀ ਕਰਨਾ, 31 ਮਾਰਚ ਤੱਕ ਆਪਾਂ ਕੀ ਕਰਨਾ ਜੀ? ਹੈਲੋ, ਕਿਸੇ ਨੇ ਨਹੀਂ ਲਿਆ? ਗੋਆ ਟੁਰਕੀ ਨੇ ਲਿਆ ਹੋਇਆ ਟਾਰਗੇਟ? ਜਰਨੈਲ ਸਿੰਘ ਡਰਦੇ ਹੱਥ ਖੜੇ ਕਰ ਰਹੇ ਆ। ਮੰਨ ਲਓ ਇਹ ਪੂਰਾ ਹੋਊਗਾ ਅਗਰ ਆਪਾਂ ਡਾਇਰੀ ਦੇ ਉੱਪਰ ਲਿਖ ਕੇ
ਹੁਣ ਮੰਨ ਲਓ ਟਾਰਗੇਟ ਆਪਾਂ 31 ਮਾਰਚ ਤੱਕ ਗੋਆ ਜਾਣਾ, ਇਹ ਆਪਣਾ ਡ੍ਰੀਮ ਹੋ ਗਿਆ ਜੀ। ਇਹਨੂੰ ਵੰਡ ਲਓ 30 ਤੇ। ਅੱਜ ਤਾਂ ਚਲੋ 30 ਤੇ ਨਹੀਂ ਵੰਡਾਂਗੇ ਆਪਾਂ, ਅੱਜ 23 ਮਾਰਚ ਹੋ ਚੁੱਕੀ ਆ, 8-9 ਦਿਨ ਆਪਣੇ ਕੋਲੇ ਹੈਗੇ ਆ ਹਲੇ ਵੀ। ਤਾਂ ਜਿੰਨੇ ਤੁਹਾਡੇ ਪੁਆਇੰਟ ਘੱਟ ਆ ਉਹਨਾਂ ਨੂੰ ਵੰਡ ਲਓ। ਕਿੰਨਾ ਇੱਕ ਦਿਨ ਦਾ ਕਿੰਨਾ ਆਊਗਾ, ਇੱਕ ਦਿਨ ਤੋਂ ਫਿਰ ਘੰਟਿਆਂ ਦੇ ਵੰਡ ਲਓ, ਹੋਰ ਸੌਖਾ ਹੋ ਜਾਊਗਾ। ਇਹਦੇ ਵਿੱਚ ਆਪਾਂ ਜਿਹੜਾ ਸ਼ਾਰਟ ਟਰਮ ਹੋ ਗਿਆ ਜੀ ਆਪਣਾ ਮੰਨ ਲਓ ਡੇਲੀ ਦਾ ਕੀ ਚਾਹੀਦਾ, ਇਹਦੇ ਲਈ ਆਪਾਂ ਨੂੰ ਪੂਰਾ ਕਰਨ ਲਈ ਟੂਲ ਚਾਹੀਦੇ ਆ। ਟੂਲ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਕੋਲ ਪ੍ਰੋਡਕਟ ਹੋਣਾ ਚਾਹੀਦਾ, ਚਾਹੇ ਤੁਸੀਂ ਮੈਜਿਕ ਕਾਊਂਟਰ ਲੈ ਕੇ ਸ਼ੁਰੂ ਕਰ ਸਕਦੇ ਹੋ, ਬ੍ਰਾਂਚ ਦੇ ਨਾਲ ਸ਼ੁਰੂ ਕਰ ਸਕਦੇ ਹੋ, ਕਿਉਂਕਿ ਅਗਰ ਆਪਣੇ ਕੋਲੇ ਦੁਕਾਨ ਦੇ ਵਿੱਚ ਸਮਾਨ ਨਹੀਂ ਹੈਗਾ ਜੀ, ਗਾਹਕ ਆਊਗਾ ਨਹੀਂ ਆਊਗਾ ਨਾ, ਆ ਵੀ ਗਿਆ ਤਾਂ ਇੱਕ ਵਾਰੀ ਆ ਕੇ ਮੁੜ ਕੇ ਦੁਬਾਰਾ ਨਹੀਂ ਆਉਂਦਾ। ਤਾਂ ਜਿਹੜਾ ਤੁਹਾਡਾ ਸ਼ਾਰਟ ਮਤਲਬ ਡ੍ਰੀਮ ਹੈਗਾ, ਟਾਰਗੇਟ ਹੈਗਾ, ਉਹਦੇ ਉੱਪਰ ਤੁਸੀਂ ਟੂਲ ਪੂਰੇ ਕਰਨੇ ਆ। ਸਭ ਤੋਂ ਪਹਿਲਾਂ ਆਪਾਂ ਟੂਲ ਦੇ ਵਿੱਚ ਆ ਜਾਂਦਾ ਵਧੀਆ ਮਸ਼ੀਨਰੀ ਚਾਹੀਦੀ ਹੈ ਤੁਹਾਡੇ ਕੋਲੇ ਆਉਣ ਜਾਣ ਦਾ ਸਾਧਨ, ਉਹ ਚਾਹੇ ਮੋਟਰਸਾਈਕਲ ਆ ਚਾਹੇ ਕਾਰ ਆ। ਅਗਰ ਤੁਹਾਨੂੰ ਲੱਗਦਾ ਵੀ ਉਹ ਪਹਿਲਾਂ ਵਾਲਾ ਕੰਮ ਦਾ ਨਹੀਂ ਰਿਹਾ, ਕਿਸ਼ਤਾਂ ਤੇ ਲਓ ਜਿੱਦਾਂ ਮਰਜ਼ੀ ਲਓ, ਉਹਨੂੰ ਆਪਾਂ ਲੈ ਕੇ ਟਾਰਗੇਟ ਲੈ ਕੇ ਆਪਾਂ ਚੱਲ ਸਕਦੇ ਹਾਂ। ਕਿਉਂ ਕਹਿ ਰਹੇ ਹਾਂ ਮੈਂ ਇਹ ਗੱਲ ਕਿਉਂ ਕਹਿ ਰਿਹਾ, ਕਿਉਂਕਿ ਇਹ ਰਾਈਟ ਵੇ ਐਜੂਕੇਸ਼ਨ ਸਿਸਟਮ 'ਚ ਮੇਰਾ ਇਤਿਹਾਸ ਰਿਹਾ। ਜਿਸ ਦਿਨ ਮੈਂ ਸ਼ੁਰੂਆਤ ਕੀਤੀ ਸੀ 26.5 ਲੱਖ ਕਰਜ਼ਾ ਸੀ, ਔਰ ਮੈਨੂੰ ਇਹ ਚੀਜ਼ ਦਾ ਪਤਾ ਸੀ ਅਗਰ ਕੰਮ ਕਰਨਾ ਤਾਂ ਸਭ ਤੋਂ ਪਹਿਲਾਂ ਸਾਧਨ ਚਾਹੀਦੇ ਆ। ਸਭ ਤੋਂ ਪਹਿਲਾਂ ਕੀ ਚਾਹੀਦੇ ਜੀ? ਸਾਧਨ। ਔਰ ਲੱਖ ਰੁਪਇਆ ਆੜਤੀਏ ਤੋਂ ਵੜ ਕੇ ਗੁਰਤੇਜ ਸਰ ਅੱਜ ਵੀ ਗਵਾਹ 1.5 ਰੁਪਏ ਦਾ ਉਹਨੇ ਵਿਆਜ ਰਾਹੀਂ, ਮੈਂ ਕਿਹਾ ਜਿੱਥੇ 26 ਆ ਉਹਦੇ 27 ਹੋ ਜੂ, ਏਡੀ ਏਡੀ ਗੱਲ ਆ। ਹੈਲੋ, ਆਪਾਂ ਡਰ ਜਾਂਦੇ ਆ। ਜ਼ਿਮੀਦਾਰ ਕਦੇ ਨਹੀਂ ਡਰਦਾ, ਉਹਨੇ ਠੇਕੇ ਤੇ ਵਾਹਨ ਲਿਆ, ਪਹਿਲਾਂ 855 ਕਢਾ ਲਿਆਉਂਦਾ, ਉਹ ਕਹਿੰਦਾ ਕੋਈ ਗੱਲ ਨਹੀਂ ਭਰ ਦੇਣਗੇ ਕਿਸ਼ਤਾਂ, ਏਦਾਂ ਹੀ ਹੁੰਦਾ ਬਈ। ਤਾਂ ਇੱਥੇ ਆਪਾਂ ਕੀ ਕਰਦੇ ਆ ਵੀ ਪੈਸਾ ਜਾਵੇ ਨਾ, ਪੈਸਾ ਆਵੇ, ਏਦਾਂ ਨਹੀਂ ਹੋਊਗਾ। ਪਹਿਲਾਂ ਪੈਸਾ ਜਾਊਗਾ ਬਾਈ ਜੀ। ਪਹਿਲਾਂ ਨਲਕੇ ਲਾਉਂਦੇ ਹੁੰਦੇ ਸੀ ਪੁਰਾਣੇ ਟਾਈਮ 'ਚ, ਪਾਣੀ ਕੱਢਣ ਵੇਲੇ ਪਹਿਲਾਂ ਪਾਣੀ ਪਾਉਂਦੇ ਸੀ। ਅੱਜ ਮੱਸੀ ਮੋਟਰ ਆ ਗਈ, ਵਿੱਚ ਵੀ ਪਾਣੀ ਪਾਉਣਾ ਪੈਂਦਾ। ਤਾਂ ਅਗਰ ਤੁਸੀਂ ਵੱਡਾ ਪੈਸਾ ਕਮਾਉਣਾ ਚਾਹੁੰਦੇ ਹੋ, ਪਹਿਲਾਂ ਤੁਹਾਨੂੰ ਆਪਣੇ ਆਪ ਦੇ ਉੱਪਰ ਇਨਵੈਸਟਮੈਂਟ ਕਰਨੀ ਪਊਗੀ। ਤਾਂ ਸਭ ਤੋਂ ਪਹਿਲਾਂ ਮੈਂ ਕੀ ਕੀਤਾ ਸੀ, ਮੈਂ ਤੁਹਾਨੂੰ ਉਹ ਦੱਸਦਾ। ਮੈਂ ਗਿਆ, ਮੇਰਾ ਡ੍ਰੀਮ ਸੀਗਾ, ਮੇਰਾ ਟਾਰਗੇਟ ਸੀ 26.5 ਲੱਖ ਨੂੰ ਉਤਾਰਨਾ। ਤਾਂ ਉਹਦੇ ਲਈ ਮੈਨੂੰ ਕੀ ਚਾਹੀਦਾ? ਉਹਦੇ ਲਈ ਮੈਨੂੰ ਸਾਧਨ ਚਾਹੀਦੇ ਆ, ਕਿਉਂਕਿ ਜੇ ਤਾਂ ਮੈਂ 5-4 ਲੱਖ ਰੁਪਏ ਕਮਾਉਣ ਲਈ ਆਉਂਦਾ ਫਿਰ ਤਾਂ ਮੈਂ ਮੋਟਰਸਾਈਕਲ ਤੇ ਬਿਲਡ ਕਰ ਸਕਦਾ ਸੀ। ਮੇਰਾ ਟਾਰਗੇਟ ਹੀ ਵੱਡਾ ਸੀ। ਤਾਂ ਮੈਂ ਸਭ ਤੋਂ ਪਹਿਲਾਂ ਗਹਿਣੇ ਦੇ ਉੱਪਰ ਕਾਰ ਲਈ ਜੀ। ਕਿਸਮਤ ਚੰਗੀ ਸੀ, ਮੈਨੂੰ 50,000 ਦੇ ਕੇ ਸਵਿਫਟ ਕਾਰ 2017 ਮਾਡਲ ਮੇਰੇ ਫਰੈਂਡ ਕੋਲੇ ਸੀ, ਕੋਈ ਕਿਸ਼ਤ ਨਹੀਂ ਭਰੀ ਜਾ ਰਹੀ ਸੀ। 50,000 ਉਹਨੂੰ ਗਹਿਣੇ ਦਾ ਦਿੱਤਾ, 7,000 ਉਹਦੀ ਕਿਸ਼ਤ ਸੀ, ਸ਼ਾਇਦ 7 ਸੀ ਪਤਾ ਨਹੀਂ 10 ਸੀ, ਏਦਾਂ ਇੰਨੀ ਕੁ ਕਿਸ਼ਤ ਸੀ ਉਹਦੀ। ਉਹ ਕਾਰ ਲੈ ਕੇ 50,000 ਦਾ ਪ੍ਰੋਡਕਟ ਰੱਖਿਆ ਜੀ ਵਿੱਚ। ਔਰ ਫਿਰ ਉਹ ਕਾਰ ਇਹ ਮੰਨ ਲਓ ਵੀ ਸਵੇਰੇ 6 ਵਜੇ ਨਿਕਲ ਜਾਂਦੀ ਸੀ, ਰਾਤ ਦਾ ਉਹਦਾ ਜਿਵੇਂ ਬਠਿੰਡਾ ਕਹਿੰਦੇ ਬੀਕਾਨੇਰ ਹੋ ਗਿਆ, ਉਹ ਗਾਣਾ ਨਹੀਂ ਸੁਣਿਆ? ਬੀਕਾਨੇਰੇ ਹੁੰਦਾ ਸੀ ਘਰ, ਕਿਤੇ 1 ਵਜੇ 2 ਵਜੇ 3 ਵਜੇ, ਕਈ ਵਾਰੀ ਤਾਂ 6 ਵਜੇ 5 ਵਜੇ ਜਾਣਾ। ਗੁਰਤੇਜ ਸਰ ਨੇ ਫਿਰ ਕਹਿਣਾ 8 ਵਜੇ ਆ ਜੀ ਬਈ। ਤਾਂ ਇਦਾਂ ਦੇ ਜਦੋਂ ਆਪਾਂ ਟਾਰਗੇਟ ਲੈ ਕੇ ਚੱਲਾਂਗੇ, ਸਭ ਤੋਂ ਪਹਿਲਾਂ ਸ਼ਾਰਟ ਟਾਰਗੇਟ, ਛੋਟੇ ਟਾਰਗੇਟ, ਤੁਹਾਡਾ ਅੱਜ ਦਾ ਕੀ ਕਰਨਾ, ਕੱਲ ਨੂੰ ਕੀ ਕਰਨਾ, ਪਰਸੋਂ ਕੀ ਕਰਨਾ, ਮਹੀਨੇ 'ਚ ਕੀ ਟਾਰਗੇਟ ਆ। ਉਹ ਤੋਂ ਬਾਅਦ ਤੁਹਾਡੇ 2-3 ਸਾਲਾਂ ਦੇ, 5 ਸਾਲਾਂ ਦੇ ਕਹਿ ਲਈਏ, ਜਿਵੇਂ ਆਪਾਂ ਰਾਈਟ ਵੇ ਆਪਾਂ ਨੂੰ ਦੱਸਦਾ ਵੀ ਤੁਹਾਡੇ 5 ਸਾਲਾਂ ਦੇ ਕੀ ਡ੍ਰੀਮ ਆ। ਔਰ ਮੇਰਾ 5 ਸਾਲਾਂ ਦਾ ਕੀ ਡ੍ਰੀਮ ਸੀ ਵੀ ਮੈਂ 26 ਲੱਖ ਉਤਾਰ ਕੇ ਵਧੀਆ ਕਾਰ ਲੈ ਕੇ ਵਧੀਆ ਘਰ ਬਣਾਉਣਾ ਹੈਗਾ। ਇਹ ਮੇਰਾ 5 ਸਾਲ ਦਾ ਡ੍ਰੀਮ ਸੀ। ਤੁਹਾਡਾ ਵੀ ਹੋਣਾ ਚਾਹੀਦਾ। ਉਹਦੇ ਵਿੱਚ ਤੁਹਾਡੀ ਕਾਰ ਆ ਗਈ, ਜਾਂ ਜਿਹੜੇ ਪਰਿਵਾਰਾਂ ਦੇ ਬੱਚੇ ਵਿਆਹਣ ਵਾਲੇ ਆ ਜਾਂ ਬਾਹਰੇ ਭੇਜਣੇ ਆ, ਐਦਾਂ ਦੇ ਸਾਰੇ ਤੁਸੀਂ ਡਾਇਰੀ ਦੇ ਉੱਪਰ ਲਿਖ ਸਕਦੇ ਹੋ। ਤਾਂ ਜਦੋਂ ਆਪਾਂ ਲਿਖਾਂਗੇ, ਨਾਲ ਡਾਇਰੀ ਰੱਖਣ ਦੀ ਆਦਤ ਪਾਵਾਂਗੇ, ਤਾਂ ਆਪਣਾ ਬਿਜ਼ਨਸ ਹੋਰ ਅਪ ਹੋਊਗਾ। ਤਾਂ ਉਹਦੇ ਵਿੱਚ ਤੁਸੀਂ ਟਾਰਗੇਟ ਲੈ ਸਕਦੇ ਹੋ, ਡ੍ਰੀਮ ਲੈ ਸਕਦੇ ਹੋ ਵੀ ਆਪਾਂ ਇਹ ਘਰ ਬਣਾਉਣਾ ਹੈਗਾ, ਉਹਦੀ ਫੋਟੋ ਲਾ ਲਓ ਸਾਹਮਣੇ। ਆਹ ਮੈਂ ਕਾਰ ਲੈ ਕੇ ਆਉਣੀ ਆ, ਉਹਦੀ ਫੋਟੋ ਲਾ ਲਓ। ਉਸ ਤੋਂ ਬਾਅਦ ਬੱਚਿਆਂ ਦੀ ਸ਼ਾਦੀ ਕਰਨੀ ਆ। ਇਹ ਛੋਟੇ ਛੋਟੇ ਆਪਣੇ ਡ੍ਰੀਮ ਹੋਣੇ ਚਾਹੀਦੇ ਆ। ਉਸ ਤੋਂ ਬਾਅਦ ਦੋਸਤੋ ਆਉਂਦਾ ਸਭ ਤੋਂ ਜਿਹੜਾ ਲਾਈਫ ਟਾਈਮ ਦਾ ਡ੍ਰੀਮ ਕੀ ਆ। ਉਹਦੇ ਵਿੱਚ ਹੁਣ ਮੰਨ ਲਓ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ 1-2 ਕਰੋੜ ਰੁਪਇਆ ਡੇਲੀ ਦਾ ਆਇਆ ਕਰੂਗਾ। ਕਿੰਨੇ ਸਮੇਂ ਤੋਂ ਜੀ? ਕਲੈਪਿੰਗ ਕਰ ਸਕਦੇ ਹੋ ਆਪਣੇ ਐਕਟਿਵ ਵਾਸਤੇ। ਪਹਿਲਾਂ ਮੈਨੂੰ ਵੀ ਨਹੀਂ ਲੱਗਦਾ ਸੀ ਵੀ 1 ਕਰੋੜ ਕਿੱਦਾਂ ਆ ਜੂ। ਮੈਂ ਰਾਤ ਇੱਕ ਸਟੋਰੀ ਸੁਣ ਰਿਹਾ ਸੀ ਲੇਡੀਜ਼ ਦੀ, ਉਹ ਦੱਸ ਰਹੀ ਕਹਿੰਦੀ ਮੈਂ 1 ਕਰੋੜ 1 ਮਹੀਨੇ ਦਾ ਕਮਾ ਰਹੀ ਹਾਂ। ਤਾਂ ਮੈਨੂੰ ਵੀ ਲੱਗਿਆ ਵੀ ਮੈਂ ਵੀ ਕਮਾ ਸਕਦਾ, ਕਿਉਂਕਿ ਜਿਸ ਦਿਨ ਮੈਂ ਆਇਆ ਸੀ 10,000 ਮੰਨ ਕੇ ਆਇਆ ਸੀ ਵੀ ਮੈਨੂੰ 10,000 ਹੀ ਆ ਜੇ ਬਹੁਤ ਆ। ਪਰ ਜਿਵੇਂ ਜਿਵੇਂ ਇੱਧਰ ਆਉਂਦੇ ਗਏ, ਸਿਸਟਮ 'ਚ ਆਉਂਦੇ ਗਏ,
ਤਾਂ ਉਹ ਬਾਅਦ 'ਚ ਆਪਾਂ ਗੱਲ ਕਰਾਂਗੇ। ਹੁਣ ਆਪਣੇ ਲਾਈਫ ਟਾਈਮ ਡ੍ਰੀਮ ਕੀ ਹੋਣੇ ਚਾਹੀਦੇ, ਉਹ ਤੁਹਾਡੀ ਆਪਣੀ ਆਪਣੀ ਮਰਜ਼ੀ ਆ। ਹੁਣ ਜੇ ਆਪਾਂ ਨੂੰ 1 ਕਰੋੜ ਮਹੀਨੇ ਦਾ ਆਊਗਾ ਕਿਤੇ ਤਾਂ ਲਾਵਾਂਗੇ ਜੀ ਆਪਾਂ ਗੱਡੀਆਂ ਲੈ ਕੇ ਵੀ ਥੱਕ ਜਾਾਂਗੇ, ਹੈਲੀਕਾਪਟਰ ਵੀ ਲੈ ਲਾਂਗੇ, ਵੱਡੇ ਬੰਗਲੇ ਵੀ ਬਣਾ ਲਾਂਗੇ, ਪਰ ਪੈਸੇ ਦਾ ਕਰਾਂਗੇ ਕੀ? ਇਹ ਬਹੁਤ ਵੱਡਾ ਸਵਾਲ ਆ। ਉਹਦੇ ਲਈ ਜਿਹੜਾ ਮੇਰਾ ਡ੍ਰੀਮ ਆ, ਮੈਂ ਇੱਕ ਵਧੀਆ ਹਸਪਤਾਲ ਖੋਲ੍ਹਣਾ ਚਾਹੁੰਦਾ, ਮੇਰੇ ਪਿੰਡ ਦੇ ਵਿੱਚ ਹੋਵੇ, ਉਹ ਫ੍ਰੀ ਹੋਵੇ, ਜਿਹੜਾ ਵੀ ਉੱਥੇ ਹੋਵੇ। ਆਪਣੇ ਘਰ ਪਰਿਵਾਰ 'ਚ ਰਹਿ ਕੇ ਕੰਮ ਕਰ ਸਕਦੇ ਆ, ਪ੍ਰੋਪਰ ਰਾਈਟ ਵੇ ਐਜੂਕੇਸ਼ਨ ਸਿਸਟਮ ਤੋਂ ਟ੍ਰੇਨਿੰਗ ਲੈ ਕੇ ਕੰਮ ਕਰ ਸਕਦੇ ਆ। ਤਾਂ ਆਪਾਂ ਹੁਣ ਜਨਮਦਸਤ ਕਲੈਕਟਿੰਗ ਦੇ ਵਿੱਚ ਮਿਲਦੇ ਆ, ਆਪਣੇ CMD ਸਰ ਆਪਣੇ ਵਿੱਚ ਪਹੁੰਚੇ ਹੋਏ ਨੇ, ਗੁਰਵਿੰਦਰ ਸਿੰਘ ਬੇਦੀ ਜੀ। ਤਾਂ ਆਪਾਂ ਜਨਮਦਸਤ ਕਲੈਕਟਿੰਗ ਕਰਾਂਗੇ ਤਾਂ ਸਾਨੂੰ ਸੁਣਦੇ ਆ। ਅੱਜ ਦਾ ਦਿਨ ਬਹੁਤ ਹੀ ਵੱਡਾ ਦਿਨ ਹੈ। 23 ਮਾਰਚ ਨੂੰ ਐਮਪਾਇਰ ਦੀ ਸ਼ੁਰੂਆਤ ਹੋਈ ਸੀ। ਅੱਜ 5 ਸਾਲ ਪੂਰੇ ਹੋਏ ਨੇ ਰਾਈਟ ਵੇ ਐਜੂਕੇਸ਼ਨ ਨਾਲ ਸ਼ੁਰੂਆਤ ਨੂੰ 4 ਸਾਲ ਹੋਏ ਨੇ। ਤਾਂ ਇੱਕ ਵਾਰੀ ਇਸ ਕੋਲੈਬੋਰੇਸ਼ਨ ਅੱਜ ਦੇ ਦਿਨ ਪੰਜਾਬ ਲਈ ਵੀ ਤੇ ਆਪਣੇ ਦੇਸ਼ ਲਈ ਵੀ ਬਹੁਤ ਵੱਡਾ ਦਿਨ, ਕਿਉਂਕਿ ਅੱਜ ਦਿਨ ਇੱਕ ਰੈਵੋਲੂਸ਼ਨ ਆਇਆ ਸੀਗਾ। ਭਗਤ ਸਿੰਘ ਜੀ ਨੇ ਇੱਕ ਰੈਵੋਲੂਸ਼ਨ ਲੈ ਕੇ ਆਏ ਸੀਗੇ, ਇੱਕ ਸੋਚ ਲੈ ਕੇ ਆਏ ਸੀ। ਕੋਈ ਵੀ ਸ਼ੁਰੂਆਤ ਕਰਨੀ ਹੋਵੇ ਨਾ ਤਾਂ ਸਾਹਮਣੇ ਉਂਗਲ ਨਹੀਂ ਕਰਨੀ, ਉਹ ਆਪਣੇ ਆਪ ਤੋਂ ਹੋ ਸਕਦੀ ਹੈ। ਤੇ ਜਿਹੜੀ ਸ਼ੁਰੂਆਤ ਕਿਸੇ ਵੀ ਰੈਵੋਲੂਸ਼ਨ ਦੀ ਉਹ ਤੁਹਾਡੇ ਤੋਂ ਹੀ ਹੋਣੀ, ਕਿਸੇ ਹੋਰ ਤੋਂ ਨਹੀਂ ਹੋਣੀ। ਤੇ ਇਸ ਵਾਰ ਇੱਕ ਚੀਜ਼ ਹੋਰ ਪ੍ਰੂਫ ਹੋਈ ਹੈ ਕਿ ਨਵੇਂ ਬਦਲਾਵ ਆਇਆ ਪੰਜਾਬ ਦੇ ਵਿੱਚ, ਨਵੀਂ ਸਰਕਾਰ ਆਈ ਹੈ, ਪੰਜਾਬ ਦੇ ਲੋਕਾਂ ਨੇ ਇੱਕ ਨਵੀਂ ਰੈਵੋਲੂਸ਼ਨ ਨੂੰ ਚੁਣਿਆ ਹੈ। ਇਸ ਇੰਡਸਟਰੀ ਦੇ ਵਿੱਚ ਸਭ ਤੋਂ ਵੱਡੀ ਜਿਹੜਾ ਬਦਲਾਵ ਲੈ ਕੇ ਆਏ ਨਾ, ਉਹ ਇਹ ਲੈ ਕੇ ਆਏ ਕਿ ਪੋਜ਼ਿਟਿਵਿਟੀ ਲੈ ਕੇ ਆਣੀ ਹੈ ਇਸ ਇੰਡਸਟਰੀ ਵਿੱਚ। ਅਸੀਂ ਪੋਜ਼ਿਟਿਵ এনवायरमेंट ਕ੍ਰੀਏਟ ਕਰਨਾ ਤਾਂ ਕਿ ਇਸ ਇੰਡਸਟਰੀ ਨੂੰ ਜੋ ਅੱਜ ਦੀ ਲੋੜ ਹੈ ਨਾ, ਇਸ ਪੰਜਾਬ ਨੂੰ ਲੋੜ ਆ, EMPLOYMENT ਕਿੱਦਾਂ ਆ ਸਕਦੀ ਹੈ, ਇਸ ਇੰਡਸਟਰੀ ਦੇ ਥਰੂ ਹੀ ਆ ਸਕਦੀ ਹੈ। ਤੇ ਜੋ ਇਸ ਇੰਡਸਟਰੀ ਬਾਰੇ ਜੋ ਵਿਚਾਰ ਲੋਕਾਂ ਦੇ ਮਨਾਂ ਵਿੱਚ ਨੇ, ਉਹ ਆਪਾਂ ਨੂੰ ਠੀਕ ਕਰਨੇ ਪੈਣਗੇ। ਹੌਲੀ ਹੌਲੀ ਤੁਹਾਡੇ ਵਰਗੇ ਲੋਕਾਂ ਦੇ ਥਰੂ ਤੁਸੀਂ ਹੀ ਠੀਕ ਕਰੋਗੇ, ਮਿਲ ਕੇ ਹੀ ਆਪਾਂ ਠੀਕ ਕਰਾਂਗੇ ਇਸ ਨੂੰ। ਮੈਂ ਅੱਜ ਗੁਰਤੇਜ ਸਿੰਘ ਨੂੰ ਸੁਣਿਆ, ਜਿਸ ਤਰੀਕੇ ਨਾਲ ਤੁਹਾਡੀ ਅਪਲਾਈਨਸ ਨੇ, ਜਿਸ ਤਰੀਕੇ ਨਾਲ ਸਮਝਾ ਰਹੇ ਨੇ ਕਿ ਅਸੀਂ ਤੁਹਾਡੇ ਲਈ ਬੈਠੇ ਹਾਂ। ਅੱਜ ਦੇਖੋ, ਚੁਣਿੰਦਾ ਲੋਕ ਨੇ ਨਾ, ਸਪੈਸ਼ਲ ਲੋਕ ਨੇ ਜਿਨ੍ਹਾਂ ਨੇ ਆਪਣਾ, ਮੈਨੂੰ ਲੱਗਦਾ 100% ਦੇ ਰਹੇ ਨੇ, ਅਜੇ ਵੀ ਪਾਰਟ ਟਾਈਮ। ਓਕੇ, ਇਹਨਾਂ ਦੇ ਵਿੱਚ ਤਾਂ ਮੈਂ ਗੱਲ ਕੀਤੀ ਕਿ ਆਪਾਂ ਜਦੋਂ ਪਾਰਟ ਟਾਈਮ ਕਰਾਂਗੇ ਨਾ, ਤਾਂ ਸ਼ਾਇਦ ਸਾਨੂੰ ਉਹ ਜਿਹੜਾ ਟਾਈਮ ਲੱਗ ਜਾਏਗਾ ਉੱਥੇ ਪਹੁੰਚਣ ਜਿੱਥੇ ਆਪਾਂ ਪਹੁੰਚਣਾ ਚਾਹੁੰਦੇ ਹਾਂ। ਠੀਕ ਹੈ, ਆਪਾਂ ਹੌਲੀ ਹੌਲੀ ਕਰਕੇ ਨੂੰ ਲੈ ਕੇ ਆਈਏ। ਮੈਂ ਵੀ ਨਹੀਂ ਕਹਿੰਦਾ ਕਿ ਤੁਸੀਂ ਸ਼ਿਫਟ ਕਰ ਜਾਓ, ਬਟ ਆਪਾਂ ਨੂੰ ਜੇ ਵਿਸ਼ਵਾਸ ਪੂਰਾ ਹੋਗਾ ਕਿ 100% ਅਸੀਂ ਕਰ ਸਕਦੇ ਹਾਂ, ਤਾਂ ਆਪਾਂ ਇਸ ਇੰਡਸਟਰੀ ਨੂੰ ਚੁਣੀਏ। ਤੇ ਆਪਾਂ ਸਾਡੇ ਨਾਲ ਖੜੀਆਂ ਨੇ, ਅਸੀਂ ਪ੍ਰੋਪਰ ਸਪੋਰਟ ਹੋਈ। ਜਿਸ ਤਰ੍ਹਾਂ ਉਹਨਾਂ ਨੇ ਹੁਣ ਟ੍ਰੇਨਿੰਗ ਦਿੱਤੀ ਆ, ਲਾਈਵ ਟ੍ਰੇਨਿੰਗ, ਮੈਂ ਜਿੰਨੇ ਵੀ ਨੈਟਵਰਕਿੰਗ ਦੇ ਸੈਮੀਨਾਰਸ ਦੇਖੇ ਨੇ, ਇੱਦਾਂ ਦੀ ਟ੍ਰੇਨਿੰਗ ਤਾਂ ਮੈਂ ਵੀ ਨਹੀਂ ਦੇਖੀ ਕਿ ਇਸ ਲੈਵਲ ਦੇ ਉੱਪਰ ਇੱਦਾਂ ਬੇਸ ਲੈਵਲ ਤੋਂ ਅਸੀਂ ਸਿਖਾਉਂਦੇ ਪਏ ਹਾਂ। ਇੱਕ ਵਾਰੀ ਰਾਈਟ ਵੇ ਐਜੂਕੇਸ਼ਨ ਦੀ ਆਪਾਂ ਸਾਰੇ ਜਾਣਦੇ ਆ ਐਜੂਕੇਸ਼ਨ ਨਾਲ ਆਪਾਂ ਜੁੜੇ ਹੋਏ ਆ, ਕੋਈ ਵੀ ਸੈਕਟਰ ਹੋਵੇ। ਜੁੜੇ ਹੋਏ ਆ ਕਿ ਨਹੀਂ ਜੁੜੇ ਹੋਏ? ਹਾਂਜੀ, ਸਾਰੇ ਜੁੜੇ ਹੋਏ ਆ ਜੀ। ਤਾਂ ਦੋਸਤੋ, ਆਪਾਂ ਗੱਲਬਾਤ ਕਰਦੇ ਆ। ਜਿਵੇਂ ਸਟਾਰਟਿੰਗ, ਕਿਉਂਕਿ ਜਿਹੜਾ ਟ੍ਰੇਨਿੰਗ ਪ੍ਰੋਗਰਾਮ ਆ, ਇਹਨੂੰ ਵਰਕਸ਼ਾਪ ਕਿਹਾ ਜਾਂਦਾ। ਕੀ ਕਿਹਾ ਜਾਂਦਾ ਜੀ? ਵਰਕਸ਼ਾਪ। ਇੱਕ ਹੁੰਦਾ, ਜਿਵੇਂ ਆਪਾਂ ਗੱਲ ਕਰਦੇ ਆ ਟ੍ਰੇਨਿੰਗ ਪ੍ਰੋਗਰਾਮ ਕਿਹੜਾ, ਨਾਰਮਲ ਜੋ ਪ੍ਰੋਗਰਾਮ, ਜੋ ਪ੍ਰੋਡਕਟ ਬਾਰੇ, ਮੈਂ ਕਿਸੇ ਵੀ ਪ੍ਰੋਡਕਟ ਬਾਰੇ, ਕਿਸੇ ਵੀ ਚੀਜ਼ ਬਾਰੇ, ਕਿਸੇ ਕੰਪਨੀ ਬਾਰੇ, ਕਿਸੇ ਬਾਰੇ ਗੱਲ ਨਹੀਂ ਕਰੂੰਗਾ। ਮੈਂ ਗੱਲਬਾਤ ਕਰੂੰਗਾ ਆਪਣੇ ਖੁਦ ਬਾਰੇ। ਕਾਦੇ ਬਾਰੇ ਜੀ? ਆਪਣੇ ਖੁਦ ਬਾਰੇ ਗੱਲਬਾਤ। ਜਿਹੜਾ ਗੱਲ, ਕਿਉਂਕਿ ਆਪਣੀ 2 ਤਰ੍ਹਾਂ ਦੀ ਮਾਰਕੀਟਿੰਗ ਚੱਲ ਰਹੀ ਹੈ। ਕਿੰਨੇ ਤਰ੍ਹਾਂ ਦੀ ਜੀ? ਬੋਲੋ ਜੀ, ਕਿੰਨੇ ਤਰ੍ਹਾਂ ਦੀ? 2 ਤਰ੍ਹਾਂ ਦੀ। ਇੱਕ ਆਨਲਾਈਨ ਤੇ ਇੱਕ ਆਫਲਾਈਨ। ਆਪਣੇ ਨਾਲ ਬਹੁਤ ਪਰਸਨ ਨੇ ਜਿਹੜੇ ਘਰਾਂ 'ਚ ਬੈਠੇ ਨੇ, ਵਧੀਆ ਪੈਸਾ ਕਮਾ ਕੇ ਬੈਠੇ ਨੇ, ਜਿਹੜੇ ਕਮਾ ਵੀ ਰਹੇ ਨੇ ਔਰ ਰੋਜ਼ ਵੀ ਕਮਾ ਰਹੇ ਨੇ। ਇੱਕ ਹੈਗੇ ਨੇ ਆਫਲਾਈਨ, ਜਿਹੜੇ ਜਾਣਦੇ ਨੇ ਜੀ ਇੱਥੇ ਤੱਕ ਨਹੀਂ, ਇਸ ਤੋਂ ਅੱਗੇ ਵੀ ਹੈ। ਹੈਲੋ, ਕਲੀਅਰ ਹੈ ਜੀ? ਉਹ ਬੈਠਣ ਨੂੰ ਪਤਾ ਹੋਰ ਵੀ ਕੁਝ ਕੀਤਾ ਜਾ ਸਕਦਾ। ਬਹੁਤ ਚੀਜ਼ਾਂ ਦੇ ਉੱਤੇ ਵਰਕਸ਼ਾਪ ਸਪੈਸ਼ਲ ਹੁੰਦੀ ਹੈ ਜੋ ਕਿ ਸਾਡੇ ਸਕਿੱਲ ਨੂੰ ਨਿਖਾਰਨ ਦਾ ਕੰਮ ਕਰਦੀ ਹੈ। ਕਿਉਂਕਿ ਐਜੂਕੇਸ਼ਨ ਦਾ ਕੰਮ ਕੀ ਹੈ? ਜਿਵੇਂ ਆਪਾਂ ਨੇ ਸੁਣਿਆ ਸੀ, MYL ਦਾ ਕੰਮ ਕੀ ਹੈ? ਪ੍ਰੋਡਕਟ ਕੁਆਲਿਟੀ, ਪੇ ਆਊਟ ਸਿਸਟਮ ਪ੍ਰੋਵਾਈਡ ਕਰਵਾਉਣਾ। ਹੈਲੋ, ਕਲੀਅਰ ਹੈ ਜੀ? ਕਿਉਂਕਿ ਜਦੋਂ ਕੋਲੈਬੋਰੇਸ਼ਨ ਹੋਈ ਸੀ, ਇੱਕੋ ਚੀਜ਼ ਤੇ ਹੋਈ ਸੀ। ਕਾਰਨ ਕੀ ਸੀ? ਜਦੋਂ ਅਸੀਂ ਇੱਕੋ ਡਿਸੀਜਨ ਲੈ ਕੇ ਆਏ ਸੀ ਵੀ ਮਾਰਕੀਟ ਦੇ ਵਿੱਚ ਸਾਫ਼ ਸੁਥਰਾ ਕੰਮ ਕਰਨਾ। ਕੀ ਕਰਨਾ ਜੀ? ਸਾਫ਼ ਸੁਥਰਾ ਕੰਮ ਕਰਨਾ, ਕਲੀਅਰਟੀ ਕਰਨੀ, ਸੱਚ ਬੋਲ ਕੇ ਕਰਨਾ, ਬਿਲਕੁਲ ਵਧੀਆ ਧੰਦਾ ਕਰਨਾ। ਵੀ ਸਾਨੂੰ ਕੋਈ ਕੰਪਨੀ ਨਹੀਂ ਮਿਲ ਰਹੀ ਸੀ ਵਧੀਆ, ਕਿਉਂਕਿ ਇਸ ਲਾਈਨ ਦਾ ਐਕਸਪੀਰੀਅੰਸ ਜਿਹੜਾ ਹੈਗਾ 2008 ਤੋਂ ਸੀ। ਇਨਕਮ ਵੀ ਬਹੁਤ ਵਧੀਆ ਜਨਰੇਟ ਕੀਤੀ, ਪਰ ਜਦੋਂ ਅੱਗੇ ਸੀ, ਅੱਖਣ ਤੋਂ ਬਾਅਦ ਚ ਡਿਸੀਜਨ ਲਿਆ ਆਪਣੀ ਚਲਾਵਾਂਗੇ। ਬਸ ਸੱਚ ਬੋਲ ਕੇ ਕੰਮ ਕਰਨਾ, ਸਾਫ਼ ਬੋਲ ਕੇ ਕੰਮ ਕਰਨਾ, ਮੈਟਰ ਖਤਮ। ਪਰ ਜਦੋਂ ਸਟਾਰਟਅਪ ਹੁੰਦਾ, ਮੈਂ ਕਿਹਾ ਜੀ ਤੁਸੀਂ ਜੇ ਸੋਚੋ ਵੀ 2 ਸਾਲਾਂ ਬਾਅਦ ਮੈਂ ਕੰਪਨੀ ਬਦਲ ਦਾਂਗੇ, ਮੈਂ ਜਾਣ ਵਾਲਾ ਨਹੀਂ। ਤੁਸੀਂ ਸੋਚ ਲਓ, ਮੈਨੂੰ ਲੈ ਕੇ ਆਏ ਹੋ, ਬਾਅਦ ਚ ਮੈਨੂੰ ਕਹੋ ਹਟ ਕੇ ਇਹ ਕੰਪਨੀ ਚ ਆ ਜਾ,
ਤਾਂ ਮੇਰੇ ਤੋਂ ਕੰਮ ਨਹੀਂ ਹੋਣਾ। ਜਿੱਥੇ ਅਸੀਂ ਝੰਡੇ ਕੱਢਤੇ ਲੈਣ ਸਾਡੇ ਤੋਂ ਸਟਾਰਟ ਹੋਣੀ ਹੈ। ਹੈਲੋ